ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜੀ ਅਹਿਮ ਗੱਲਬਾਤ ਹੋਣੀ ਹੈ, ਜਿਹਦੇ ਵਿੱਚ ਪੰਥ ਦੀ ਉੱਘੀ ਸ਼ਖਸੀਅਤ, ਵੈਸੇ ਭਾਈ ਸਾਹਿਬ ਮੈਨੂੰ ਕਈ ਵਾਰੀ ਵੱਡੇ ਨੇ, ਵਿਦਿਆ ਪੱਖੋਂ ਵੀ ਉਮਰ ਪੱਖੋਂ ਵੀ ਬੜੀ ਗੁਰੂ ਦੀ ਕਿਰਪਾ ਹੈ। ਇਹਨਾਂ ਦੀ ਜ਼ਿੰਦਗੀ ਦਾ ਤਜਰਬਾ ਮੈਨੂੰ ਘੋਰ ਦਿੰਦੇ ਆ ਕਿ ਸਾਨੂੰ ਇਸ ਤਰ੍ਹਾਂ ਦੇ ਵਿਸ਼ੇਸ਼ਣ ਨਾ ਲਾਇਆ ਕਰੋ, ਪਰੰਤੂ ਜਦੋਂ ਦਾ ਮੇਰਾ ਇਹਨਾਂ ਨਾਲ ਵਾਹ ਪਿਆ, ਹੋ ਸਕਦਾ ਕਈਆਂ ਦੇ ਮਨਾਂ 'ਚ ਵਿਚਾਰਧਾਰਾ ਹੋਰ ਹੋਵੇ, ਪਰ ਮੇਰੇ ਮਨ ਦੇ ਵਿੱਚ ਭਾਈ ਸਾਹਿਬ ਪ੍ਰਤੀ ਬੜਾ ਸਤਿਕਾਰ ਹੈ। ਜਿਹੜੇ ਵੀ ਕੋਈ ਗੁਰਸਿੱਖ, ਕੋਈ ਵਿਅਕਤੀ ਕਿਸੇ ਧਰਮ ਦਾ ਜਿਹੜਾ ਸੱਚ ਬੋਲਣ ਦਾ ਹੀਆ ਕਰਦਾ, ਉਹਦਾ ਸਤਿਕਾਰ ਕਰਨਾ ਬਣਦਾ। ਨਹੀਂ ਤਾਂ ਤਕਰੀਬਨ ਰੋਟੀਆਂ ਕਾਰਨ ਪੂਰੇ ਤਾਲ ਬਹੁਤ ਜ਼ਿਆਦਾ ਲੋਕ ਨੇ, ਜੇ ਕਿਸੇ ਰਾਜਨੀਤੀ ਕੋਲ ਗਏ ਨੇ ਤੇ ਉਹਦੇ ਮਰਨ ਤੇ ਉਹਦੇ ਗੁਣਾਂ ਨੂੰ ਗਾਇਨ ਕਰਨ ਲੱਗ ਪੈਣਾ, ਮਹਾਂਪੁਰਸ਼ ਤੱਕ ਪੂਰਨ ਬ੍ਰਹਮ ਗਿਆਨੀ ਤੱਕ ਕਹਿਣ ਲੱਗ ਪੈਣਾ। ਇਹ ਉਹਨਾਂ ਦੀ ਖੁਸ਼ਾਮਦੀ ਦਾ ਜ਼ਿੰਦਗੀ ਦਾ ਇੱਕ ਹਿੱਸਾ ਹੈ, ਪਰੰਤੂ ਗੁਰਬਾਣੀ ਦੇ ਆਧਾਰ ਤੇ ਸੱਚ ਬੋਲਣ ਵਾਲੇ ਸਾਡੇ ਕੋਲ ਬਹੁਤ ਥੋੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਪ੍ਰਚਾਰਕ ਨੇ, ਗ੍ਰੰਥੀ ਨੇ, ਰਾਗੀ ਨੇ, ਢਾਡੀ ਨੇ। ਉਹਨਾਂ ਦੇ ਵਿੱਚੋਂ ਇੱਕ ਨੇ ਭਾਈ ਸਾਹਿਬ ਭਾਈ ਜਸਵੀਰ ਸਿੰਘ, ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਕੁਝ ਪਲਾਂ ਦੇ ਵਿੱਚ ਹੀ ਸ਼ਾਮਲ ਹੋ ਰਹੇ ਨੇ। ਆਓ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਮਹਿਮਾਨ ਮੇਰੇ ਨਾਲ ਸ਼ਾਮਲ ਹੋ ਰਹੇ ਨੇ, ਭਾਈ ਜਸਵੀਰ ਸਿੰਘ ਜੀ, ਉਹਨਾਂ ਦਾ ਪ੍ਰੋਗਰਾਮ ਦੇ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ, ਪ੍ਰੋਗਰਾਮ ਦਿਲਾਂ ਦੀ ਸਾਂਝ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਵੱਲੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਅਤੇ ਇਸ ਦਿਲਾਂ ਦੀ ਸਾਂਝ ਪ੍ਰੋਗਰਾਮ ਸਰਵਣ ਕਰ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਤੁਹਾਡੇ ਤਕਰੀਬਨ ਕਾਫੀ ਲੰਮੇ ਸਮੇਂ ਤੋਂ ਰੇਡੀਓ ਸ਼ੇਰੇ ਪੰਜਾਬ ਦੇ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਵਿੱਚ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਆਖਿਆ, ਗੁਰਮਤਿ ਸੰਬੰਧੀ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਹੁੰਦੇ ਰਹਿੰਦੇ ਨੇ। ਤੁਹਾਡੇ ਲੇਖ ਨੇ ਜਿਹੜੇ ਸਿੱਖ ਮਾਰਗ, ਸਿੰਘ ਸਭਾ ਕੈਨੇਡਾ, ਸਿੰਘ ਸਭਾ USA, ਸਿੰਘ ਸਭਾ ਇੰਟਰਨੈਸ਼ਨਲ, ਸਾਡੀਆਂ ਸਥਾਨਕ ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਆਮ ਲੋਕਾਂ ਨੂੰ ਮਿਲਦੇ ਨੇ। ਇਹਨਾਂ ਦਿਨਾਂ ਦੇ ਵਿੱਚ ਲਗਾਤਾਰ 2 ਮਹੀਨਿਆਂ ਤੋਂ ਭਾਈ ਪੰਥਪ੍ਰੀਤ ਸਿੰਘ ਖਾਲਸਾ ਜਿਹੜੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਨੇ। ਇਸੇ ਹਫ਼ਤੇ ਦੇ ਵਿੱਚ ਉਹਨਾਂ ਨੇ ਇੱਕ ਗੱਲ ਦੀਵਾਨਾਂ ਦੇ ਵਿੱਚ ਕੀਤੀ ਜੀ ਕਿ ਜਿਹੜੀ ਬਾਬਾ ਬੁੱਢਾ ਜੀ ਦੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਵਰ ਦੇਣ ਵਾਲੀ ਗੱਲ ਹੈ, ਉਹਨਾਂ ਨੂੰ ਨਕਾਰਿਆ ਕਿ ਗੁਰਪਿਲਾਸ਼ ਪਾਤਸ਼ਾਹੀ 6ਵੀਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮਨ ਘੜਤ ਸਾਖੀਆਂ ਨੇ, ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਲੋਕੀ ਕਰਾਮਾਤੀ ਗੱਲਾਂ ਦੇ ਉੱਤੇ ਵਿਸ਼ਵਾਸ, ਸਰਾਪ ਤੇ ਵਰ ਦੇ ਉੱਤੇ ਵਿਸ਼ਵਾਸ ਰੱਖਣ ਲੱਗ ਪੈਣ, ਤਾਂ ਜੋ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਮਨੁੱਖ ਨਾਲ ਜੁੜ ਜਾਏ। ਤੁਹਾਡਾ ਇੱਕ ਲੇਖ ਕਾਫੀ ਚਿਰ ਪਹਿਲਾਂ ਸੱਤੇ ਤੇ ਭਾਈ ਬਲਵੰਤ ਦੀ ਜਿਹੜੀ ਸਾਖੀ ਹੈ, ਇਹ ਮੈਨੂੰ ਪਹਿਲਾਂ ਵੀ ਕਈ ਵਾਰੀ ਪੜ੍ਹਨ ਨੂੰ ਮਿਲੀ ਹੈ, ਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ ਕਿ ਭਾਈ ਸੱਤਾ ਤੇ ਭਾਈ ਬਲਵੰਤ ਇਹ ਗੁਰੂ ਘਰ ਦੇ ਉਸ ਵੇਲੇ ਬੜੇ ਮਹਾਨ ਕੀਰਤਨੀਏ ਸਨ, ਤੇ ਕੀਰਤਨ ਦੇ ਦੌਰਾਨ ਜਿਹੜੇ ਸਾਖੀਕਾਰ, ਉਹਦਾ ਜਿਹੜਾ ਲਿਖਾਰੀ ਹੈ, ਉਹ ਲਿਖਦਾ ਹੈ ਕਿ ਉਹਨਾਂ ਨੂੰ ਮਾਇਆ ਘੱਟ ਮਿਲੀ, ਮਾਇਆ ਘੱਟ ਮਿਲਣ ਕਰਕੇ ਉਹ ਨਾਰਾਜ਼ ਹੋ ਗਿਆ, ਤੇ ਗੁਰੂ ਸਾਹਿਬ ਨੇ ਬਾਅਦ ਦੇ ਵਿੱਚ ਸਿੱਖ ਭੇਜੇ, ਉਹ ਨਹੀਂ ਆਏ, ਫਿਰ ਸੁਨੇਹਾ ਭੇਜਿਆ, ਨਹੀਂ ਆਏ, ਗੁਰੂ ਸਾਹਿਬ ਨੂੰ ਖੁਦ ਜਾਣਾ ਪਿਆ। ਤੇ ਗੁਰੂ ਸਾਹਿਬ ਜਦੋਂ ਉਹਦੇ ਕੋਲ ਗਏ, ਭਾਈ ਸੱਤੇ ਤੇ ਬਲਵੰਡ ਕੋਲ, ਇਹ ਸਾਖੀਕਾਰ ਲਿਖਦਾ ਹੈ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਤੁਹਾਡੀ ਜੇ ਪੁੱਛ ਹੈ, ਪੜਤਾਲ ਹੈ, ਤਾਂ ਸਾਡੇ ਕਰਕੇ ਹੈ। ਭਾਈ ਮਰਦਾਨਾ ਜੀ ਨਾ ਹੁੰਦੇ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ। ਤੇ ਕਹਿੰਦੇ ਨੇ ਕਿ ਉਸ ਵੇਲੇ ਜਿਹੜਾ ਲਿਖਾਰੀ ਹੈ ਇਹਦਾ, ਉਹ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਸਰਾਪ ਦੇ ਦਿੱਤਾ, ਵਰ ਦੇ ਦਿੱਤਾ ਕਿ ਤੁਸੀਂ ਮੈਨੂੰ ਤਾਂ ਘੱਟ ਵੱਧ ਬੋਲ ਸਕਦੇ ਹੋ, ਗੁਰੂ ਨਾਨਕ ਨੂੰ ਵੱਧ ਘੱਟ ਨਹੀਂ ਬੋਲ ਸਕਦੇ। ਇਹ ਕਹਾਣੀ ਬੜੀ ਲੰਮੀ ਹੈ। ਸਾਖੀ ਆਪਣੇ ਆਪ ਦੇ ਵਿੱਚ ਇੱਕ ਝੂਠ ਦਾ ਪਲੰਦਾ ਹੈ। ਜੇ ਮੰਨ ਲਿਆ ਜਾਵੇ ਕਿ ਉਸ ਸਾਖੀਕਾਰ ਜਾਂ ਉਸ ਲਿਖਾਰੀ ਨੇ, ਉਸ ਰਾਈਟਰ ਨੇ ਇਹ ਗੱਲ ਕਹੀ ਹੈ ਕਿ ਗੁਰੂ ਸਾਹਿਬ ਨੇ ਉਹਨੂੰ ਸਰਾਪ ਦੇ ਦਿੱਤਾ, ਸਰਾਪ ਦਿੱਤੇ ਹੋਏ ਵਿਅਕਤੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿਵੇਂ ਦਰਜ ਹੋ ਗਈ ਜੀ? ਇਹ ਗੱਲ ਸਪਸ਼ਟ ਕਰੋ, ਕਿਉਂਕਿ ਬੜੇ ਲੋਕਾਂ ਦੇ ਮਨਾਂ 'ਚ ਭੁਲੇਖਾ ਹੈ। ਸਾਡੇ ਜਿਹੜੇ ਰਾਗੀ ਜਾਂ ਪ੍ਰਚਾਰਕ ਸਿੰਘ ਨੇ, ਜਿਹੜੇ ਸੰਪਰਦਾਇਕ, ਜਿਹੜੇ ਡੇਰਿਆਂ ਨਾਲ ਜੁੜੇ ਨੇ,
ਜਿਹੜੇ ਕਿਸੇ ਸੰਸਥਾ ਨਾਲ ਜੁੜੇ ਨੇ, ਜਿਹੜੇ ਕਿਸੇ ਮਨੁੱਖ ਨਾਲ ਜੁੜੇ ਨੇ, ਉਹ ਜਦੋਂ ਵੀ ਵਿਆਖਿਆ ਕਰਦੇ ਇਸ ਤਰੀਕੇ ਨਾਲ ਕਰਨਗੇ ਕਿ ਵਿੱਚੋਂ ਥੋੜਾ ਬਹੁਤ ਜ਼ਿਕਰ ਉਹਨਾਂ ਬੰਦਿਆਂ ਦਾ, ਉਹਨਾਂ ਮਹਾਂਪੁਰਸ਼ਾਂ ਦਾ ਜ਼ਰੂਰ ਆਵੇ। ਇਹਦੇ ਬਾਰੇ ਮੈਂ ਚਾਹਾਂਗਾ ਕਿ ਅੱਜ ਜ਼ਰੂਰ ਗੱਲ ਸਪਸ਼ਟ ਕੀਤੀ ਜਾਵੇ। ਆਪਣਾ ਅੱਜ ਦਾ ਜਿਹੜਾ ਮੇਨ ਵਿਸ਼ਾ ਹੀ ਰਹੇਗਾ। ਇਸ ਤੋਂ ਪਹਿਲਾਂ ਕਿ ਤੁਸੀਂ ਇਹ ਗੱਲ ਸਾਰੀ ਸਪਸ਼ਟ ਕਰੋ, ਮੈਂ ਇੱਕ ਛੋਟਾ ਜਿਹਾ ਵਪਾਰਕ ਸੰਦੇਸ਼ ਲੈਣਾ ਚਾਹੁੰਦਾ ਤਾਂ ਜੋ ਗੱਲ ਨੂੰ ਵਿੱਚ ਰੋਕਿਆ ਨਾ ਜਾ ਸਕੇ। ਵਪਾਰੀ ਵੀਰਾਂ ਦੇ ਸੁਨੇਹਿਆਂ ਤੋਂ ਬਾਅਦ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਇਸ ਝੂਠੀ ਕਹਾਣੀ, ਝੂਠੀ ਸਾਖੀ, ਝੂਠੀ ਕਥਾ ਦਾ ਗੁਰਮਤਿ ਦੇ ਦ੍ਰਿਸ਼ਟੀਕੋਣ ਦੇ ਵਿੱਚ ਕੀ ਜਵਾਬ ਬਣਦਾ ਉਹ ਦੇਣਗੇ। ਕੀ ਵਾਕਈ ਭਾਈ ਸਾਹਿਬ ਜੀ ਸੱਤਾ ਤੇ ਬਲਵੰਡ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਦਰਜ ਹੈ, ਵਾਕਈ ਹੀ ਉਹਨਾਂ ਨੂੰ ਸਰਾਪ ਮਿਲਿਆ ਸੀ? ਜਿਹੜੀ ਸਰਾਪ ਦੀ ਗੱਲ ਆਉਂਦੀ ਹੈ, ਇਹ ਸਾਰੀ ਕਹਾਣੀ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰੋ। ਅਸਲੀਅਤ ਕੀ ਹੈ, ਗੁਰਮਤਿ ਕੀ ਕਹਿੰਦੀ ਹੈ? ਹਾਂਜੀ, ਦੇਖੋ, ਇਸ ਤੋਂ ਪਹਿਲਾਂ ਕਿ ਭਾਈ ਬਲਵੰਡ ਰਾਏ ਅਤੇ ਭਾਈ ਸਤੇ ਡੂਮ ਜੀ ਬਾਰੇ ਔਰ ਇਹਨਾਂ ਵੱਲੋਂ ਉਚਾਰਨ ਕੀਤੀ ਹੋਈ ਵਾਰ ਸੰਬੰਧੀ ਮੈਂ ਚੰਦ ਸ਼ਬਦ ਗੁਰਬਾਣੀ ਔਰ ਗੁਰ ਇਤਿਹਾਸ ਦੀ ਰੋਸ਼ਨੀ ਵਿੱਚ, ਇਸ ਦੇ ਪ੍ਰਕਾਸ਼ ਵਿੱਚ ਮੈਂ ਸਾਂਝੇ ਕਰਾਂ। ਮੈਂ ਕੁਝ ਕੁ ਗੱਲਾਂ ਸ਼ੁਰੂ ਵਿੱਚ ਹੀ, ਪ੍ਰਾਰੰਭ ਵਿੱਚ ਹੀ ਸਪਸ਼ਟ ਕਰ ਦੇਵਾਂ ਤਾਂ ਕਿ ਮੇਰੇ ਵੀਰ ਭੈਣ ਜੋ ਪ੍ਰੋਗਰਾਮ ਸੁਣ ਰਹੇ ਹਨ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਅਸੀਂ ਇਸ ਵੇਲੇ ਕੇਵਲ ਭਾਈ ਬਲਵੰਡ ਜੀ ਅਤੇ ਭਾਈ ਸਤੇ ਜੀ ਨਾਲ ਜੋ ਕਹਾਣੀ ਪ੍ਰਚਲਿਤ ਹੈ, ਜੋ ਸਾਖੀ ਜੋੜੀ ਗਈ ਹੈ, ਸੰਬੰਧਿਤ ਕੀਤੀ ਗਈ ਹੈ, ਔਰ ਇਸ ਦੇ ਨਾਲ ਇਸ ਵਾਰ ਦੇ ਸੰਬੰਧ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਦਰਜ ਹੈ, ਇਸ ਦਾ ਉਚਾਰਨ ਦਾ ਜੋ ਕਾਰਨ ਦੱਸਿਆ ਗਿਆ ਹੈ, ਅਸੀਂ ਇਸ ਤੱਕ ਹੀ ਆਪਣੀ ਗੱਲਬਾਤ ਨੂੰ ਸੀਮਿਤ ਰੱਖ ਰਹੇ ਹਾਂ, ਕਿਉਂਕਿ ਇਸ ਵਿਸ਼ੇ ਨਾਲ ਹੋਰ ਬਹੁਤ ਸਾਰੇ ਸੰਬੰਧਿਤ ਜਿਹੜੇ ਗੱਲਾਂ ਹਨ, ਪਹਿਲੂ ਹਨ, ਪੱਖ ਹਨ, ਉਹ ਵੀ ਵਿਚਾਰਨੇ ਜ਼ਰੂਰੀ ਹਨ। ਪਰ ਅਸੀਂ ਇਸ ਵੇਲੇ ਕੇਵਲ ਇਸ ਪੱਖ ਨੂੰ ਹੀ ਮੁੱਖ ਰੂਪ ਵਿੱਚ ਵਿਚਾਰ ਰਹੇ ਹਾਂ। ਭਾਈ ਸਤਾ ਅਤੇ ਭਾਈ ਬਲਵੰਡ ਜੀ ਕਦੋਂ ਹੋਏ, ਕਦੋਂ ਇਹਨਾਂ ਨੇ ਅਕਾਲ ਚਲਾਣਾ ਕੀਤਾ, ਜਾਂ ਇਹ ਕਿੱਥੋਂ ਦੇ ਰਹਿਣ ਵਾਲੇ ਸਨ, ਅਸੀਂ ਇਹਨਾਂ ਪੱਖਾਂ ਨੂੰ ਇਸ ਸਮੇਂ ਨਹੀਂ ਵਿਚਾਰ ਰਹੇ ਔਰ ਨਾ ਹੀ ਇਸ ਗੱਲ ਦੀ ਚਰਚਾ ਕਰਨ ਲੱਗੇ ਹਾਂ ਕਿ ਇਹਨਾਂ ਦੋਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ। ਅਸੀਂ ਕੇਵਲ ਇਸ ਪ੍ਰਚਲਿਤ ਕਹਾਣੀ ਵਿੱਚੋਂ ਕੇਵਲ ਦੋ ਕੁ ਪੱਖਾਂ ਨੂੰ ਹੀ ਮੁੱਖ ਰੂਪ ਵਿੱਚ ਇਸ ਸਮੇਂ ਵਿਚਾਰ ਰਹੇ ਹਾਂ। ਇਹਨਾਂ ਦਾ ਅਸੀਂ ਵਿਸਥਾਰ ਸਹਿਤ ਹਰ ਇੱਕ ਪਹਿਲੂ ਤੋਂ ਵਰਣਨ ਕਰਨ ਲੱਗੇ ਹਾਂ। ਇਸ ਲਈ ਜਿਹੜੇ ਵੀ ਵੀਰ ਭੈਣ ਇਹ ਪ੍ਰੋਗਰਾਮ ਸਰਵਨ ਕਰ ਰਹੇ ਹਨ, ਸੁਣ ਰਹੇ ਹਨ, ਉਹ ਜ਼ਰੂਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਤਾਂ ਕਿ ਉਹ ਕਨਫਿਊਜ਼ ਨਾ ਹੋਣ ਔਰ ਨਾ ਹੀ ਜੇਕਰ ਉਹਨਾਂ ਨੂੰ ਕਾਲ ਕਰਨ ਦਾ ਮੌਕਾ ਮਿਲੇ ਤਾਂ ਨਾ ਹੀ ਉਹ ਦੂਸਰੇ ਪਹਿਲੂਆਂ ਨੂੰ ਇਸ ਸਮੇਂ ਸੁਣਨ ਦੀ ਖੇਚਲ ਕਰਨ, ਕਿਉਂਕਿ ਅਸੀਂ ਮੁੱਖ ਰੂਪ ਵਿੱਚ ਇਹਨਾਂ ਪਹਿਲੂਆਂ ਉੱਤੇ ਹੀ ਵਿਚਾਰ ਕਰ ਰਹੇ ਹਾਂ। ਔਰ ਇਸ ਦੇ ਨਾਲ ਨਾਲ ਸਾਨੂੰ ਇੱਕ ਹੋਰ ਪੱਖ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਜਿਹੜਾ ਇਤਿਹਾਸ ਹੈ, ਦੇਖੋ, ਗੁਰਬਾਣੀ ਦਾ ਜੋ ਮਹਾਨ ਸੱਚ ਹੈ, ਜੋ ਗੁਰਬਾਣੀ ਦੀ ਜੀਵਨ ਜੁਗਤ ਹੈ, ਉਸ ਦਾ ਆਪਣਾ ਇੱਕ ਨਵੇਕਲਾ ਉੱਤਮ ਸਥਾਨ ਹੈ। ਪਰੰਤੂ ਜਿਹੜਾ ਇਤਿਹਾਸ ਹੈ, ਇਤਿਹਾਸ ਨੂੰ ਅਸੀਂ ਗੁਰਬਾਣੀ ਦੇ ਤੁਲ ਨਹੀਂ ਰੱਖ ਸਕਦੇ। ਗੁਰਬਾਣੀ ਦਾ ਜਿਹੜਾ ਮਹਾਨ ਸੱਚ ਹੈ, ਉਸ ਨੂੰ ਨਾ ਕੋਈ ਚੈਲੰਜ ਕਰ ਸਕਿਆ ਹੈ ਔਰ ਨਾ ਹੀ ਕੀਤਾ ਜਾ ਸਕਦਾ ਹੈ। ਉਹ ਤ੍ਰਿਕਾਲ ਸੱਚ ਹੈ, ਸੱਚ ਸੀ ਹੈ ਔਰ ਸੱਚ ਹੀ ਰਹੇਗਾ। ਪਰੰਤੂ ਇਸ ਸੱਚ ਦੇ ਸੰਬੰਧ ਵਿੱਚ ਜੋ ਕੁਝ ਲਿਖਿਆ ਗਿਆ ਹੈ, ਜੋ ਕੁਝ ਪ੍ਰਚਾਰਿਆ ਗਿਆ ਹੈ, ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਪੱਖ ਵੱਲ ਹੀ ਇਸ਼ਾਰਾ ਕਰ ਰਹੇ ਹੁੰਦੇ ਹਾਂ। ਇਹ ਠੀਕ ਹੈ ਕਿ ਜਦੋਂ ਕਿਸੇ ਨੇ ਵੀ ਕਿਸੇ ਇਤਿਹਾਸਕ ਘਟਨਾ ਦੇ ਸੰਬੰਧ ਵਿੱਚ ਕੁਝ ਲਿਖਿਆ ਹੈ ਜਾਂ ਆਖਿਆ ਹੈ ਤਾਂ ਹਰੇਕ ਲਿਖਣ ਵਾਲੇ ਨੇ ਜਾਂ ਉਸ ਸੰਬੰਧ ਵਿੱਚ ਚਰਚਾ ਕਰਨ ਵਾਲੇ ਨੇ ਆਪੋ ਆਪਣੇ ਢੰਗ ਨਾਲ ਉਸ ਘਟਨਾ ਦਾ ਬਿਆਨ ਕੀਤਾ ਹੈ, ਵਰਣਨ ਕੀਤਾ ਹੈ। ਔਰ ਇਸੇ ਲਈ ਕਈ ਵਾਰ ਅਸੀਂ ਵੇਖਦੇ ਹਾਂ ਕਿ ਇੱਕੋ ਹੀ ਘਟਨਾ ਨੂੰ ਜਦੋਂ ਵੱਖੋ ਵੱਖਰੇ ਲੇਖਕਾਂ ਨੇ ਜਾਂ ਵਕਤਿਆਂ ਨੇ ਉਸ ਦਾ ਵਰਣਨ ਕੀਤਾ ਹੈ ਤਾਂ ਉਸ ਵਿੱਚ ਸਾਨੂੰ ਕਈ ਤਰ੍ਹਾਂ ਦਾ ਫਰਕ ਨਜ਼ਰ ਆਉਂਦਾ ਹੈ। ਤੋ ਇਸ ਸੰਬੰਧ ਵਿੱਚ ਮੈਂ ਕੇਵਲ ਇੰਨੀ ਕੁ ਹੀ ਬੇਨਤੀ ਕਰਾਂ
कि कोई भी जिहड़ा लेखक है, इतिहासकार है, ਅਸੀਂ ਗਲਪ ਲਿਖਣ ਵਾਲੇ ਦੀ ਗੱਲ ਨਹੀਂ ਕਰ ਰਹੇ ਜਾਂ ਛੋਟੀ ਕਹਾਣੀ ਲਿਖਣ ਵਾਲੇ ਜਾਂ ਨਾਵਲਕਾਰ ਦੀ ਗੱਲ ਨਹੀਂ ਕਰ ਰਹੇ। ਜਿਹੜੇ ਇਤਿਹਾਸਕਾਰ ਹਨ, ਈਵਨ ਉਹ ਵੀ ਜਦੋਂ ਕਿਸੇ ਇਤਿਹਾਸਕ ਘਟਨਾ ਨੂੰ ਲਿਖਦੇ ਹਨ ਤਾਂ ਉਸ ਸਮੇਂ ਉਹ ਕੇਵਲ ਉਸ ਦਾ ਜਿਹੜਾ ਇੱਕ ਪਹਿਲੂ ਹੈ ਕਿ ਇਹ ਘਟਨਾ ਕਦੋਂ ਵਾਪਰੀ ਔਰ ਕਿਸ ਵਿਅਕਤੀ ਨਾਲ ਵਾਪਰੀ, ਉਸ ਦੇ ਜਿਹੜੇ ਪਾਤਰ ਹਨ ਉਹ ਤਾਂ ਜ਼ਰੂਰ ਇਤਿਹਾਸਕ ਹੁੰਦੇ ਹਨ, ਪਰੰਤੂ ਉਹਨਾਂ ਪਾਤਰਾਂ ਦੇ ਮੂੰਹ ਜੋ ਕੁਝ ਉਹ ਕਢਵਾਉਂਦਾ ਹੈ ਉਸ ਵਿੱਚ ਉਸ ਦੀ ਆਪਣੀ ਕਲਪਨਾ ਦੀ ਵੀ ਸ਼ਮੂਲਤ ਹੁੰਦੀ ਹੈ। ਉਹਨਾਂ ਦੇ ਮੂੰਹੋਂ ਆਪਣੀ ਕਾਲਪਨਿਕ ਉਡਾਰੀ ਮਾਰ ਕੇ ਉਹਨਾਂ ਰਾਹੀਂ ਉਹਨਾਂ ਦੇ ਮੁਖੋਂ ਕਈ ਤਰ੍ਹਾਂ ਦੇ ਜੋ ਬੋਲ ਹਨ ਉਹ ਕਢਵਾਉਂਦਾ ਹੈ, ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਇਸ ਲਈ ਸਾਨੂੰ ਜਦੋਂ ਕਿਸੇ ਵੀ ਇਤਿਹਾਸਕ ਘਟਨਾ ਦੇ ਸੰਬੰਧ ਵਿੱਚ ਅਸੀਂ ਪੜ੍ਹਦੇ ਜਾਂ ਸੁਣਦੇ ਹਾਂ ਜਾਂ ਕਿਸੇ ਸਟੇਜ ਤੋਂ ਅਸੀਂ ਕਿਸੇ ਪ੍ਰਚਾਰਕ ਦੇ ਮੂੰਹੋਂ ਕਿਸੇ ਇਤਿਹਾਸਕ ਗੱਲ ਨੂੰ ਸੁਣਦੇ ਹਾਂ ਤਾਂ ਸਾਨੂੰ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖ ਲੈਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਪੱਖ ਤੋਂ ਸੁਚੇਤ ਹੋਈਏ। ਇਹ ਮੈਂ ਤਾਂ ਸ਼ੁਰੂ ਵਿੱਚ ਹੀ ਇਹ ਗੱਲਾਂ ਸਪਸ਼ਟ ਕਰ ਰਿਹਾ ਹਾਂ ਤਾਂ ਕਿ ਅਸੀਂ ਜਿਸ ਵਿਸ਼ੇ ਨੂੰ ਛੋਹਿਆ ਹੈ, ਜਿਸ ਵਿਸ਼ੇ ਨੂੰ ਅਸੀਂ ਆਪ ਜੀ ਨਾਲ ਸਾਂਝੀਆਂ ਕਰਨ ਲੱਗੇ ਹਾਂ, ਉਸ ਸੰਬੰਧੀ ਚੂੰਕਿ ਵੱਖੋ ਵੱਖਰੇ ਲੇਖਕਾਂ ਨੇ, ਇਤਿਹਾਸਕਾਰਾਂ ਨੇ ਆਪੋ ਆਪਣੇ ਢੰਗ ਨਾਲ ਇਸ ਘਟਨਾ ਨੂੰ ਬਿਆਨ ਕੀਤਾ ਹੈ। ਇਸ ਲਈ ਕੋਈ ਮੇਰਾ ਵੀਰ ਭੈਣ ਇਹ ਨਾ ਆਖੇ ਜੀ ਫਲਾਣੇ ਨੇ ਤਾਂ ਇੰਜ ਲਿਖਿਆ ਹੈ, ਉਹ ਫਲਾਣੇ ਨੇ ਤਾਂ ਇੰਜ ਆਖਿਆ ਹੈ। ਔਰ ਇਹ ਇੱਕ ਅਜਿਹੀ ਘਟਨਾ ਹੈ, ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਕਿ ਫਲਾਣੀਆਂ ਸੰਪਰਦਾਵਾਂ ਨੇ ਜਾਂ ਸੰਪਰਦਾਈ ਲੋਕਾਂ ਨੇ ਕਿਸੇ ਘਟਨਾ ਨੂੰ ਵਿਗਾੜ ਕੇ ਪੇਸ਼ ਕੀਤਾ ਹੈ, ਪਰ ਭਾਈ ਸਤੇ ਔਰ ਬਲਵੰਡ ਬਾਰੇ ਸਾਰੀਆਂ ਹੀ ਧਿਰਾਂ ਜਿਹੜੀਆਂ ਹਨ ਉਹ ਇੱਕੋ ਕਤਾਰ ਵਿੱਚ ਖੜੀਆਂ ਹਨ, ਚਾਹੇ ਉਹ ਸੰਪਰਦਾਈ ਹਨ, ਚਾਹੇ ਉਹ ਮਿਸ਼ਨਰੀ ਹਨ, ਚਾਹੇ ਉਹ ਹੋਰ ਆਪਣੇ ਆਪ ਨੂੰ ਜਾਗਰੂਕ ਧਿਰਾਂ ਅਖਬਾਰੀਆਂ ਹਨ। ਸਾਰਿਆਂ ਨੇ ਹੀ ਭਾਈ ਸਤੇ ਔਰ ਬਲਵੰਡ ਦੇ ਸੰਬੰਧ ਵਿੱਚ ਜੋ ਪ੍ਰਚਲਿਤ ਧਾਰਨਾ ਹੈ ਉਸ ਨੂੰ ਹੀ ਮੁੱਖ ਰੱਖ ਕੇ ਮੱਖੀ ਉਤੇ ਮੱਖੀ ਮਾਰਨ ਦੇ ਆਖਣ ਵਾਂਗ ਉਹਨਾਂ ਨੇ ਉਸੇ ਗੱਲ ਨੂੰ ਹੀ ਆਪੋ ਆਪਣੇ ਢੰਗ ਨਾਲ ਦਰਸਾਇਆ ਹੈ। ਪਰ ਇਹਦੇ ਵਿੱਚ ਭਾਈ ਸਾਹਿਬ ਜੀਓ ਇਹ ਗੱਲ ਉਹਨਾਂ ਵਿਦਵਾਨਾਂ ਦੀ, ਉਹਨਾਂ ਦੇ ਲਿਖਾਰੀਆਂ ਦੀ ਪੜ੍ਹਨ ਦੇ ਵਿੱਚ ਮਿਲਦੀ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਸਰਾਪ ਦੇ ਦਿੱਤਾ, ਉਹਨਾਂ ਨੂੰ ਕੋਹੜ ਹੋ ਗਿਆ ਤੇ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਜਿਉਂ-ਜਿਉਂ ਤੁਸੀਂ ਗੁਰੂ ਦੀ ਉਸਤਤ ਕਰੋਗੇ ਤੁਹਾਡਾ ਕੋਹੜ ਹਟਦਾ ਜਾਏਗਾ। ਇਹਦੇ 'ਚ ਕਿੰਨੀ ਲੱਗਦਾ ਹੈ ਕਿ ਗੁਰੂ ਸਾਹਿਬ ਆਪਣੀ ਉਸਤਤ ਕਰਾਉਣ ਲਈ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਮੇਰੀ ਉਸਤਤ ਕਰੋ, ਤੁਹਾਡਾ ਕੋਹੜ ਹਟੇਗਾ। ਇਹਦੇ 'ਚ ਕਿੰਨੀ ਸੱਚਾਈ ਹੈ? ਗੁਰਮਤਿ ਦੇ ਬਾਰੇ ਕੀ ਕਹਿੰਦੀ ਹੈ ਜੀ? ਹਾਂਜੀ, ਮੈਂ ਉਸੇ ਪੱਖ ਨੂੰ ਹੀ ਸਾਂਝਾ ਕਰਨਾ ਚਾਹੁੰਦਾ ਹਾਂ, ਪਰ ਇਸ ਤੋਂ ਪਹਿਲਾਂ ਕਿਉਂਕਿ ਕੁਝ ਗੱਲਾਂ ਜ਼ਰੂਰੀਆਂ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ, ਮੈਂ ਸੰਖੇਪ ਵਿੱਚ ਪਹਿਲਾਂ ਇੰਨਾ ਹੀ ਆਖਾਂ ਕਿ ਇਹ ਸਾਖੀ ਜਿਹੜੀ ਹੈ ਬਿਲਕੁਲ ਮਨ ਘੜਤ ਹੈ ਔਰ ਇਹਨਾਂ ਸਾਖੀਆਂ ਰਾਹੀਂ ਅਸੀਂ ਗੁਰੂ ਸਾਹਿਬ ਦੀ ਅਜ਼ਮਤ ਨੂੰ ਵਧਾਇਆ ਨਹੀਂ ਬਲਕਿ ਅਸੀਂ ਬਹੁਤ ਘਟਾ ਕੇ ਪੇਸ਼ ਕੀਤਾ ਹੈ ਔਰ ਗੁਰੂ ਸਾਹਿਬ ਦੀ ਅਜ਼ਮਤ ਨੂੰ ਅਸੀਂ ਅਜਿਹੀ ਸਾਖੀ ਰਾਹੀਂ ਉਹਨਾਂ ਦੀ ਮਹਾਨ ਅਜ਼ਮਤ ਨੂੰ ਜਿਸ ਤਰ੍ਹਾਂ ਨਾਲ ਇੱਕ ਭੱਦੇ ਰੂਪ ਵਿੱਚ ਪੇਸ਼ ਕੀਤਾ ਹੈ, ਕੋਝੇ ਰੂਪ ਵਿੱਚ ਪੇਸ਼ ਕੀਤਾ ਹੈ, ਇਸ ਦੀ ਅਸੀਂ ਜਿੰਨੀ ਵੀ ਨਖੇਦੀ ਕਰੀਏ ਉਨੀ ਹੀ ਥੋੜੀ ਹੈ। ਤੋਂ ਮੈਂ ਕਿਉਂਕਿ ਵਿਸਤਾਰ ਸਹਿਤ ਇਸ ਗੱਲ ਦੀ ਚਰਚਾ ਕਰਨਾ ਚਾਹੁੰਦਾ ਹਾਂ ਤਾਂ ਕਿ ਘੱਟੋ ਘੱਟ ਇਸ ਪਹਿਲੂ ਬਾਰੇ ਕਿਸੇ ਦੇ ਮਨ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਨਾ ਰਹੇ। ਇਸ ਲਈ ਥੋੜਾ ਜਿਹਾ ਮੈਂ ਹੋਰ ਇਸ ਦਾ ਵਿਸਤਾਰ ਕਰਨਾ ਚਾਹੁੰਦਾ ਹਾਂ ਔਰ ਇਸ ਵਿਸਤਾਰ ਵਿੱਚ ਮੈਂ ਸ਼ੁਰੂ ਇਸ ਤੋਂ ਕਰ ਰਿਹਾ ਹਾਂ, ਇਸ ਗੱਲ ਤੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਹੈ। ਇਸ ਤੋਂ ਇਲਾਵਾ ਭਗਤਾਂ ਦੀ ਬਾਣੀ ਹੈ, ਭੱਟਾਂ ਦੇ ਸਵਈਏ ਹਨ, ਸੁੰਦਰ ਜੀ ਦੀ ਸਦ ਹੈ ਔਰ ਭਾਈ ਬਲਵੰਡ ਰਾਏ ਔਰ ਸਤੇ ਡੂਮ ਜੀ ਦੀ ਇਹ ਵਾਰ ਹੈ। ਇਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹਿੱਸਾ ਹਨ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿੰਨੇ ਵੀ ਰਚਨਾਹਾਰ ਹਨ, ਜਿਨ੍ਹਾਂ ਦੀ ਬਾਣੀ ਹੈ, ਉਹਨਾਂ ਵਿੱਚੋਂ ਜੇਕਰ ਕਿਸੇ ਨਾਲ ਭਾਰੀ ਅਨਿਆਂ ਕੀਤਾ ਗਿਆ ਉਹ ਕੇਵਲ ਭਾਈ ਬਲਵੰਡ ਰਾਏ ਔਰ ਭਾਈ ਸੱਤਾ ਜੀ ਹਨ। ਇਹਨਾਂ ਕਿਸੇ ਨਾਲ ਵੀ ਹੋਰ ਅਨਿਆਂ ਨਹੀਂ ਕੀਤਾ ਗਿਆ ਔਰ ਇਹ ਜਿਹੜਾ ਅਨਿਆਂ ਹੈ
ਇਹ ਬਿਗਾਨਿਆਂ ਨੇ ਨਹੀਂ, ਬਲਕਿ ਇਹ ਜਿਹੜੇ ਆਪਣੇ ਸਨ, ਸੋ ਕੱਲ ਆਪਣੇ, ਉਹਨਾਂ ਨੇ ਕੀਤਾ। ਔਰ ਅੱਜ ਤੀਕ ਇਹ ਜਿਹੜਾ ਇਹਨਾਂ ਨਾਲ ਅਨਿਆਂ ਹੈ ਉਹ ਹੋ ਰਿਹਾ ਹੈ, ਔਰ ਇਸ ਵਿੱਚ ਸਾਰੇ ਹੀ ਸ਼ਾਮਲ ਹਨ। ਕੇਵਲ 19-21 ਦਾ ਫਰਕ ਹੈ। ਔਰ ਇਹਨਾਂ ਨਾਲ ਅਨਿਆਂ ਕੇਵਲ ਇਸ ਲਈ ਹੋਇਆ ਕਿਉਂਕਿ ਇਹ ਜਾਤ ਦੇ ਮਿਰਾਸੀ ਸਨ, ਹੋਰ ਕੋਈ ਕਾਰਨ ਨਹੀਂ। ਕਾਰਨ ਕੇਵਲ ਇੱਕੋ ਹੀ ਹੈ ਕਿ ਕਿਉਂਕਿ ਭਾਵੇਂ ਗੁਰੂ ਸਾਹਿਬਾਨ ਨੇ ਜਾਤ ਪਾਤ ਦੀਆਂ ਜੜ੍ਹਾਂ ਨੂੰ ਉਖੇੜ ਸੁੱਟਿਆ ਸੀ। ਖਾਲਸਾ ਪੰਥ ਨਾਲ ਸੰਬੰਧਿਤ ਹਰ ਇੱਕ ਜਿਹੜਾ ਪੱਖ ਹੈ, ਚਾਹੇ ਉਹ ਸੰਗਤ ਔਰ ਪੰਗਤ ਦਾ ਸੰਕਲਪ ਹੈ, ਸਰੋਵਰਾਂ ਦਾ ਸੰਕਲਪ ਹੈ, ਖੰਡੇ ਦੀ ਪਹੁਲ ਦਾ ਹੈ, ਹਰ ਇੱਕ ਜਿਹੜਾ ਸੰਕਲਪ ਹੈ, ਕਨਸੈਪਟ ਹੈ, ਉਹ ਹਰ ਇੱਕ ਲਈ ਹੈ, ਮਨੁੱਖ ਮਾਤਰ ਲਈ ਹੈ। ਉਸ ਵਿੱਚ ਕਿਸੇ ਤਰ੍ਹਾਂ ਦੇ ਵਿਤਕਰੇ ਦੀ ਕੋਈ ਸੰਭਾਵਨਾ ਨਹੀਂ। ਇਹ ਗੱਲ ਜਿਹੜੀ ਹੈ ਗੁਰਮਤਿ ਦੇ ਥੋੜੇ ਜਿਹੇ ਵੀ ਸਿਧਾਂਤਾਂ ਨੂੰ ਜਾਣਨ ਵਾਲਾ ਇਸ ਤੱਤ ਤੋਂ ਭਲੀ ਪ੍ਰਕਾਰ ਜਾਣੂ ਹੈ। ਪਰ ਅਸੀਂ ਵੇਖਦੇ ਹਾਂ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਐਸੇ ਲੋਕਾਂ ਨੂੰ ਇਹ ਗੱਲ ਹਜ਼ਮ ਨਾ ਹੋਈ, ਉਹ ਬਰਦਾਸ਼ਤ ਨਾ ਕਰ ਸਕੇ ਕਿ ਇੱਕ ਸਧਾਰਨ ਮਿਰਾਸੀ ਜਿਹੜੇ ਹਨ ਉਹ ਵੀ ਗੁਰੂ ਸਾਹਿਬਾਨ ਦੇ ਬਰਾਬਰ ਬੈਠੇ ਹੋਣ। ਅਸੀਂ ਉਹਨਾਂ ਨੂੰ ਵੀ ਮੱਥਾ ਟੇਕੀਏ, ਉਹਨਾਂ ਨੂੰ ਵੀ ਅਸੀਂ ਨਮਸਕਾਰ ਕਰੀਏ, ਉਹਨਾਂ ਦੀ ਰਚਨਾ ਨੂੰ ਵੀ ਅਸੀਂ ਬਾਣੀ ਕਹਿ ਕੇ ਉਸ ਅੱਗੇ ਸ਼ਰਧਾ ਨਾਲ ਆਪਣਾ ਸਿਰ ਝੁਕਾਈਏ, ਸੀਸ ਝੁਕਾਈਏ। ਅਸੀਂ ਜਿਸ ਤਰ੍ਹਾਂ ਗੁਰੂ ਸਾਹਿਬਾਨ ਦੀ ਬਾਣੀ ਜਿਸ ਪਿਆਰ ਨਾਲ ਸ਼ਰਧਾ ਨਾਲ ਅਸੀਂ ਗਾਉਂਦੇ ਹਾਂ, ਪੜ੍ਹਦੇ ਹਾਂ, ਔਰ ਇਹਨਾਂ ਮਰਾਸੀਆਂ ਦੀ ਬਾਣੀ ਵੀ ਅਸੀਂ ਉਸੇ ਤਰ੍ਹਾਂ ਪੜ੍ਹੀਏ। ਇਹ ਗੱਲ ਐਸੇ ਵਰਗ ਨੂੰ ਬਰਦਾਸ਼ਤ ਨਾ ਹੋਈ, ਔਰ ਉਹਨਾਂ ਨੇ ਇਸ ਲਈ ਉਹ ਬਾਣੀ ਨੂੰ ਤਾਂ ਬਾਹਰ ਨਹੀਂ ਸਨ ਕੱਢ ਸਕਦੇ, ਕਿਉਂਕਿ ਗੁਰੂ ਸਾਹਿਬਾਨ ਨੇ ਖੁਦ ਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸ਼ਾਮਲ ਕੀਤਾ ਹੈ। ਇਸ ਲਈ ਸਿੱਖਾਂ ਦੀ ਇੰਨੀ ਹਿੰਮਤ ਨਾ ਪਈ ਉਹਨਾਂ ਸਿੱਖਾਂ ਦੀ ਕਿ ਜਿਨ੍ਹਾਂ ਤੋਂ ਇਹ ਬਰਦਾਸ਼ਤ ਨਾ ਹੋਇਆ। ਇਸ ਲਈ ਉਹਨਾਂ ਨੇ ਬੜੀ ਚਲਾਕੀ ਨਾਲ ਇਹ ਗੱਲ ਤੁਮਾ ਦਿੱਤੀ, ਪ੍ਰਚਾਰ ਦਿੱਤੀ ਕਿ ਇਹ ਠੀਕ ਹੈ ਕਿ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸ਼ਾਮਲ ਹੈ, ਪਰ ਇਹ ਬਾਣੀ ਜਿਹੜੀ ਹੈ ਇਹ ਬਾਣੀ ਦਾ ਦਰਜਾ ਨਹੀਂ ਰੱਖਦੀ। ਇਹਨਾਂ ਦੀ ਜਿਹੜੀ ਰਚਨਾ ਹੈ ਇਹ ਤਾਂ ਮਹਿਜ਼ ਇੱਕ ਮੁਆਫੀਨਾਮਾ ਹੈ। ਇਹ ਤਾਂ ਇਹਨਾਂ ਨੇ ਆਪਣੀ ਭੁੱਲ, ਆਪਣਾ ਗੁਨਾਹ ਮੁਆਫ ਕਰਾਉਣ ਲਈ ਇਹ ਤਾਂ ਗੁਰੂ ਸਾਹਿਬ ਦੇ ਕਹਿਣ ਤੇ ਇਹਨਾਂ ਨੇ ਇਹ ਵਾਰ ਉਚਾਰੀ ਹੈ। ਇਸ ਲਈ ਇਹ ਮਹਿਜ਼ ਇੱਕ ਮਾਫੀਨਾਮਾ ਹੈ। ਔਰ ਮੈਂ ਸੰਗਤਾਂ ਦੀ ਜਾਣਕਾਰੀ ਲਈ ਇਹ ਵੀ ਬੇਨਤੀ ਕਰ ਦੇਵਾਂ ਕਿ ਇਸ ਧਾਰਨਾ ਕਾਰਨ ਹੀ ਸਿੱਖਾਂ ਵਿੱਚ ਇੱਕ ਵਰਗ ਪੈਦਾ ਹੋਇਆ ਸੀ ਜਿਨ੍ਹਾਂ ਨੇ ਫਿਰ ਇਹ ਗੱਲ ਪ੍ਰਚਾਰੀ ਲਿਖਤੀ ਰੂਪ ਵਿੱਚ ਵੀ ਔਰ ਸਟੇਜਾਂ ਤੇ ਵੀ ਕਿ ਇਹ ਦੇਖੋ ਇਹ ਇੱਕ ਮਹਿਜ਼ ਇੱਕ ਮਾਫੀਨਾਮਾ ਹੈ, ਇਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਇਹ ਤਾਂ ਮਾਫੀਨਾਮਾ ਹੈ। ਮਾਫੀਨਾਮਾ ਜਿਹੜਾ ਹੈ ਉਹ ਤੁਰਕੀ ਬਾਣੀ ਦੀ ਬਰਾਬਰੀ ਕਿਵੇਂ ਕਰ ਸਕਦਾ ਹੈ? ਔਰ ਬਕਾਇਦਾ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਵੀ ਇਸ ਗੱਲ ਦਾ ਜਿਹੜਾ ਹੈ ਉਹ ਪ੍ਰਚਾਰ ਕੀਤਾ। ਤੋ ਅਸੀਂ ਵੇਖਦੇ ਹਾਂ, ਮੈਂ ਇਸ ਤੋਂ ਪਹਿਲਾਂ ਕਿ ਇਹਨਾਂ ਬਾਰੇ ਹੋਰ ਗੱਲ ਕਰਾਂ, ਇਸ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਮੈਂ ਭਗਤ ਰਵਿਦਾਸ ਜੀ ਔਰ ਕਬੀਰ ਸਾਹਿਬ ਬਾਰੇ ਜੋ ਪ੍ਰਚਲਿਤ ਹੈ ਉਹ ਥੋੜਾ ਜਿਹਾ ਸੰਖੇਪ ਜ਼ਰੂਰ ਸਾਂਝਾ ਕਰ ਦੇਵਾਂ, ਤਾਂ ਕਿ ਅਸੀਂ ਆਮ ਜਿਹੜਾ ਸਿੱਖ ਹੈ, ਕਿਉਂਕਿ ਅਸੀਂ ਕਈ ਵਾਰਾਂ ਜਦੋਂ ਇਸ ਸੰਬੰਧ ਵੀ ਕੋਈ ਗੱਲ ਕਰਦੇ ਹਾਂ ਤਾਂ ਮੇਰੇ ਭੋਲੇ ਭਾਲੇ ਜਿਹੜੇ ਵੀਰ ਭੈਣ ਹਨ ਉਹ ਅਕਸਰ ਇਹ ਆਖਦੇ ਹਨ ਕਿ ਵੇਖੋ ਜੀ ਅੱਜ ਦੇ ਜਿਹੜੇ ਵਿਦਵਾਨ ਹਨ ਇਹ ਅੱਖਾਂ ਮੀਚ ਕੇ ਪੁਰਾਣੀਆਂ ਗੱਲਾਂ ਨੂੰ ਰੱਦ ਕਰੀ ਜਾ ਰਹੇ ਹਨ, ਨਵੀਆਂ ਗੱਲਾਂ ਕੱਢ ਰਹੇ ਹਨ। ਤੋ ਅਕਸਰ ਐਸਾ ਆਖਿਆ ਜਾਂਦਾ ਹੈ। ਤੋ ਇਸ ਲਈ ਮੈਂ ਐਸੇ ਵੀਰਾਂ ਭੈਣਾਂ ਦੇ ਉਹ ਇਹ ਗੱਲ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਸਕਣ, ਤੋ ਮੈਂ ਥੋੜਾ ਜਿਹਾ ਜ਼ਰੂਰ ਇਸ ਪੱਖ ਨੂੰ ਥੋੜਾ ਜਿਹਾ ਵਿਸਥਾਰ ਨਾਲ ਸਾਂਝਿਆ ਕਰਨਾ ਚਾਹੁੰਦਾ ਹਾਂ, ਔਰ ਇਹ ਵੀ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਕੁਝ ਮੈਂ ਸਾਂਝਿਆ ਕਰ ਰਿਹਾ ਹਾਂ, ਇਹ ਜੋ ਕੁਝ ਜਿਹੜੀਆਂ ਲਿਖਤਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਮੇਰੀਆਂ ਆਪਣੀਆਂ ਲਿਖਤਾਂ ਨਹੀਂ, ਇਹ ਬਕਾਇਦਾ ਜੋ ਕੁਝ ਸਾਡੀਆਂ ਪੁਸਤਕਾਂ ਵਿੱਚ ਲਿਖਿਆ ਹੈ ਉਹਨਾਂ ਪੁਸਤਕਾਂ ਦਾ, ਕਿਉਂਕਿ ਸਾਡੇ ਪਾਸ ਸਮਾਂ ਤਾਂ ਬੜਾ ਸੀਮਤ ਹੈ, ਇਸ ਲਈ ਅਸੀਂ ਸਾਰੇ ਵਿਦਵਾਨਾਂ ਦੀਆਂ ਜੋ ਲਿਖਤਾਂ ਹਨ ਉਹਨਾਂ ਨੂੰ ਸਾਂਝੀਆਂ ਤਾਂ ਨਹੀਂ ਕਰ ਸਕਾਂਗੇ। ਪਰ ਹਾਂ ਮੈਂ ਉਹਨਾਂ ਵੀਰਾਂ ਭੈਣਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜੇ ਹੋਰ ਇਸ ਪੱਖ ਨੂੰ ਜਾਣਨਾ ਚਾਹੁੰਦੇ ਹਨ ਕਿ ਸਮੇਂ-ਸਮੇਂ ਸਾਡੇ ਵਿਦਵਾਨਾਂ ਨੇ, ਜਿਵੇਂ ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦੀ, ਔਰ ਮੈਂ ਇਹ ਵੀ ਬੇਨਤੀ ਕਰ ਦੇਵਾਂ ਕਿ ਸਭ ਤੋਂ ਪਹਿਲਾਂ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਨੇ ਇਸ ਘਟਨਾ ਦਾ ਵਰਣਨ ਕੀਤਾ ਸੀ, ਔਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਕਲਪਨਾ ਕਰਦਿਆਂ ਹੋਇਆਂ ਇਸ ਕਹਾਣੀ ਨੂੰ ਜਿਹੋ ਜਿਹੀ ਸ਼ਕਲ ਦਿੱਤੀ, ਸਮੇਂ ਨਾਲ ਸਾਡੇ ਇਤਿਹਾਸਕਾਰਾਂ ਨੇ, ਲੇਖਕਾਂ ਨੇ
ਉਸ ਦੇ ਕੁਝ ਅੰਸ਼ਾਂ ਨੂੰ ਛੱਡ ਦਿੱਤਾ ਔਰ ਕੁਝ ਨੂੰ ਅਪਣਾ ਕੇ ਫਿਰ ਉਸ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ। ਤੋ ਇਸ ਦਾ ਜਿਹੜਾ ਮੁੱਢ ਹੈ ਬਣਨ ਵਾਲਾ ਇਸ ਸਾਖੀ ਦਾ ਇਸ ਰੂਪ ਵਿੱਚ ਉਹ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਹੀ ਹੈ। ਇਹਦੇ ਵਿੱਚ ਭਾਈ ਸਾਹਿਬ ਜੀ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦੇ ਨਾਲ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਜਿਹਦੇ ਵਿੱਚ ਭਾਈ ਰਤਨ ਸਿੰਘ ਭੰਗੂ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਕਿਉਂਕਿ ਜਿਹੜੀ ਤੁਸੀਂ ਮਰਾਸੀ ਦੀ, ਡੋਮ ਦੀ ਜਾਂ ਫਿਰ ਸੱਤੇ ਤੇ ਬਲਵੰਡ ਦੀ ਗੱਲ ਕੀਤੀ ਹੈ, ਪੰਥ ਪ੍ਰਕਾਸ਼ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ, ਹਾਥ ਚੂੜੇ ਕੇ ਦੰਡਾ ਭਾਰੀ ਮੱਸੇ ਭਾਈ ਸਿਰ ਲਾਇਓ ਕਾਰੀ। ਭਾਈ ਤੱਕੜ ਸਿੰਘ ਰੰਗਰੇਟਾ ਸੀ ਜਿਨ੍ਹਾਂ ਨੇ ਮੱਸੇ ਰੰਗੜ ਦੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਸੀ, ਉਹਨੂੰ ਵੀ ਉਹਨਾਂ ਨੇ ਸਿੰਘ ਲਿਖਣ ਦੀ ਥਾਂ ਤੇ ਸਿੱਖ ਲਿਖਣਾ ਵੀ ਸਭ ਮੁਨਾਸਬ ਨਹੀਂ ਸਮਝਿਆ। ਉਹੀ ਕਹੀ ਜਾਂਦੇ ਨੇ ਕਿ ਉਹ ਤਾਂ ਚੂੜਾ ਸੀ। ਇਹ ਬਕਾਇਦਾ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਆਉਂਦਾ ਹੈ ਜੀ। ਇੱਥੋਂ ਅਸੀਂ ਕੀ ਸੇਧ ਦੇ ਰਹੇ ਹਾਂ? ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਜਾਤ ਪਾਤ ਤੋਂ ਮੁਕਤ ਕਰਵਾ ਕੇ ਇੱਕ ਸਿੰਘ, ਇੱਕ ਖਾਲਸੇ ਦਾ ਨਾਮ ਦਿੱਤਾ ਹੈ, ਅੱਜ ਕਿੱਧਰ ਨੂੰ ਤੁਰ ਪਿਆ ਸਾਡਾ ਬੱਚਾ? ਅੱਜ ਮੈਂ ਉਹੀ ਪੱਖ ਜਿਹੜਾ ਉਹ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਤਾਂ ਕਿ ਅਸੀਂ ਵੇਖੀਏ, ਕਿਉਂਕਿ ਇਹ ਪੱਖ ਵਿਚਾਰੇ ਨਹੀਂ ਗਏ। ਅਸੀਂ ਇਤਿਹਾਸਕਾਰਾਂ ਦੀਆਂ ਉਦਾਹਰਨਾਂ ਤਾਂ ਆਮ ਦਿੰਦੇ ਹਾਂ, ਪਰੰਤੂ ਆਪਣੇ ਇਤਿਹਾਸ ਦੇ ਇਸ ਪੱਖ ਵੱਲੋਂ ਅਸੀਂ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਅਸੀਂ ਵੇਖਦੇ ਹਾਂ, ਜਿਹੜਾ ਤੁਸੀਂ ਉਦਾਹਰਨ ਦਿੱਤੀ ਹੈ, ਕਿ ਉਹਨਾਂ ਸਿੰਘਾਂ ਦਾ ਜਿਹੜੇ ਐਸੇ ਲੋਕਾਂ ਅਨੁਸਾਰ ਉਹ ਨੀਵੀਂ ਜ਼ਾਤ ਵਿੱਚੋਂ ਸੀ, ਪਰ ਗੁਰੂ ਸਾਹਿਬ ਨੇ ਤਾਂ ਜ਼ਾਤ ਪਾਤ ਦਾ ਭੇਦ ਹੀ ਮਿਟਾ ਦਿੱਤਾ। ਔਰ ਸਾਡੇ ਇੱਕ ਇਹ ਨਹੀਂ ਬਲਕਿ ਹੋਰ ਬਹੁਤ ਸਾਰੇ ਸਾਡੇ ਇਤਿਹਾਸ ਦੇ ਮਹਾਨ ਸੁਰਬੀਰ ਯੋਧੇ ਹਨ, ਬੜੇ ਸਤਿਕਾਰਯੋਗ ਪਾਤਰ ਹਨ, ਕਿ ਜਿਹੜੇ ਸੋ ਕਾਲ ਨੀਵੀਂ ਜ਼ਾਤ ਨਾਲ ਸੰਬੰਧ ਰੱਖਦੇ ਸਨ। ਉਹਨਾਂ ਦਾ ਸਾਡੇ ਇਤਿਹਾਸਕਾਰਾਂ ਨੇ ਨਾਂ ਲਿਖਣਾ ਵੀ ਮੁਨਾਸਬ ਨਹੀਂ ਸਮਝਿਆ, ਔਰ ਉਹਨਾਂ ਦੀਆਂ ਲਿਖਤਾਂ ਵਿੱਚੋਂ ਥਾਂ ਪੁਰ ਥਾਂ ਉਹਨਾਂ ਦਾ ਜੋ ਮਤਸੂਪੁਣਾ ਹੈ ਉਹ ਜ਼ਾਹਰ ਹੋ ਰਿਹਾ ਹੈ। ਤੋ ਖੈਰ ਮੈਂ, ਕਿਉਂਕਿ ਅਸੀਂ ਮੁੱਖ ਤੌਰ ਤੇ ਇਸ ਸਮੇਂ ਭਾਈ ਬਲਵੰਡ ਰਾਏ ਔਰ ਸੱਤਾ ਜੀ ਦੀ ਗੱਲ ਕਰ ਰਹੇ ਹਾਂ, ਤੋ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਅਸੀਂ ਇਸ ਪੱਖ ਨੂੰ ਸਮਝਣ ਲਈ ਕਿ ਆਖਰ ਇਹਨਾਂ ਨਾਲ ਇਹ ਅਨਿਆਂ ਕਿਉਂ ਹੋਇਆ, ਇਹ ਗੱਲ ਅਸੀਂ ਵੇਖ ਸਕੀਏ। ਮੈਂ ਕਬੀਰ ਸਾਹਿਬ ਔਰ ਭਗਤ ਰਵਿਦਾਸ ਜੀ ਦੀ ਥੋੜੀ ਜੀ ਉਹਨਾਂ ਦੇ ਸਬੰਧ ਵਿੱਚ ਜੋ ਆਮ ਪ੍ਰਚਾਰਿਆ ਗਿਆ ਉਸ ਵੱਲ ਜ਼ਰੂਰ ਹਵਾਲਾ ਦੇਵਾਂ ਚਾਹਾਂ, ਤਾਂ ਕਿ ਅਸੀਂ ਵੇਖ ਸਕੀਏ ਕਿ ਐਸੇ ਲੋਕਾਂ ਨੇ ਕਿਸ ਢੰਗ ਨਾਲ ਅਜਿਹੇ ਪੁਰਖਾਂ ਨੂੰ ਭੰਡਿਆ ਹੈ ਔਰ ਜ਼ਾਤ ਪਾਤ ਦੀ ਪਕੜ ਨੂੰ ਉਹਨਾਂ ਨੇ ਕਿਸੇ ਤਰ੍ਹਾਂ ਵੀ ਢਿੱਲਾ ਨਹੀਂ ਹੋਣ ਦਿੱਤਾ। ਕਬੀਰ ਸਾਹਿਬ ਬਾਰੇ ਅਸੀਂ ਵੇਖਦੇ ਹਾਂ, ਸਾਨੂੰ ਪੜ੍ਹਨ ਨੂੰ ਮਿਲਦਾ ਹੈ ਕਿ ਕਬੀਰ ਸਾਹਿਬ ਬਾਰੇ ਇਹ ਗੱਲ ਫੈਲਾਈ ਗਈ ਕਿ ਅਸਲ ਵਿੱਚ ਉਹ ਜਿਹੜੇ ਹਨ ਉਹ ਜੁਲਾਹੇ ਨਹੀਂ ਸਨ, ਬਲਕਿ ਉਹ ਇੱਕ ਬ੍ਰਾਹਮਣੀ ਦੇ ਕੁੱਖੋਂ ਹੀ ਜਨਮੇ ਸਨ। ਕਹਾਣੀ ਇਹ ਘੜੀ ਗਈ ਕਿ ਇੱਕ ਕੁਆਰੀ ਬੱਚੀ ਜਿਹੜੀ ਬ੍ਰਾਹਮਣ ਕੁਲ ਨਾਲ ਸੰਬੰਧ ਰੱਖਦੀ ਸੀ, ਉਸ ਦੇ ਕੁੱਖੋਂ ਇਹ ਬੱਚਾ ਜਨਮਿਆ। ਉਸ ਨੇ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਨਾ ਹੋਵੇ, ਬਦਨਾਮੀ ਨਾ ਹੋਵੇ, ਔਰ ਉਸ ਨੇ ਇਸ ਨੂੰ ਤਲਾਬ ਦੇ ਕਿਨਾਰੇ ਛੱਡ ਦਿੱਤਾ। ਔਰ ਉਹਨਾਂ ਨੇ ਇਸ ਕਹਾਣੀ ਰਾਹੀਂ ਇਹ ਸਿੱਧ ਕਰਨਾ ਚਾਹਿਆ ਕਿ ਕਬੀਰ ਸਾਹਿਬ ਜਿਹੜੇ ਹਨ ਉਹ ਅਸਲ ਵਿੱਚ ਬ੍ਰਾਹਮਣ ਸਨ। ਔਰ ਇਸੇ ਤਰ੍ਹਾਂ ਰਵਿਦਾਸ ਜੀ ਬਾਰੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਕਿ ਰਵਿਦਾਸ ਜੀ ਜਿਹੜੇ ਹਨ ਉਹ ਪਿਛਲੇ ਜਨਮ ਵਿੱਚ ਬ੍ਰਾਹਮਣ ਦੇ ਮੁੰਡੇ ਸਨ। ਤੁਸੀਂ ਚਲਾਕੀ ਵੇਖੋ, ਕਿਉਂਕਿ ਭਗਤ ਰਵਿਦਾਸ ਜੀ ਔਰ ਭਗਤ ਕਬੀਰ ਜੀ ਦੋਨੋਂ ਕਾਂਸ਼ੀ ਦੇ ਰਹਿਣ ਵਾਲੇ ਸਨ, ਔਰ ਕਾਂਸ਼ੀ ਸਦੀਆਂ ਤੀਕ ਜਿਹੜਾ ਹੈ ਉਹ ਇਸ ਧਰਮ ਦਾ ਇੱਕ ਕੇਂਦਰੀ ਸਥਾਨ ਰਿਹਾ ਹੈ, ਔਰ ਉਥੋਂ ਦੇ ਵਿਦਵਾਨ ਜਿਹੜੇ ਹਨ ਉਹਨਾਂ ਦਾ ਆਪਣਾ ਇੱਕ ਸਥਾਨ ਰਿਹਾ ਹੈ। ਔਰ ਅਸੀਂ ਵੇਖਦੇ ਹਾਂ ਇਹੋ ਜਿਹੀਆਂ ਕਹਾਣੀਆਂ ਕਿਸੇ ਹੋਰ ਥਾਂ ਤੇ ਰਹਿਣ ਵਾਲੇ ਭਗਤ ਨਾਲ ਨਹੀਂ ਜੁੜੀਆਂ ਗਈਆਂ, ਕਿਉਂਕਿ ਇਹ ਦੋਨੋਂ ਕਥਿਤ ਨੀਵੀਂ ਜ਼ਾਤ ਨਾਲ ਸੰਬੰਧ ਰੱਖਦੇ ਸਨ। ਇਹਨਾਂ ਦੀ ਜਿਹੜੀ ਹੋਂਦ ਹੈ ਉਹ ਸਦੀਆਂ ਤੋਂ ਜੋ ਸੋਚ ਪ੍ਰਚਾਰੀ ਜਾ ਰਹੀ ਸੀ ਧਰਮ ਦੇ ਨਾਂ ਹੇਠਾਂ, ਔਰ ਬਕਾਇਦਾ ਕਈਆਂ ਨੇ ਧਰਮ ਗ੍ਰੰਥਾਂ ਵਿੱਚ ਉਹਨਾਂ ਦਾ ਜ਼ਿਕਰ ਵੀ ਕੀਤਾ ਜਾ ਗਿਆ ਹੈ, ਜਿੱਥੇ ਇਹ ਪ੍ਰਚਾਰਿਆ ਜਾ ਰਿਹਾ ਉਹ ਧਰਮ ਦੇ ਨਾਂ ਤੇ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਜੇ ਤਾੜਨ ਕੇ ਪਾਂਚੂ ਅਧਿਕਾਰੀ, ਜਿੱਥੇ ਇਹ ਗੱਲ ਆਖੀ ਜਾ ਰਹੀ ਹੋਵੇ ਕਿ ਵਿਪਰ ਨਾ ਸੇਵੀ ਹੈ, ਵਿਪਰ ਸੇਵੀ ਹੈ ਗਿਆਨ ਵੀ ਹੋਣਾ, ਸ਼ੂਦਰ ਨਾ ਸੇਵੀ ਹੈ ਗਿਆਨ ਪਰਬੀਨਾ, ਕਿ ਜੇਕਰ ਬ੍ਰਾਹਮਣ ਦੇ ਕੁੱਖੋਂ ਜਨਮਿਆ ਹੋਇਆ ਗਿਆਨ ਵਿਹੂਣਾ ਹੈ, ਉਸ ਵਿੱਚ ਕੋਈ ਗੁਣ ਨਹੀਂ, ਪਰ ਫਿਰ ਵੀ ਉਹ ਸਤਿਕਾਰਯੋਗ ਹੈ, ਉਹ ਸਨਮਾਨਯੋਗ ਹੈ, ਕਿਉਂਕਿ ਉਹ ਇੱਕ ਉੱਚੀ ਕੁਲ ਨਾਲ ਸੰਬੰਧ ਰੱਖਦਾ ਹੈ। ਪਰ ਦੂਸਰੇ ਪਾਸੇ ਸ਼ੂਦਰ ਜੇਕਰ
ਗੁਣਾਂ ਨਾਲ ਨਿਪੁੰਨ ਹੈ, ਗੁਣਾਂ ਵਿੱਚ ਨਿਪੁੰਨ ਵੀ ਹੈ, ਪ੍ਰਵੀਨ ਵੀ ਹੈ, ਪਰ ਫਿਰ ਵੀ ਉਹ ਪੂਜਨਯੋਗ ਨਹੀਂ, ਕਿਉਂਕਿ ਉਸ ਦਾ ਕਸੂਰ ਇਹ ਹੈ, ਦੋਸ਼ ਇਹ ਹੈ ਕਿ ਉਹ ਸ਼ੂਦਰ ਜਾਤੀ ਨਾਲ ਸੰਬੰਧ ਰੱਖਦਾ ਹੈ। ਜਿੱਥੇ ਇਹੋ ਜਿਹੀ ਪ੍ਰਚਾਰਤ ਜਿਹੜੀ ਵਿਚਾਰਧਾਰਾ ਹੈ ਉਹ ਪ੍ਰਚਾਰੀ ਜਾ ਰਹੀ ਹੋਵੇ, ਔਰ ਇਹ ਪੂਰਨ ਤੌਰ ਤੇ ਜਿਨ੍ਹਾਂ ਲਈ ਪਾਠਸ਼ਾਲਾ ਦੇ, ਧਰਮਸ਼ਾਲਾ ਦੇ, ਧਰਮ ਮੰਦਿਰਾਂ ਦੇ ਦਰਵਾਜ਼ੇ ਬੰਦ ਰੱਖੇ ਹੋਣ, ਜਦੋਂ ਉਹਨਾਂ ਵਿੱਚੋਂ, ਉਸ ਕੁੱਲ ਵਿੱਚੋਂ ਉੱਠ ਕੇ ਕੋਈ ਮਨੁੱਖ ਜਿਹੜਾ ਹੈ ਉਹ ਚੌਹ ਵਰਨਾਂ ਨੂੰ ਉਪਦੇਸ਼ ਦੇ ਰਿਹਾ ਹੋਵੇ, ਔਰ ਮਨੁੱਖ ਜਾਤ ਪਾਤ ਨੂੰ ਇੱਕ ਪਾਸੇ ਛੱਡ ਕੇ ਐਸੇ ਮਨੁੱਖਾਂ ਦੀ ਚਰਨ ਸ਼ਰਨ ਵਿੱਚ ਆ ਕੇ ਬੈਠਦੇ ਹੋਣ, ਉਹਨਾਂ ਤੋਂ ਰੱਬੀ ਗਿਆਨ ਹਾਸਲ ਕਰਦੇ ਹੋਣ, ਤਾਂ ਇਸ ਲਈ ਐਸੀ ਸ਼੍ਰੇਣੀ ਤੋਂ, ਅਜਿਹਾ ਪ੍ਰਚਾਰ ਕਰਨ ਵਾਲਿਆਂ ਤੋਂ ਇਹ ਸਭ ਕੁਝ ਬਰਦਾਸ਼ਤ ਹੋਣਾ ਸੰਭਵ ਨਹੀਂ ਸੀ। ਤੋ ਇਸ ਲਈ ਉਹਨਾਂ ਨੇ ਇਹ ਗੱਲ ਦਰਸਾਉਣ ਲਈ ਕਿ ਜੋ ਕੁਝ ਸਾਡੇ ਵਡੇਰਿਆਂ ਨੇ ਪ੍ਰਚਾਰਿਆ ਹੈ ਜਾਂ ਜੋ ਕੁਝ ਸਾਡੀਆਂ ਧਰਮ ਪੁਸਤਕਾਂ ਵਿੱਚ ਲਿਖਿਆ ਹੈ, ਇਹ ਗਲਤ ਨਹੀਂ ਹੈ, ਔਰ ਆਪਣੀ ਇਸ ਗਲਤੀ ਨੂੰ ਸਵੀਕਾਰ ਕਰਨ ਦੀ ਬਜਾਏ ਉਹਨਾਂ ਨੇ ਇਸ ਨੂੰ ਜਸਟੀਫਾਈ ਕਰਨ ਲਈ ਇਹ ਮਨ ਘੜਤ ਕਹਾਣੀ ਘਾਲੀ ਰਵਿਦਾਸ ਜੀ ਬਾਰੇ ਵੀ ਆਖਿਆ ਕਿ ਰਵਿਦਾਸ ਜੀ ਅਸਲ ਵਿੱਚ ਪਹਿਲੇ ਜਨਮ ਵਿੱਚ ਉਹ ਬ੍ਰਾਹਮਣਾਂ ਦੇ ਮੁੰਡੇ ਸਨ। ਇਹ ਤਾਂ ਰਾਮਾਨੰਦ ਦੇ ਸ਼ਰਾਬ ਕਾਰਨ ਉਹਨਾਂ ਨੂੰ ਇਹਨਾਂ ਦੇ ਘਰ ਜਨਮ ਲੈਣਾ ਪਿਆ, ਔਰ ਫਿਰ ਹੱਦ ਕਰ ਦਿੱਤੀ ਬੇਈਮਾਨੀ ਦੀ ਔਰ ਇਨਸਾਨੀਅਤ ਤੋਂ ਹੇਠਾਂ ਡਿੱਗਣ ਦੀ। ਲਿਖਣ ਵਾਲੇ ਨੇ ਜਦੋਂ ਇਹ ਗੱਲ ਲਿਖ ਦਿੱਤੀ ਕਿ ਰਵਿਦਾਸ ਜੀ ਦਾ ਜਨਮ ਜਦੋਂ ਇਹਨਾਂ ਦੇ ਘਰ ਸ਼ੂਦਰ ਦੇ ਘਰ ਹੋਇਆ, ਤਾਂ ਰਵਿਦਾਸ ਜੀ ਨੂੰ ਤਾਂ ਇਸ ਗੱਲ ਦੀ ਸਮਝ ਸੀ। ਮੈਂ ਉਸ ਵਿਸਾਰ ਵਿੱਚ ਨਹੀਂ ਜਾਣਾ ਚਾਹੁੰਦਾ, ਕਿਉਂਕਿ ਆਪਣੇ ਪਾਸ ਸਮਾਂ ਸੀਮਤ ਹੈ ਕਿ ਕਿਸ ਘਟਨਾ ਕਾਰਨ ਰਵਿਦਾਸ ਜੀ ਨੂੰ ਆਪਣੇ ਗੁਰੂ ਵੱਲੋਂ ਸ਼ਰਾਪ ਦਿੱਤਾ ਗਿਆ। ਇਸ ਲਈ ਮੈਂ ਸੰਕੇਤ ਹੀ ਕਰ ਰਿਹਾ ਹਾਂ, ਵਿਸਾਰ ਵਿੱਚ ਨਹੀਂ ਜਾ ਰਿਹਾ। ਕੇਵਲ ਜ਼ਰੂਰੀ ਜਿਹੜੇ ਪੱਖ ਹਨ, ਕੇਵਲ ਉਹਨਾਂ ਨੂੰ ਹੀ ਸੰਕੇਤ ਵਿੱਚ ਸਾਂਝਿਆ ਕਰ ਰਿਹਾ ਹਾਂ। ਕਹਾਣੀ ਕਹਿੰਦੀ ਹੈ ਕਿ ਰਵਿਦਾਸ ਜੀ ਨੂੰ ਸਮਝ ਸੀ ਕਿ ਮੈਂ ਤਾਂ ਬ੍ਰਾਹਮਣਾਂ ਦਾ ਮੁੰਡਾ ਹਾਂ, ਔਰ ਇਸ ਲਈ ਉਹ ਮਾਂ ਦਾ ਦੁੱਧ ਨਹੀਂ ਸਨ ਪੀ ਰਹੇ, ਕਿਉਂਕਿ ਉਹਨਾਂ ਨੂੰ ਸਮਝ ਸੀ ਕਿ ਮੈਂ ਬ੍ਰਾਹਮਣਾਂ ਦਾ ਮੁੰਡਾ ਹੋ ਕੇ ਇੱਕ ਚਮਾਰਨੀ ਦੇ ਜਿਹੜਾ ਦੁੱਧ ਹੈ ਉਹ ਕਿਉਂ ਪੀਵਾਂ। ਇਸ ਲਈ ਉਹਨਾਂ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ। ਮਾਪਿਆਂ ਨੂੰ ਉਸ ਸਮੇਂ ਪਰੇਸ਼ਾਨੀ ਹੋਣੀ ਸੁਭਾਵਿਕ ਸੀ। ਇਹਦੇ ਵਿੱਚ ਗਿਆਨੀ ਜਸਵੀਰ ਸਿੰਘ ਹੁਣੀ, ਭਾਈ ਜਸਵੀਰ ਸਿੰਘ, ਉਹਨਾਂ ਨੇ ਬਹੁਤ ਹੀ ਵਿਸਥਾਰ ਦੇ ਵਿੱਚ ਜਿਸ ਤਰੀਕੇ ਨਾਲ ਸਮਝਾਉਣ ਦਾ ਯਤਨ ਕਰ ਰਹੇ ਨੇ, ਮੇਰਾ ਖਿਆਲ ਹੈ ਵੀ ਸਾਡੇ ਮਨ ਦੇ ਵਿੱਚ ਇਸ ਤੋਂ ਬਾਅਦ ਕੋਈ ਸ਼ੰਕਾ ਰਹਿ ਨਹੀਂ ਜਾਂਦਾ। ਸਾਡੀ ਇਹ ਮੁਸ਼ਕਲ ਹੈ ਕਿ ਅਸੀਂ ਸੱਚ ਸੁਣਨਾ ਪਸੰਦ ਹੀ ਨਹੀਂ ਕਰਦੇ, ਭਾਵੇਂ ਉਹ ਸੱਚ ਵਿਦਵਾਨ ਬੋਲ ਰਹੇ ਆ, ਭਾਵੇਂ ਉਹ ਸੱਚ ਪ੍ਰਚਾਰਕ ਬੋਲ ਰਹੇ ਆ, ਜਾਂ ਫਿਰ ਉਹ ਸੱਚ ਕੋਈ ਰੇਡੀਓ ਹੋਸਟ ਬੋਲ ਰਹੇ ਆ। ਉਹ ਕੌੜਾ ਲੱਗਦਾ ਹੈ, ਔਲਾ ਖਾਈਏ ਤਾਂ ਲੱਗਦਾ ਕੌੜਾ ਹੈ, ਪਰ ਜਦੋਂ ਇਹਦਾ ਅਸਰ ਹੁੰਦਾ ਨਾ ਸਰੀਰ ਦੇ ਵਿੱਚ, ਫਿਰ ਖਬਰੇ ਕਈ ਬਿਮਾਰੀਆਂ ਨੂੰ ਕੱਟਦਾ ਹੈ। ਸਾਡੇ ਜਿਹੜੇ ਬਜ਼ੁਰਗ, ਸਾਡੇ ਵਡੇਰੇ, ਸਾਡੇ ਰਾਈਟਰ ਇਹ ਕਹਾਣੀਆਂ, ਇਹ ਕਿਤਾਬਾਂ ਦੇ ਵਿੱਚ ਲਿਖਦੇ ਰਹੇ ਨੇ। ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ, ਹੋ ਸਕਦਾ ਉਸ ਵੇਲੇ ਉਹਨਾਂ ਕੋਲ ਇੰਨਾ ਗਿਆਨ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ, ਜਾਂ ਫਿਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਾਡੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਅਸੀਂ ਅੱਜ ਵੀ ਪੰਥ ਪ੍ਰਕਾਸ਼ ਹੈ, ਸੂਰਜ ਪ੍ਰਕਾਸ਼ ਹੈ, ਹੋਰ ਕਈ ਤਰ੍ਹਾਂ ਕਿਤਾਬਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅਸੀਂ ਇਹਨਾਂ ਸਾਖੀਆਂ ਨੂੰ ਸੰਗਤਾਂ ਦੇ ਵਿੱਚ ਸੁਣਾਉਂਦੇ ਹਾਂ। ਪਰ ਜਦੋਂ ਜਿਨ੍ਹਾਂ ਨੂੰ ਵੀ ਪਤਾ ਲੱਗਾ ਹੈ ਕਿ ਅਸਲੀਅਤ ਇਹ ਨਹੀਂ, ਅਸਲੀਅਤ ਕੁਝ ਹੋਰ ਹੈ, ਤੇ ਫਿਰ ਕਈ ਵਾਰੀ ਉਹਨਾਂ ਨੂੰ ਇਸ ਗੱਲ ਦਾ ਮਹਿਸੂਸ ਜ਼ਰੂਰ ਹੁੰਦਾ ਹੈ। ਕਿਰਪਾ ਕਰਕੇ ਸੱਚ ਸੁਣਨ ਦਾ ਹੀਆ ਜ਼ਰੂਰ ਕਰਿਆ ਕਰੋ। ਗੁਰਬਾਣੀ ਦੇ ਸ਼ੀਸ਼ੇ ਰਾਹੀਂ, ਗੁਰਬਾਣੀ ਦੀਆਂ ਐਨਕਾਂ ਲਾ ਕੇ, ਤੇ ਅੱਜ ਦੇ ਬੜੇ ਅਹਿਮ ਪ੍ਰੋਗਰਾਮ ਦੇ ਵਿੱਚ ਸੱਤੇ ਤੇ ਬਲਵੰਤ ਦੀ ਸਾਖੀ ਦੇ ਉੱਤੇ ਜੋ ਕੁਝ ਝੂਠ, ਜੋ ਕੁਝ ਲਿਖਿਆ ਗਿਆ ਵਿਦਵਾਨਾਂ ਵੱਲੋਂ, ਉਹ ਗੁਰਮਤ ਦੀ ਕਸੌਟੀ ਤੇ ਕਿਵੇਂ ਖਰਾ ਉਤਰਦਾ ਹੈ, ਗਿਆਨੀ ਜਸਵੀਰ ਸਿੰਘ ਹੁਣੀ ਗੱਲ ਕਰ ਰਹੇ ਨੇ। ਭਾਈ ਸਾਹਿਬ, ਭਾਈ ਜਸਵੀਰ ਸਿੰਘ ਜੀ ਅੱਜ ਗੱਲਬਾਤ ਬੜੀ ਅਹਿਮ ਕਰ ਰਹੇ ਨੇ। ਸੱਤੇ ਤੇ ਬਲਵੰਡ ਦੇ ਉੱਤੇ ਜਿਹੜੀ ਇਹ ਸਾਖੀ ਕੁਝ ਕੱਚ ਘਰੜ ਕਹਾਣੀਕਾਰਾਂ ਨੇ, ਲੇਖਕਾਂ ਨੇ, ਡੇਰੇਦਾਰਾਂ ਨੇ ਲਿਖੀ ਹੈ, ਉਹ ਗੁਰਮਤ ਨਾਲ ਮੇਲ ਨਹੀਂ ਖਾਂਦੇ। ਉਹ ਸਰਾਪ ਦੀ ਗੱਲ ਦਿੰਦੇ ਨੇ ਕਿ ਗੁਰੂ ਸਾਹਿਬ ਨੇ ਉਹਨੂੰ ਵਰ ਦੇ ਦਿੱਤਾ, ਸਰਾਪ ਦੇ ਦਿੱਤਾ, ਕੋੜ ਪੈ ਗਿਆ ਕਹਿੰਦੇ। ਤੇ ਗੁਰੂ ਸਾਹਿਬ ਕਹਿੰਦੇ ਕੋੜ ਤੇਰਾ ਤਾਂ ਹਟੂ ਜਿੰਨੀ ਬਾਣੀ ਵੱਧ ਤੋਂ ਵੱਧ ਸਾਡੀ ਉਸਤਤ ਕਰੇਗਾ।
ਕਿ ਵਾਕਈ ਗੁਰੂ ਸਾਹਿਬ ਉਸਤਤ ਕਰਾਉਣ ਲਈ ਉਹਨੂੰ ਕੋਹੜ ਦਾ ਵਰ ਦਿੱਤਾ ਸੀ? ਕਿਸੇ ਦੇ ਵਰ ਦੇਣ ਨਾਲ ਕੋਹੜ ਪੈਦਾ ਹੁੰਦਾ? ਇਹ ਭਾਈ ਸਾਹਿਬ ਤੋਂ ਪੁੱਛਦੇ ਹਾਂ। ਹਾਂਜੀ, ਮੈਂ ਚूंकि ਗੱਲ ਜਿਹੜੀ ਸ਼ੁਰੂ ਕਰ ਰਿਹਾ ਸੀ ਸਪਸ਼ਟ ਕਰਨ ਲਈ, ਉਹ ਮੈਂ ਫਿਰ ਉੱਥੋਂ ਸ਼ੁਰੂ ਕਰਾਂ ਕਿ ਭਗਤ ਰਵਿਦਾਸ ਜੀ ਬਾਰੇ ਮੈਂ ਪਹਿਲਾਂ ਹੀ ਖਿਮਾ ਮੰਗ ਲਵਾਂ ਜੇ ਕਿਉਂਕਿ ਗੁਰਮਤਿ ਇਹ ਇਜਾਜ਼ਤ ਨਹੀਂ ਦਿੰਦੀ ਕਿਸੇ ਨੂੰ ਜਨਮ ਤੋਂ ਉੱਚਾ ਜਾਂ ਨੀਵਾਂ ਮੰਨਣਾ, ਤਾਂ ਮੈਨੂੰ ਮਜਬੂਰਨ ਜਿਹੜਾ ਹੈ ਸ਼ਬਦ ਵਰਤਣਾ ਪੈ ਰਿਹਾ ਇਸ ਲਈ ਤਾਂ ਕਿ ਜਿਹੜੀ ਐਸੀ ਸੋਚ ਰੱਖਣ ਵਾਲਿਆਂ ਨੇ ਜਿਸ ਤਰ੍ਹਾਂ ਨਾਲ ਐਸੇ ਸ਼ਬਦਾਂ ਦੀ ਵਰਤੋਂ ਕਰਕੇ ਮਨੁੱਖਤਾ ਦਾ ਮਜ਼ਾਕ ਉਡਾਇਆ ਹੈ ਉਹ ਸਹੀ ਰੂਪ ਵਿੱਚ ਆਪ ਤੱਕ ਪਹੁੰਚਾ ਸਕਾਂ, ਇਸ ਲਈ ਮੈਨੂੰ ਇਹ ਸ਼ਬਦ ਵਰਤਣੇ ਪੈ ਰਹੇ ਹਨ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਕਹਾਣੀ ਘੜੀ ਗਈ ਰਵਿਦਾਸ ਜੀ ਬਾਰੇ ਕਿ ਉਹਨਾਂ ਨੂੰ ਸਮਝ ਸੀ ਕਿ ਮੈਂ ਤਾਂ ਪਹਿਲੇ ਜਨਮ ਵਿੱਚ ਬ੍ਰਾਹਮਣ ਸੀ, ਤਾਂ ਇਹ ਤਾਂ ਮੇਰੇ ਮਾਪੇ ਚਮਾਰ ਹਨ ਔਰ ਇਸ ਲਈ ਉਹ ਮਾਂ ਦਾ ਦੁੱਧ ਨਹੀਂ ਸੀ ਪੀ ਰਹੇ। ਮਾਪਿਓ ਨੂੰ ਚਿੰਤਾ ਹੋਣੀ ਸੁਭਾਵਿਕ ਹੈ। ਤਾਂ ਉਹਨਾਂ ਦਿਨਾਂ ਵੇਖੇ ਰਾਮਾਨੰਦ ਜੀ ਉਸ ਪਾਸੇ ਵੱਲ ਆਏ, ਉਸ ਮੁਹੱਲੇ ਵਿੱਚ ਆਏ ਤਾਂ ਆਪ ਜੀ ਦੇ ਪਿਤਾ ਉਹਨਾਂ ਦੇ ਪਾਸ ਪਹੁੰਚੇ ਔਰ ਜਾ ਕੇ ਆਪਣੀ ਵਿਥਿਆ ਸੁਣਾਈ ਕਿ ਕਿਵੇਂ ਉਹਨਾਂ ਦੇ ਘਰ ਨਵ ਜਨਮਿਆ ਜਿਹੜਾ ਬਾਲਕ ਹੈ ਉਹ ਦੁੱਧ ਨਹੀਂ ਪੀ ਰਿਹਾ। ਰਾਮਾਨੰਦ ਜੀ ਉਹਨਾਂ ਦੇ ਘਰ ਆਏ, ਪਛਾਣਿਆ, ਵੇਖਿਆ ਇਹ ਤਾਂ ਮੇਰਾ ਉਹੀ ਚੇਲਾ ਹੈ ਜਿਸ ਨੂੰ ਮੈਂ ਸ਼ਰਾਪ ਦਿੱਤਾ ਸੀ। ਤਾਂ ਆਪ ਨੇ ਉਸ ਦੇ ਕੰਨ ਵਿੱਚ ਆਖਿਆ ਕਿ ਬੇਟਾ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ, ਇਸ ਲਈ ਚੁੱਪ ਕਰਕੇ ਦੁੱਧ ਪੀ ਲੈ। ਔਰ ਜਿਉਂ ਹੀ ਰਾਮਾਨੰਦ ਜੀ ਨੇ ਐਸੀ ਫੂਕ ਮਾਰੀ ਬਾਲਕ ਦੇ ਕੰਨਾਂ ਵੇਖੇ ਤਾਂ ਬਾਲਕ ਜਿਹੜਾ ਸੀ ਉਹ ਦੁੱਧ ਪੀਣ ਲੱਗ ਪਿਆ। ਮਾਂ ਦੀ ਮਮਤਾ ਨਾਲ ਕੋਝਾ ਮਜ਼ਾਕ ਜਿਹੜਾ ਹੈ ਇਸ ਤੋਂ ਬਾਅਦ ਹੋਰ ਨਹੀਂ ਹੋ ਸਕਦਾ। ਔਰ ਫਿਰ ਵੇਖੋ ਕਿ ਕਹਾਣੀ ਘੜਨ ਵਾਲੇ ਦੀ ਇੰਨੀ ਕਹਾਣੀ ਨਾਲ ਹੀ ਤਸੱਲੀ ਨਹੀਂ ਹੋਈ, ਉਸ ਨੂੰ ਇੱਕ ਹੋਰ ਕਹਾਣੀ ਘੜਨੀ ਪਈ ਕਿ ਰਵਿਦਾਸ ਜੀ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਗਵਾਹੀ ਦਿੱਤੀ ਹੈ ਕਿ ਚੌਂ ਵਰਨਾਂ ਨੂੰ ਉਪਦੇਸ਼ ਦਾ, ਚੌਂ ਵਰਨਾਂ ਵਿੱਚ ਬ੍ਰਾਹਮਣ ਜਾਤ ਨਾਲ ਵੀ ਸੰਬੰਧ ਸਨ, ਖੱਤਰੀ ਵੀ ਸਨ, ਸੋ ਕਾਲ ਸ਼ੂਦਰ ਵੈਸ਼ ਵੀ ਸਨ, ਜਿਹੜੇ ਰਵਿਦਾਸ ਜੀ ਦੇ ਪਾਸ ਆ ਕੇ ਬੈਠਦੇ ਹਨ, ਉਹਨਾਂ ਦੀ ਸੰਗਤ ਤੋਂ ਲਾਭ ਉਠਾਉਂਦੇ ਹਨ। ਪਰੰਤੂ ਜਿਹੜੀ ਸ਼੍ਰੇਣੀ ਇਹ ਪ੍ਰਚਾਰ ਰਹੀ ਸੀ ਕਿ ਕੇਵਲ ਉੱਚ ਜਾਤ ਨਾਲ ਸੰਬੰਧਿਤ ਵਿਅਕਤੀ ਹੀ ਰੱਬੀ ਗਿਆਨ ਦੇ ਸਕਦਾ ਹੈ, ਉਹ ਕਿਵੇਂ ਬਰਦਾਸ਼ਤ ਕਰ ਸਕਦਾ ਕਿ ਇੱਕ ਬ੍ਰਾਹਮਣ ਕੋਲ ਨਾਲ ਸੰਬੰਧ ਇੱਕ ਸਧਾਰਨ ਸ਼ੂਦਰ ਦੇ ਚਰਨਾਂ ਵਿੱਚ ਬੈਠਾ ਹੋਵੇ। ਤੋ ਇਸ ਲਈ ਫਿਰ ਦੂਜੀ ਕਹਾਣੀ ਘੜੀ ਗਈ ਕਿ ਜਿਹੜੇ ਬ੍ਰਾਹਮਣ ਜਾਤ ਨਾਲ ਸੰਬੰਧਿਤ ਭਗਤ ਜੀ ਦੇ ਸ਼ਰਧਾਲੂ ਸਨ, ਉਹਨਾਂ ਦੇ ਮਨ ਵਿੱਚ ਹਮੇਸ਼ਾ ਇਹ ਗੱਲ ਖਟਕਦੀ ਰਹਿੰਦੀ ਬਈ ਅਸੀਂ ਬ੍ਰਾਹਮਣ ਹਾਂ ਔਰ ਰਵਿਦਾਸ ਜੀ ਜਿਹੜੇ ਹਨ ਚਮਾਰ ਹਨ, ਸਾਨੂੰ ਇਹ ਸ਼ੋਭਾ ਨਹੀਂ ਦਿੰਦਾ। ਪਰ ਰਵਿਦਾਸ ਜੀ ਨੇ ਉਹਨਾਂ ਦੀ ਮਨ ਦੀ ਇਸ ਭਾਵਨਾ ਨੂੰ ਸਮਝਦਿਆਂ ਹੋਏ ਇੱਕ ਦਿਨ ਆਖਿਆ, ਭੁੱਲ ਸ਼ਰਧਾਲੂਓ, ਮੈਂ ਵੀ ਬ੍ਰਾਹਮਣ ਹਾਂ ਔਰ ਤੁਹਾਡੇ ਵਾਂਗ ਮੈਂ ਵੀ ਜੰਜੂ ਪਹਿਨਿਆ ਹੋਇਆ ਹੈ। ਜਦੋਂ ਉਹਨਾਂ ਨੇ ਹੈਰਾਨ ਹੋ ਕੇ ਪੁੱਛਿਆ ਕਿ ਮਹਾਰਾਜ ਤੁਸੀਂ ਵੀ ਜੰਜੂ ਪਹਿਨਿਆ ਹੈ, ਕਿਉਂਕਿ ਉਹਨਾਂ ਅਨੁਸਾਰ ਸ਼ੂਦਰ ਤਾਂ ਜੰਜੂ ਪਹਿਣੀ ਹੀ ਨਹੀਂ ਸੀ ਸੰਗਤਾ। ਤਾਂ ਰਵਿਦਾਸ ਜੀ ਆਖਣ ਲੱਗੇ ਤੁਸੀਂ ਤਾਂ ਬਾਹਰ ਪਹਿਨਿਆ ਹੈ, ਮੈਂ ਤਾਂ ਅੰਦਰ ਪਹਿਨਿਆ ਔਰ ਮੈਂ ਸੋਨੇ ਦਾ ਜੰਜੂ ਪਹਿਨਿਆ ਹੈ। ਔਰ ਉਹਨਾਂ ਨੇ ਆਪਣੇ ਸ਼ਰਧਾਲੂਆਂ ਦੀ ਤਸੱਲੀ ਕਰਾਉਣ ਲਈ ਆਪਣਾ ਸੀਨਾ ਚੀਰ ਕੇ ਉਹਨਾਂ ਨੂੰ ਦਿਖਾਇਆ ਔਰ ਅਸੀਂ ਕਈ ਵਾਰਾਂ ਤਸਵੀਰਾਂ ਵੀ ਵੇਖੀਆਂ ਹੋਣਗੀਆਂ, ਮਨ ਕਲਪਿਤ ਤਸਵੀਰਾਂ, ਜਿਨ੍ਹਾਂ ਵੇਖੇ ਰਵਿਦਾਸ ਜੀ ਨੂੰ ਇਸ ਤਰ੍ਹਾਂ ਅਸੀਂ ਆਪਣੇ ਅੰਦਰੋਂ ਸੋਨੇ ਦਾ ਜੰਜੂ ਸ਼ਰਧਾਲੂਆਂ ਨੂੰ ਵਿਖਾਉਂਦਾ ਦਿਖਾਇਆ ਗਿਆ ਹੈ। ਇਹ ਕੇਵਲ ਇਸ ਲਈ ਕਹਾਣੀਆਂ ਘੜੀਆਂ ਗਈਆਂ ਤਾਂ ਕਿ ਧਰਮ ਦੇ ਨਾਂ ਤੇ, ਰੱਬ ਦੇ ਨਾਂ ਤੇ ਜੋ ਕੁਝ ਗਲਤ ਪ੍ਰਚਾਰਿਆ ਜਾ ਰਿਹਾ ਹੈ ਉਹ ਗੱਲ ਲੋਕਾਂ ਵਿੱਚ ਇਹ ਗੱਲ ਜਿਹੜੀ ਹੈ ਚੰਗੀ ਤਰ੍ਹਾਂ ਘਰ ਕਰ ਜਾਵੇ ਕਿ ਉਹ ਗਲਤ ਨਹੀਂ। ਜੋ ਕੁਝ ਸਾਡੇ ਵਡੇਰਿਆਂ ਨੇ ਆਖਿਆ ਹੈ ਜਾਂ ਸਾਡੀਆਂ ਇਹਨਾਂ ਪੁਸਤਕਾਂ ਵਿੱਚ ਲਿਖਿਆ ਹੈ ਉਹ ਸੱਚ ਹੈ, ਉਹ ਝੂਠਾ ਨਹੀਂ। ਜੇਕਰ ਇਹ ਰਵਿਦਾਸ ਜੀ ਜਾਂ ਕਬੀਰ ਸਾਹਿਬ ਇਹ ਆਤਮ ਗਿਆਨੀ ਹਨ ਪਰ ਇਹ ਅਸਲ ਵਿੱਚ ਹਨ ਬ੍ਰਾਹਮਣ, ਤਾਂ ਇਹ ਗੱਲ ਦਰਸਾਉਣ ਲਈ ਇਹ ਕਹਾਣੀਆਂ ਘੜੀਆਂ ਗਈਆਂ। ਅਸੀਂ ਫਿਰ ਜਿਹੜੀ ਗੱਲ ਸ਼ੁਰੂ ਕਰ ਰਹੇ ਹਾਂ, ਜਿਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿਵਾਉਣਾ ਚਾਹੁੰਦੇ ਹਾਂ ਸੰਗਤਾਂ ਦਾ, ਉਸ ਵੱਲ ਆਵਾਂ ਕਿ ਭਾਈ ਬਲਵੰਡ ਰਾਏ ਔਰ ਭਾਈ ਸੱਤਾ ਜੀ, ਕਿਉਂਕਿ ਦੋਵੇਂ ਡੂਮ ਸਨ, ਮਿਰਾਸੀ ਸਨ, ਇਸ ਲਈ ਸਾਡੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਾ ਕੀਤਾ ਕਿ ਇੱਕ ਮਿਰਾਸੀ ਹੋ ਕੇ ਗੁਰੂ ਸਾਹਿਬਾਨ ਦੇ ਬਰਾਬਰ ਬੈਠਣ, ਤਾਂ ਉਹਨਾਂ ਨੇ ਇਹੋ ਜੀਆਂ ਜਿਹੜੀਆਂ ਮਨ ਘੜਤ ਕਹਾਣੀਆਂ ਹਨ ਇਹਨਾਂ ਨੂੰ ਘੜ ਕੇ ਪ੍ਰਚਾਰਿਆ। ਔਰ ਅਸੀਂ ਭਾਈ ਮਰਦਾਨਾ ਜੀ ਵੱਲ ਵੀ ਜਦੋਂ ਨਜ਼ਰ ਮਾਰਦੇ ਹਾਂ ਅਸੀਂ ਵੇਖਦੇ ਹਾਂ ਕਿ ਭਾਈ ਮਰਦਾਨਾ ਜੀ ਕੇਵਲ ਇੱਕੋ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਜਿਹੇ ਗੁਰਸਿੱਖ ਹਨ ਜਿਨ੍ਹਾਂ ਨੂੰ ਸਭ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ ਹੈ, ਜੋ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਹਨ, ਸਾਥੀ ਰਹੇ ਹਨ, ਔਰ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਭਾਈ ਆ ਕੇ ਮੁਖਾਤਬ ਕੀਤਾ ਹੈ।
ਔਰ ਜਿਨ੍ਹਾਂ ਨੇ ਹਰ ਸਮੇਂ ਗੁਰੂ ਨਾਨਕ ਮਹਾਰਾਜ ਦਾ ਸਾਥ ਨਿਭਾਇਆ ਹੈ। ਪਰ ਅਸੀਂ ਉਹਨਾਂ ਨਾਲ ਵੀ ਇਹੋ ਜਿਹੀਆਂ ਮਨ ਘੜਤ ਹਾਸੋਹੀਨ ਕਹਾਣੀਆਂ ਘੜ ਕੇ ਅਸੀਂ ਸਟੇਜਾਂ ਤੋਂ ਪ੍ਰਚਾਰਦੇ ਹਾਂ। ਉਹਨਾਂ ਨੂੰ ਆਪਣੇ ਕੋਝੇ ਮਜ਼ਾਕ ਦਾ ਅਸੀਂ ਵਿਸ਼ਾ ਬਣਾਉਂਦੇ ਹਾਂ ਕਿ ਜਿਵੇਂ ਸਾਰੀ ਉਮਰ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਰਹਿ ਕੇ ਉਹ ਭੁੱਖੜ ਹੀ ਰਿਹਾ, ਉਹ ਕਮਜ਼ੋਰ ਰਿਹਾ ਔਰ ਡਰਪੋਕ ਹੀ ਰਿਹਾ, ਅਤ ਦਰਜੇ ਦਾ ਉਹ ਲਾਲਚੀ ਹੀ ਰਿਹਾ। ਅਸੀਂ ਉਸ ਮਹਾਨ ਗੁਰਸਿੱਖ ਜਿਸ ਨੂੰ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਭਾਈ ਆ ਕੇ ਆਪਣੀ ਗਲਵਕੜੀ ਨਾਲ ਲਾਇਆ, ਅਸੀਂ ਉਸ ਨਾਲ ਵੀ ਇਸ ਤਰ੍ਹਾਂ ਦਾ ਕੋਝਾ ਹੋਸ਼ਾ ਮਜ਼ਾਕ ਕਰਕੇ ਅਸੀਂ ਭਾਈ ਮਰਦਾਨੇ ਦਾ ਹੀ ਨਹੀਂ ਬਲਕਿ ਗੁਰੂ ਨਾਨਕ ਪਾਤਸ਼ਾਹ ਦਾ ਵੀ ਨਿਰਾਦਰ ਕਰ ਰਹੇ ਹਾਂ। ਔਰ ਅਸੀਂ ਚੂੰਕਿ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਸਾਥੀ ਸਨ, ਅਸੀਂ ਉਹਨਾਂ ਨੂੰ ਅਲੱਗ ਤਾਂ ਨਹੀਂ ਸੀ ਕਰ ਸਕਦੇ, ਪਰ ਇਸ ਢੰਗ ਨਾਲ ਪੇਸ਼ ਕੀਤਾ ਕਿ ਜਿਵੇਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਅਜ਼ਮਤ ਨੂੰ ਸਮਝਿਆ ਹੀ ਨਾ, ਉਹ 82 ਪੁਣੇ ਤੋਂ ਉੱਪਰ ਉੱਠ ਹੀ ਨਾ ਸਕੇ। ਤੋ ਇਹੀ ਹਾਲਤ ਹੁਣ ਭਾਈ ਬਲਵੰਡ ਔਰ ਭਾਈ ਸੱਤੇ ਜੀ ਨਾਲ ਵਾਪਰੀ, ਕਿਉਂਕਿ ਬਾਣੀ ਤਾਂ ਕੱਢੀ ਨਹੀਂ ਸੀ ਜਾ ਸਕਦੀ। ਇਸ ਲਈ ਇਹ ਕਹਾਣੀ ਘੜੀ ਗਈ ਕਿ ਅਸਲ ਵਿੱਚ ਇਹਨਾਂ ਲੋਕਾਂ ਨੇ, ਕਿਉਂਕਿ ਗੁਰੂ ਸਾਹਿਬਾਨ ਦੀ ਸ਼ਾਨ ਦੇ ਵਿਰੁੱਧ ਇਹਨਾਂ ਨੇ ਬੜੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਔਰ ਇਸ ਲਈ ਮਹਾਰਾਜ ਨੇ ਇਹਨਾਂ ਨੂੰ ਫਿਟਕਾਰ ਦਿੱਤਾ ਸੀ। ਔਰ ਜਿਵੇਂ ਪਹਿਲਾਂ ਮੈਂ ਇਸ਼ਾਰਾ ਕਰ ਆਇਆ ਹਾਂ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਘਟਨਾ ਹੈ ਇਹ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖੀ ਮਿਲਦੀ ਹੈ। ਔਰ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਨੂੰ ਕਿਉਂਕਿ ਸਾਡੇ ਵਿੱਚ ਪੜ੍ਹਨ ਦੀ ਰੁਚੀ ਬਹੁਤ ਘੱਟ ਹੈ, ਇਸ ਲਈ ਅਸੀਂ ਆਮ ਤੌਰ ਤੇ ਜੋ ਕੁਝ ਪ੍ਰਚਲਿਤ ਹੈ ਅਸੀਂ ਉਸ ਨੂੰ ਹੀ ਸੱਚ ਮੰਨ ਲੈਂਦੇ ਹਾਂ। ਤੋਂ ਮੈਂ ਫਿਰ ਬੇਨਤੀ ਕਰ ਦੇਵਾਂ, ਭਾਵੇਂ ਮੈਂ ਸ਼ੁਰੂ ਵਿੱਚ ਬੇਨਤੀ ਕਰ ਆਇਆ ਹਾਂ, ਪਰ ਫਿਰ ਵੀ ਮੇਰੇ ਵੀਰ ਭੈਣ ਕਈ ਬੜੇ ਕਾਲੇ ਪੈ ਰਹੇ ਹਨ, ਇਸ ਲਈ ਫਿਰ ਇਹ ਬੇਨਤੀ ਦੁਹਰਾ ਦੇਵਾਂ ਕਿ ਮੈਂ ਜੋ ਕੁਝ ਤੁਹਾਡੇ ਨਾਲ ਸਾਂਝਿਆ ਕਰ ਰਿਹਾ ਹਾਂ ਇਹ ਇੱਕ ਇੱਕ ਅੱਖਰ ਜਿਹੜਾ ਹੈ ਇਹ ਬਕਾਇਦਾ ਪੁਸਤਕਾਂ ਵਿੱਚ ਲਿਖਿਆ ਮਿਲਦਾ ਹੈ ਔਰ ਅਸੀਂ ਕੇਵਲ ਇੱਕੋ ਸਾਖੀ ਨੂੰ ਸੁਣਿਆ ਹੈ। ਇਸ ਕਰਕੇ ਅਸੀਂ ਜਿਹੜਾ ਸਾਡੇ ਪੜ੍ਹਨ ਦੀ ਰੁਚੀ ਨਾ ਹੋਣ ਕਾਰਨ ਸਾਨੂੰ ਇਹ ਪਤਾ ਹੀ ਨਹੀਂ ਕਿ ਸਾਡੇ ਲੇਖਕਾਂ ਨੇ ਇਸ ਸੰਬੰਧ ਵੀ ਕੀ ਕੁਝ ਲਿਖਿਆ ਹੋਇਆ ਹੈ ਔਰ ਇਹਨਾਂ ਦਾ ਆਪਸ ਵਿੱਚ ਕਿੰਨਾ ਵਿਰੋਧ ਹੈ। ਇੱਕ ਕੁਝ ਆਖ ਰਿਹਾ ਹੈ, ਦੂਜਾ ਕੁਝ ਆਖ ਰਿਹਾ ਹੈ। ਔਰ ਕਿਉਂਕਿ ਮੈਂ ਬੜੇ ਵਿਸਥਾਰ ਨਾਲ ਇਸ ਦੀ ਚਰਚਾ ਕੀਤੀ ਹੈ ਮੈਂ ਆਪਣੀ ਲੇਖਾ ਰਾਹੀਂ, ਇਸ ਲਈ ਮੈਂ ਕੋਈ ਅਤਕਥਨੀ ਨਹੀਂ ਕਰ ਰਿਹਾ, ਬਲਕਿ ਮੈਂ ਇਸੇ ਭਰੋਸੇ ਤੇ, ਕਿਉਂਕਿ ਜੋ ਕੁਝ ਵੇਖਣ ਵਿੱਚ ਆਇਆ ਹੈ ਉਸ ਭਰੋਸੇ ਨਾਲ ਹੀ ਇਹ ਮੈਂ ਦਾਅਵੇ ਨਾਲ ਆਖ ਰਿਹਾ ਹਾਂ ਕਿ ਕੋਈ ਵੀ ਐਸਾ ਸੱਜਣ ਜੋ ਪ੍ਰੋਗਰਾਮ ਸੁਣ ਰਿਹਾ ਹੈ ਇੱਕ ਵੀ ਐਸੀ ਲਿਖਤ ਪੇਸ਼ ਕਰ ਦੇਵੇ ਕਿ ਜਿਸ ਲੇਖਕ ਨੇ ਪਹਿਲੇ ਲੇਖਕ ਨਾਲੋਂ ਕੋਈ ਗੱਲ ਵਧਾ ਕੇ ਜਾਂ ਘਟਾ ਕੇ ਪੇਸ਼ ਨਹੀਂ ਕੀਤੀ। ਤੋ ਇਸ ਲਈ ਮੈਂ, ਕਿਉਂਕਿ ਮੈਂ ਇਸ ਸੰਬੰਧੀ ਬੜੀ ਡੀਪਲੀ ਸਟੱਡੀ ਕੀਤੀ ਹੈ, ਸਾਰੀਆਂ ਲਿਖਤਾਂ ਨੂੰ ਗਹੁ ਨਾਲ ਘੋਖਿਆ ਹੈ, ਵਾਚਿਆ ਹੈ, ਇਸ ਲਈ ਮੈਂ ਇਹ ਗੱਲ ਦਾਅਵੇ ਨਾਲ ਆਖ ਰਿਹਾ ਹਾਂ ਔਰ ਮੈਂ ਲਿਖਤੀ ਰੂਪ ਵਿੱਚ ਇਸ ਦੇ ਪ੍ਰਮਾਣ ਵੀ ਪੇਸ਼ ਕੀਤੇ ਹਨ। ਇਸ ਲਈ ਜਿਸ ਵੀਰ ਭੈਣ ਨੂੰ ਹੋਰ ਵਧੇਰੇ ਜਾਣਕਾਰੀ ਦੀ ਲੋੜ ਹੋਵੇ ਉਹ ਬਾਅਦ ਵਿੱਚ ਆਪਣਾ ਈਮੇਲ ਲਿਖਾ ਦੇਣ ਤਾਂ ਮੈਂ ਉਹਨਾਂ ਨੂੰ ਸਾਰਾ ਜਿਹੜਾ ਹੈ ਉਹ ਈਮੇਲ ਰਾਹੀਂ ਸਾਰਾ ਮਟੀਰੀਅਲ ਕਰ ਦੇਵਾਂਗਾ ਤਾਂ ਕਿ ਉਹ ਖੁਦ ਪੜ੍ਹ ਕੇ ਇਹ ਤਸੱਲੀ ਕਰ ਸਕਣ। ਪਰ ਇਹਦੇ ਵਿੱਚ ਭਾਈ ਸਾਹਿਬ ਜੀ ਜਿਵੇਂ ਮਹਿਮਾ ਪ੍ਰਕਾਸ਼ ਵਾਰਤਕ ਹੈ, ਗੁਰਬਿਲਾਸ ਪਾਤਸ਼ਾਹੀ 6ਵੀਂ ਹੈ, ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਜਾਂ ਮਹਿਮਾ ਪ੍ਰਕਾਸ਼ ਵਾਰਤਕ ਹੈ, ਇਹਦੇ ਵਿੱਚ ਜਿਹੜੀਆਂ ਜ਼ਿਆਦਾਤਰ ਸਾਖੀਆਂ ਨੇ, ਕਿਉਂਕਿ ਇਹਨਾਂ ਦੇ ਨਾਲ ਨਾਲ ਜੇ ਮੈਂ ਜ਼ਿਕਰ ਨਾ ਕਰਾਂ ਅਖੌਤੀ ਦਸਮ ਗ੍ਰੰਥ ਦੀ ਤੇ ਫਿਰ ਇਉਂ ਲੱਗਦਾ ਕਿ ਕਹਾਣੀਆਂ ਅਧੂਰੀਆਂ ਰਹਿ ਜਾਣਗੀਆਂ। ਉਹਦੇ ਵਿੱਚ ਵੀ ਜਿਹੜੀ ਹੇਮਕੁੰਟ ਦੀ ਕਹਾਣੀ ਹੈ ਉਹਨੂੰ ਤੁਸੀਂ ਆਪਾਂ ਦੇਖੀਏ ਤੇ ਅੱਜ ਵੱਡੀ ਤਾਦਾਦ ਦੇ ਵਿੱਚ ਸਾਡੇ ਲੋਕ ਉੱਥੇ ਜਾ ਰਹੇ ਨੇ ਔਰ ਇੱਕ ਮਿੱਥ ਬਣਾ ਲਈ ਹੈ ਕਿ ਇੱਥੇ ਦਸਮ ਪਿਤਾ ਨੇ ਪੂਰਨ ਪਿਛਲੇ ਜਨਮ ਦੇ ਵਿੱਚ ਆ ਕੇ ਤਪੱਸਿਆ ਕੀਤੀ ਹੈ ਤੇ ਮਾਤ ਲੋਕ ਦੇ ਵਿੱਚ ਜਾਣਾ ਹੈ। ਇੱਕ ਸਵਾਲ ਹੈ ਤੁਹਾਡੇ ਤੱਕ, ਜੇ ਉਸ ਅਖੌਤੀ ਬਚਿੱਤਰ ਉਸ ਜਿਹਦੇ ਵਿੱਚ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਤ ਕਿ ਮਾਤ ਲੋਕ ਦੇ ਵਿੱਚ ਜਾਣਾ ਹੈ, ਕੀ ਉਹ ਹੇਮਕੁੰਟ ਮਾਤ ਲੋਕ ਦੇ ਵਿੱਚ ਨਹੀਂ, ਮਾਤ ਲੋਕ ਤੋਂ ਬਾਹਰ ਹੈ ਕਿਤੇ? ਕਿਉਂਕਿ ਅੱਜ ਗੱਲ ਖਾਸ ਕਰਕੇ ਭਾਈ ਬਲਵੰਤ ਸੱਤੇ ਦੀ ਚੱਲ ਰਹੀ ਹੈ, ਪਰ ਇਹਦੇ ਨਾਲ ਹੋਰ ਵੀ ਐਸੀਆਂ ਲਿਖਤਾਂ ਨੇ ਜਿਹਦੇ ਵਿੱਚ ਦਸਮ ਪਿਤਾ ਦੀਆਂ ਕੁਝ ਰਚਨਾਵਾਂ ਨੂੰ ਥੋੜ੍ਹੀਆਂ ਨੂੰ ਨਾਲ ਜੋੜ ਕੇ ਬਾਕੀ ਲੱਚਰਤਾ ਜੋੜ ਦਿੱਤੀ ਹੈ, ਸਿੱਖਾਂ ਦੇ ਪੱਲੇ ਪਾਤਾ ਤੁਹਾਡਾ ਗ੍ਰੰਥ ਹੈ, ਜਾਓ ਦੋਨਾਂ ਤਖਤਾਂ ਦੇ ਪ੍ਰਕਾਸ਼ ਕਰ ਦਿੱਤਾ, ਤੁਸੀਂ ਮੱਥਾ ਟੇਕੀ ਚੱਲੋ। ਸਿੱਖ ਮੱਥਾ ਟੇਕਣ ਦਾ ਕਿਸੇ ਮਤ ਰਹਿ ਗਿਆ? ਹਾਂਜੀ ਦੇਖੋ, ਮੈਂ ਬਿਲਕੁਲ ਸੰਖੇਪ ਵਿੱਚ ਹੀ ਗੱਲ ਕਰਾਂ ਕਿਉਂਕਿ ਜਿਹੜਾ ਵਿਸ਼ਾ ਅਸੀਂ ਛੋਇਆ ਹੋਇਆ ਹੈ ਉਹ ਅਧੂਰਾ ਰਹਿ ਜਾਵੇਗਾ ਕਿ ਹੇਮਕੁੰਡ ਜਿਹੜਾ ਹੈ ਉਹ ਇਸੇ ਧਰਤੀ ਦਾ ਹਿੱਸਾ ਹੈ, ਉਹ ਕਿਤੇ ਇਸ ਧਰਤੀ ਨਾਲੋਂ ਵੱਖਰਾ ਨਹੀਂ ਬਲਕਿ ਇਸ ਧਰਤੀ ਦਾ ਹੀ ਇੱਕ ਅਟੁੱਟ ਅੰਗ ਹੈ। ਤੋ ਮੈਂ ਜ਼ਿਆਦਾ ਇਸ ਵਿਸਾਰ ਵਿੱਚ ਨਾ ਜਾਵਾਂ ਕਿਉਂਕਿ ਜਿਹੜਾ ਵਿਸ਼ਾ ਅਸੀਂ ਛੋਇਆ ਹੈ ਉਹ ਆਪਣੇ ਆਪ ਵਿੱਚ ਹੀ ਇੰਨਾ ਲੰਬੇਰਾ ਹੈ
ਕਿ ਅਸੀਂ 5 ਘੰਟਿਆਂ ਵਿੱਚ ਵੀ ਉਸ ਨਾਲ ਜਸਟੀਫਾਈ ਨਹੀਂ ਕਰ ਸਕਾਂਗੇ। ਭਾਈ ਜਸਵੀਰ ਸਿੰਘ, ਅੱਜ ਬੜੀ ਅਹਿਮ ਗੱਲਬਾਤ, ਕਿਉਂਕਿ ਕਈ ਵਾਰੀ ਪਹੁੰਚਾਉਣਾ ਵੀ ਬੜਾ ਔਖਾ ਲੱਗਦਾ ਹੈ, ਕਿਉਂਕਿ ਅਸੀਂ ਕਈ ਵਰ੍ਹਿਆਂ ਤੋਂ, ਦਹਾਕਿਆਂ ਤੋਂ ਲਗਾਤਾਰ ਇਹਨਾਂ ਕਿਤਾਬਚਿਆਂ ਨੂੰ ਧਰਮ ਗ੍ਰੰਥ ਸਮਝ ਕੇ ਪੜ੍ਹਦੇ ਆਏ ਹਾਂ, ਪਰ ਹੁਣ ਪਤਾ ਲੱਗ ਰਿਹਾ ਕਿ ਜਿੰਨਾ ਕੂੜ ਕਬਾੜ, ਜਿੰਨਾ ਝੂਠ ਇਹਨਾਂ ਦੇ ਵਿੱਚ ਲਿਖਿਆ, ਤੇ ਸਾਡੇ ਗੁਰਦੁਆਰੇ ਦੇ ਪ੍ਰਬੰਧਕ ਵੀ ਇਸ ਗੱਲੋਂ ਨਹੀਂ ਰੋਕਦੇ ਕਿ ਲੋਕੀ ਸਾਖੀਆਂ, ਕਹਾਣੀਆਂ, ਆ ਚੁਟਕਲੇ ਜੇ ਸੁਣ ਕੇ ਮਾਇਆ ਜ਼ਿਆਦਾ ਭੇਟ ਕਰਦੀਆਂ ਨੇ, ਕਿਉਂਕਿ ਚੁਟਕਲੇ ਸੁਣਾਉਣ ਵਾਲੇ ਵੀ ਇਹੋ ਜਿਹੇ ਹੁੰਦੇ ਨੇ, ਪ੍ਰਬੰਧਕ ਵੀ ਇਹੋ ਜਿਹੇ ਨੇ, ਤੇ ਗਾਂ ਸੁਣਨ ਵਾਲੇ ਵੀ ਫਿਰ ਅੱਖਾਂ ਮੀਚ ਕੇ ਐ ਧੌਣ ਘੁਮਾ ਕੇ ਪੂਰੀ 5 ਦਾ ਨੋਟ ਵਗਾ ਕੇ ਮਾਰਦੇ ਨੇ ਦੂਰੋਂ ਕਿ ਆਹ ਮਹਾਂਪੁਰਸ਼ਾਂ ਨੇ ਜਿਹੜੀ ਬਾਬਾ ਜੀ ਨੇ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਕੀਤੀ। ਦੇਖਿਆ 5ਵੇਂ ਪਾਤਸ਼ਾਹ ਨੇ ਵਰਦਾਨ ਦਿੱਤਾ ਤੇ ਪੈ ਗਿਆ ਨਾ ਕੋੜ, ਸਾਡੇ ਬਾਬਾ ਜੀ ਵੀ ਐਂ ਵਰਦਾਨ ਦਿੰਦੇ ਆ। ਇਹ ਜਿਹੜੀ ਗੱਲਬਾਤ ਸੱਤੇ ਤੇ ਬਲਵੰਡ ਵਾਲੀ ਤੁਸੀਂ ਕਰ ਰਹੇ ਹੋ, ਇਹਨੂੰ ਥੋੜਾ ਜਿਹਾ ਹੋਰ ਉੱਥੋਂ ਹੀ ਸਪਸ਼ਟ ਕਰੋ ਤਾਂ ਜੋ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ। ਹਾਂਜੀ, ਦੇਖੋ, ਕਿਉਂਕਿ ਸਮਾਂ ਮੈਂ ਬਾਰ-ਬਾਰ ਇਸ ਰਿਪੀਟ ਕਰ ਰਿਹਾ ਹਾਂ, ਕਿਉਂਕਿ ਵਿਸ਼ਾ ਆਪਣੇ ਆਪ ਵਿੱਚ ਕਾਫੀ ਲੰਬੇਰਾ ਹੋਣ ਕਾਰਨ ਅਸੀਂ ਪੂਰਾ ਇਨਸਾਫ ਤਾਂ ਨਹੀਂ ਕਰ ਸਕਾਂਗੇ, ਪਰ ਫਿਰ ਵੀ ਕੋਸ਼ਿਸ਼ ਕਰ ਰਿਹਾ ਹਾਂ ਜਿੰਨਾ ਕੁ ਇਸ ਨਾਲ ਇਨਸਾਫ ਕਰ ਸਕਾਂ। ਕਿ ਇਹ ਜਿਹੜੀ ਸਾਖੀ ਹੈ, ਕਿਉਂਕਿ ਸੰਗਤਾਂ ਨੇ ਬਹੁਤ ਵੇਰਾ ਇਸ ਨੂੰ ਪੜ੍ਹਿਆ ਸੁਣਿਆ ਹੈ, ਇਸ ਲਈ ਉਸ ਨੂੰ ਦੁਬਾਰਾ ਮੈਂ ਇੱਥੇ ਰਿਪੀਟ ਨਾ ਕਰਾਂ, ਪਰ ਹਾਂ ਇੰਨੀ ਜ਼ਰੂਰ ਬੇਨਤੀ ਕਰ ਦੇਵਾਂ ਕਿ ਅਸੀਂ ਕੇਵਲ ਜਿਹੜੀ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਜੋ ਸਾਖੀ ਇਹਨਾਂ ਨਾਲ ਸੰਬੰਧਿਤ ਕੀਤੀ ਗਈ ਹੈ ਉਸ ਨੂੰ ਹੀ, ਕਿਉਂਕਿ ਬਾਅਦ ਵਿੱਚ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿਖੇ ਉਸ ਦਾ ਬੜੇ ਵਿਸਤਾਰ ਨਾਲ ਜ਼ਿਕਰ ਕੀਤਾ ਹੈ, ਔਰ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਹੈ ਉਹ ਸਾਡੇ ਗੁਰਦੁਆਰਿਆਂ ਵਿਖੇ ਅੱਜ ਵੀ ਕਈ ਥਾਈਂ ਹੁੰਦੀ ਹੈ, ਔਰ ਇਸ ਲਈ ਇਹ ਸਾਖੀ ਵਧੇਰੇ ਜਿਹੜੀ ਹੈ ਸਾਡੇ ਵਿੱਚ ਪ੍ਰਚਲਿਤ ਹੋਈ ਹੈ, ਔਰ ਸਾਨੂੰ ਸਟੇਜਾਂ ਤੋਂ ਵੀ ਆਮ ਤੌਰ ਤੇ ਇਹ ਸਾਖੀ ਜਿਹੜੀ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੇ ਆਧਾਰਿਤ ਹੈ ਉਹੀ ਵਧੇਰੇ ਸੁਣਨ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਕਾ, ਇਸ ਵਿੱਚ ਜਿਹੜੀ ਸਾਖੀ ਲਿਖੀ ਹੈ ਉਹ ਇਸ ਨਾਲੋਂ ਬਿਲਕੁਲ ਹੀ ਭਿੰਨ ਲਿਖੀ ਹੈ, ਔਰ ਮੈਂ ਇਹ ਵੀ ਬੇਨਤੀ ਕਰ ਦੇਵਾਂ ਕਿ ਸਾਡੇ ਅੱਜ ਤੱਕ ਕਿਸੇ ਵੀ ਵਿਦਵਾਨ ਸੱਜਣ ਨੇ ਇਸ ਦਾ ਕੋਈ ਬਿਲਕੁਲ ਇਹ ਭਾਵਨਾ ਲੈ ਲਵੇ ਕਿ ਮੈਂ ਐਸਾ ਆ ਕੇ ਕੋਈ ਆਪਣੀ ਵਿਦਵਤਾ ਦਾ ਢੰਡੋਰਾ ਪਿੱਟ ਰਿਹਾ ਹਾਂ ਜਾਂ ਆਪਣੇ ਆਪ ਨੂੰ ਕੋਈ ਮਹਾ ਵਿਦਵਾਨ ਜ਼ਾਹਰ ਕਰ ਰਿਹਾ ਹਾਂ, ਹਰਗਿਜ਼ ਐਸਾ ਭਾਵਨਾ ਸਮਝਣਾ, ਕਿਉਂਕਿ ਮੈਂ ਕੇਵਲ ਇਸ ਘਟਨਾ ਵੱਲ ਹੀ ਇਸ਼ਾਰਾ ਕਰ ਰਿਹਾ ਔਰ ਇਸ ਸੰਦਰਭ ਵਿੱਚ ਹੀ ਇਹ ਗੱਲ ਆਖ ਰਿਹਾ ਹਾਂ। ਇਸ ਲਈ ਪਲੀਜ਼ ਇਸੇ ਰੂਪ ਵਿੱਚ ਹੀ ਮੇਰੇ ਵੀਰ ਭੈਣ ਇਸ ਗੱਲ ਨੂੰ ਲੈਣ, ਨਾ ਕਿ ਮੇਰੀ ਹਉਮੈ ਦੀ ਪ੍ਰਦਰਸ਼ਨੀ ਦੇ ਰੂਪ ਵਿੱਚ ਇਸ ਨੂੰ ਵੇਖ ਕੇ ਭੁਲੇਖਾ ਖਾਣ ਕਿ ਇਸ ਪੱਖ ਨੂੰ ਕਿਸੇ ਵੀ ਲੇਖਕ ਨੇ ਇਸ ਰੂਪ ਵਿੱਚ ਨਹੀਂ ਉਭਾਰਿਆ ਜਾਂ ਸਿੱਖ ਸੰਗਤਾਂ ਦੇ ਸਾਹਮਣੇ ਨਹੀਂ ਲਿਆਂਦਾ। ਉਸ ਦੇ ਕਾਰਨਾਂ ਵੱਲ ਮੈਂ ਇਸ ਵੇਲੇ ਨਾ ਜਾਵਾਂ, ਕਿਉਂਕਿ ਜੇ ਕਾਰਨਾਂ ਵੱਲ ਗਿਆ ਤਾਂ ਫਿਰ ਜੋ ਗੱਲ ਕਹਿ ਰਿਹਾ ਹਾਂ, ਜੋ ਅੱਗੇ ਸਪਸ਼ਟ ਕਰਨਾ ਚਾਹੁੰਦਾ ਹਾਂ, ਉਹ ਨਹੀਂ ਕਰ ਸਕਾਂਗਾ। ਕਿ ਬੰਸਾਵਲੀ ਨਾਮੇ ਵਿਖੇ ਜੋ ਇਹ ਘਟਨਾ ਲਿਖੀ ਹੈ ਉਹ ਇਸ ਨਾਲੋਂ ਬਿਲਕੁਲ ਹੀ ਵੱਖਰੇ ਰੂਪ ਵਿੱਚ ਲਿਖੀ ਹੈ ਜੋ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖੀ ਹੈ। ਉਸ ਨੇ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਨਾਲੋਂ ਵੱਖਰੇ ਰੂਪ ਵਿੱਚ ਲਿਖਿਆ ਹੈ ਕਿ ਗੁਰੂ ਅੰਗਦ ਦੇ ਮਹਾਰਾਜ ਦੇ ਦਰਬਾਰ ਵਿਖੇ ਰਬਾਬੀਆਂ ਨੇ ਜਦੋਂ ਇਹ ਦੇਖਿਆ ਕਿ ਸੰਗਤਾਂ ਬੜੀਆਂ ਹੋਣ ਲੱਗ ਪਈਆਂ ਹੁਮ-ਹੁਮਾ ਕੇ, ਤਾਂ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ, ਉਹਨਾਂ ਨੂੰ ਇਹ ਭੁਲੇਖਾ ਪੈ ਗਿਆ ਕਿ ਸਾਡੇ ਕੀਰਤਨ ਕਰਕੇ ਸੰਗਤਾਂ ਆ ਰਹੀਆਂ ਹਨ। ਤਾਂ ਉਹਨਾਂ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਆਖਿਆ, ਮਹਾਰਾਜ ਕਿ ਜਿਹੜੀ ਇਹ ਗੋਲਕ ਹੈ ਗੁਰੂ ਕੀ, ਇਸ ਵਿੱਚੋਂ ਅੱਧਾ ਹਿੱਸਾ ਜਿਹੜਾ ਅੱਧੀ ਗੋਲਕ ਸਾਨੂੰ ਦਿੱਤੀ ਜਾਵੇ, ਕਿਉਂਕਿ ਸਾਡੇ ਕੀਰਤਨ ਕਰਕੇ ਸੰਗਤਾਂ ਆ ਰਹੀਆਂ ਹਨ, ਔਰ ਇਸ ਲਈ ਇਹ ਜਿਹੜੀ ਗੋਲਕ ਹੈ ਇਹਦੇ ਉੱਤੇ ਸਾਡਾ ਪੂਰਾ ਹੱਕ ਬਣਦਾ ਹੈ। ਇਸ ਲਈ ਜਿਹੜੀ ਅੱਧੀ ਗੋਲਕ ਹੈ ਇਹ ਚੜ੍ਹਤ ਦੀ ਮਾਇਆ ਹੈ, ਇਹ ਸਾਡੇ ਹਵਾਲੇ ਕੀਤੀ ਜਾਏ। ਪਰ ਸਤਿਗੁਰੂ ਜੀ ਮਹਾਰਾਜ ਨੇ ਵਿਚਾਰਿਆ ਕਿ ਜਿਹੜੇ ਅੱਜ ਅੱਧੀ ਗੋਲਕ ਮੰਗ ਰਹੇ ਹਨ, ਕੱਲ ਨੂੰ ਇਹ ਅੱਧੀ ਸੰਗਤ ਵੰਡ ਲੈਣਗੇ। ਇਹ ਲਿਖਾਰੀ ਅਨੁਸਾਰ ਮੈਂ ਬੇਨਤੀ ਕਰ ਰਿਹਾ ਹਾਂ। ਤੋ ਸਤਿਗੁਰੂ ਮਹਾਰਾਜ ਚੁਬਾਰੇ ਵਿੱਚ ਚਲੇ ਗਏ, ਆਪ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕੀਤਾ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਆਖਿਆ ਕਿ ਪੁਰਸ਼ਾ ਕਿ ਮੇਰਾ ਇੱਕੋ ਇੱਕ ਰਬਾਬੀ ਜਿਹੜਾ ਹੈ ਉਹ ਮਰਦਾਨਾ ਸਾਥੀ ਸੀ, ਬਾਕੀ ਮੈਂ ਕਿਸੇ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ, ਇਸ ਲਈ ਡੂਮਾ ਨੂੰ ਜਵਾਬ ਦੇ ਦੇ। ਔਰ ਗੁਰੂ ਅੰਗਦ ਦੇਵ ਮਹਾਰਾਜ ਨੇ ਆ ਕੇ ਡੂਮਾ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ, ਆਖਿਆ ਕਿ ਮੈਂ ਤੁਹਾਡੀ ਇਸ ਮੰਗ ਨੂੰ ਮੰਨਣ ਲਈ ਤਿਆਰ ਨਹੀਂ। ਔਰ ਡੂਮਾ ਨੂੰ
ਗੁਰੂ ਦਰਬਾਰ ਵਿੱਚੋਂ ਕੀਰਤਨ ਕਰਨ ਦੀ ਮਨਾਹੀ ਕਰ ਦਿੱਤੀ। ਔਰ ਡੂਮ ਜਿਹੜੇ ਸਨ, ਫਿਰ ਇਸ ਲੇਖਕ ਅਨੁਸਾਰ ਇਹ ਫਿਰ ਕਿਸੇ ਵੀ ਗੁਰੂ ਪਾਤਸ਼ਾਹ ਦੇ ਪਾਸ ਡੂਮਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਔਰ ਫਿਰ ਇਹ ਲਿਖਦਾ ਹੈ ਲੇਖਕ ਕਿ ਪੰਜੋਂ ਪਾਤਸ਼ਾਹ ਦੇ ਸਮੇਂ ਫਿਰ ਜਿਹੜੇ ਡੂਮ ਸਨ, ਇਹਨਾਂ ਨੇ ਜਿਵੇਂ ਆਮ ਜਿਹੜੀ ਸਾਖੀ ਹੈ ਗੁਰੂ ਬਿਲਾਸ ਪਾਤਸ਼ਾਹ ਛੇਵੇਂ ਦੇ ਆਧਾਰਿਤ, ਉਸ ਅਨੁਸਾਰ ਤਾਂ ਭਾਈ ਲੱਦਾ ਜੀ ਜੋ ਲਾਹੌਰ ਨਿਵਾਸੀ ਸਨ ਉਹਨਾਂ ਨੂੰ ਵਿਚੋਲਾ ਬਣਾਇਆ ਗਿਆ ਸੀ। ਪਰ ਇਸ ਜਿਹੜਾ ਬੰਸਾਵਲੀ ਨਾਮਾ ਹੈ, ਇਸ ਅਨੁਸਾਰ ਭਾਈ ਚੰਬਾ ਜੋ ਕਾਬਲ ਨਿਵਾਸੀ ਸਨ ਉਹਨਾਂ ਨੂੰ ਸਿਫਾਰਿਸ਼ ਲਈ ਬੇਨਤੀ ਕੀਤੀ ਇਹਨਾਂ ਡੂਮਾਂ ਨੇ। ਔਰ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਸ ਆ ਕੇ ਸਿਫਾਰਿਸ਼ ਕੀਤੀ ਕਿ ਮਹਾਰਾਜ ਇਹਨਾਂ ਨੂੰ ਬਖਸ਼ ਦੇਵੋ। ਪਰ ਮਹਾਰਾਜ ਨੇ ਇਹਨਾਂ ਨੂੰ ਨਾ ਬਖਸ਼ਿਆ, ਆਖਿਆ ਨਹੀਂ ਸਿੱਖਾ ਕਿ ਜਿਹੜੇ ਪਹਿਲੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੂੰ ਨਕਾਰਿਆ ਹੈ ਤਾਂ ਮੈਂ ਆਪਣੇ ਵਡੇਰਿਆਂ ਦੀ ਕੀਤੀ ਹੋਈ ਨੂੰ ਕਿਵੇਂ ਮਿਟਾ ਸਕਦਾ ਹਾਂ। ਇਹ ਬੰਸਾਵਲੀ ਨਾਮੇ ਦੇ ਸ਼ਬਦ ਹਨ ਕਿ ਗੁਰੂ ਅਰਜਨ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ। ਔਰ ਇੰਨਾ ਹੀ ਨਹੀਂ ਬਲਕਿ ਜੋ ਕੁਝ ਬੰਸਾਵਲੀ ਨਾਮਾ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖੋਂ ਸ਼ਬਦ ਕਢਵਾਉਂਦਾ ਹੈ ਉਹ ਮੈਂ ਆਪਣੀ ਜ਼ੁਬਾਨ ਤੇ ਵੀ ਨਹੀਂ ਲਿਆ ਸਕਦਾ, ਜਿਸ ਦਾ ਸੰਖੇਪ ਵਿੱਚ ਕੇਵਲ ਇਸ਼ਾਰਾ ਕਰ ਦੇਵਾਂ ਕਿ ਗੁਰੂ ਪਾਤਸ਼ਾਹ ਨੇ ਆਖਿਆ ਕਿ ਜੇਕਰ ਕੋਈ ਡੂਮ ਜਿਹੜਾ ਹੈ ਜੋ ਇਸ ਜਾਤੀ ਨਾਲ ਸੰਬੰਧਿਤ ਹੈ, ਜੋ ਇਸਲਾਮ ਦਾ ਪੈਰੋਕਾਰ ਹੈ, ਮਹਾਰਾਜ ਨੇ ਆਖਿਆ ਕਿ ਉਹ ਆਪਣੀ ਜਿਹੜੀ ਇਹ ਜ਼ੁਬਾਨ ਹੈ ਉਸ ਵਿੱਚ ਪਵਿੱਤਰ ਬਾਣੀ ਆਪਣੀ ਰਸਨਾ ਤੇ ਨਹੀਂ ਲਿਆ ਸਕਦਾ। ਔਰ ਆਖਿਆ ਕਿ ਜਿਵੇਂ ਗੋਕਾ ਦੁੱਧ ਜਿਹੜਾ ਹੈ ਇਹ ਚਮੜੇ ਵਿੱਚ ਪਾਏ ਤੇ ਪ੍ਰਿਸ਼ਟ ਜਾਂਦਾ ਹੈ, ਇਸੇ ਤਰ੍ਹਾਂ ਇਹ ਇਲਾਹੀ ਬਾਣੀ ਅੰਮ੍ਰਿਤ ਵੀ ਬਾਣੀ ਜੇਕਰ ਐਸੇ ਮਨੁੱਖ ਦੇ ਮੂੰਹ ਇਹ ਉਚਾਰੀ ਜਾਵੇ, ਉਚਾਰਨ ਕਰੇ ਤਾਂ ਉਹ ਪ੍ਰਿਸ਼ਟੀ ਜਾਵੇਗੀ। ਇਹ ਲੇਖਕ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖੋਂ ਸ਼ਬਦ ਕਢਵਾਉਂਦਾ ਹੈ। ਔਰ ਫਿਰ ਅਖਵਾਉਂਦਾ ਹੈ ਕਿ ਫਿਰ ਕਿਸੇ ਵੀ ਗੁਰੂ ਸਾਹਿਬਾਨ ਨੇ ਫਿਰ ਰਬਾਬੀਆਂ ਨੂੰ ਆਪਣੇ ਦਰਬਾਰ ਵਿੱਚ ਨਹੀਂ ਵੜਨ ਦਿੱਤਾ। ਔਰ ਜਿਹੜੀ ਮੈਂ ਅਗਲੀ ਗੱਲ ਕਰ ਰਿਹਾ ਹਾਂ ਇਸ ਵੱਲ ਵੀ ਸਾਡੇ ਲੇਖਕਾਂ ਦਾ ਧਿਆਨ ਨਹੀਂ ਗਿਆ। ਮੈਂ ਫਿਰ ਸ਼ਬਦ ਦੁਹਰਾ ਦੇਵਾਂ ਕਿ ਇਹ ਕੋਈ ਅਤ ਕਥਨੀ ਨਹੀਂ ਔਰ ਨਾ ਹੀ ਮੈਂ ਕੋਈ ਆਪਣੀ ਵਿਦਵਤਾ ਦਾ ਢੰਡੋਰਾ ਪਿੱਟ ਰਿਹਾ ਹਾਂ। ਮੈਂ ਕੇਵਲ ਤੱਤ ਪੇਸ਼ ਕਰ ਰਿਹਾ ਹਾਂ ਜੋ ਸਾਡੇ ਸਾਹਮਣੇ ਹਨ ਕਿ ਇਸ ਲੇਖਕ ਅਨੁਸਾਰ ਇਹ ਜਿਹੜੇ ਰਬਾਬੀ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਦਰਬਾਰੋਂ ਕੱਢਿਆ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਚੰਬੇ ਦੀ ਸਿਫਾਰਿਸ਼ ਮੰਨ ਕੇ ਜਿਨ੍ਹਾਂ ਨੂੰ ਫਿਰ ਵੀ ਗੁਰੂ ਦਰਬਾਰ ਵਿੱਚ ਨਾ ਰੱਖਿਆ, ਇਹਨਾਂ ਵਿੱਚ ਉਹ ਭਾਈ ਬਲਵੰਡ ਔਰ ਭਾਈ ਸਤੇ ਦੀ ਗਿਣਤੀ ਨਹੀਂ ਕਰਦਾ। ਉਹ ਇਹਨਾਂ ਨੂੰ ਕੀਰਤਨੀਏ ਜ਼ਰੂਰ ਆਖਦਾ ਹੈ, ਰਬਾਬੀ ਆਖਦਾ ਹੈ, ਪਰ ਉਹ ਡੂਮ ਰਬਾਬੀ ਸ਼ਬਦ ਲਿਖਦਾ ਹੈ। ਪਰ ਇਹਨਾਂ ਵਿੱਚ ਉਹ ਭਾਈ ਸਤਾ ਜੀ ਔਰ ਭਾਈ ਬਲਵੰਡ ਦਾ ਜ਼ਿਕਰ ਨਹੀਂ ਕਰਦਾ। ਇਸ ਲੇਖਕ ਅਨੁਸਾਰ ਜੋ ਭਾਈ ਬਲਵੰਡ ਸਨ ਉਹ ਭੱਟ ਸਨ ਔਰ ਭਾਈ ਸਤਾ ਜੀ ਡੂਮ ਸਨ। ਔਰ ਇਹਨਾਂ ਨੇ ਜਦੋਂ ਭਾਈ ਸਤਾ ਜੀ ਨੇ ਭਾਈ ਬਲਵੰਡ ਨੂੰ ਮਿਲ ਕੇ ਗੁਰੂ ਅਰਜਨ ਪਾਤਸ਼ਾਹ ਪਾਸ ਪਹੁੰਚਣ ਦੀ ਗੱਲ ਕੀਤੀ ਤਾਂ ਉਸ ਸਮੇਂ ਇਹ ਦੋਨੋਂ ਗੁਰੂ ਅਰਜਨ ਪਾਤਸ਼ਾਹ ਪਾਸ ਆਉਂਦੇ ਹਨ। ਤਾਂ ਮਹਾਰਾਜ ਇਹਨਾਂ ਨੂੰ ਆਖਦੇ ਹਨ ਕਿ ਭਾਈ ਅਸੀਂ ਜੋ ਗਵਈਏ ਹਨ ਉਹਨਾਂ ਨੂੰ ਮਨਾ ਕੀਤਾ ਹੈ, ਤੁਹਾਨੂੰ ਮਨਾ ਨਹੀਂ ਕੀਤਾ। ਤਾਂ ਉਸ ਸਮੇਂ ਗੁਰੂ ਮਹਾਰਾਜ ਦੀ ਉਸਤ ਵਿੱਚ ਵਾਰ ਉਚਾਰਦੇ ਹਨ। ਦੇਖੋ ਗੁਰੂ ਬਿਲਾਸ ਪਾਤਸ਼ਾਹ ਛੇਵੀਂ ਤੋਂ ਮਗਰੋਂ ਇਹ ਦੂਸਰੀ ਪੁਸਤਕ ਹੈ ਜਿਸ ਵਿੱਚ ਭਾਈ ਸਤੇ ਔਰ ਭਾਈ ਬਲਵੰਡ ਜੀ ਬਾਰੇ ਲਿਖਿਆ ਮਿਲਦਾ ਹੈ। ਔਰ ਇਸ ਵਿੱਚ ਬਿਲਕੁਲ ਟੋਟਲੀ ਜੋ ਕੁਝ ਗੁਰੂ ਬਿਲਾਸ ਪਾਤਸ਼ਾਹ ਛੇਵੀਂ ਵਿੱਚ ਲਿਖਿਆ ਹੈ ਉਸ ਦਾ ਰੰਚ ਮਾਤਰ ਵੀ ਇਸ ਵਿੱਚ ਜ਼ਿਕਰ ਨਹੀਂ। ਔਰ ਇਸ ਤੋਂ ਬਾਅਦ ਮਹਿਮਾ ਪ੍ਰਕਾਸ਼ ਦੀ ਵਾਰੀ ਆਉਂਦੀ ਹੈ। ਦੋ ਮਹਿਮਾ ਪ੍ਰਕਾਸ਼ ਹਨ, ਮਹਿਮਾ ਪ੍ਰਕਾਸ਼ ਵਾਰਤਕ ਹੈ ਔਰ ਮਹਿਮਾ ਪ੍ਰਕਾਸ਼ ਕਵਿਤਾ ਵਿੱਚ ਹੈ। ਇਹਨਾਂ ਦੋਨਾਂ ਵਿੱਚ ਕਾਫੀ ਸਮਾਨਤਾ ਹੈ ਪਰ ਕੁਝ ਕੁ ਇਹਨਾਂ ਵਿੱਚ ਗੱਲਾਂ ਜਿਹੜੀਆਂ ਹਨ ਉਹ ਜ਼ਰੂਰ ਇੱਕ ਦੂਜੇ ਨਾਲੋਂ ਭਿੰਨ ਹਨ। ਤੋ ਇਹਨਾਂ ਅਨੁਸਾਰ ਇਹ ਘਟਨਾ ਜਿਹੜੀ ਹੈ ਗੁਰੂ ਅੰਗਦ ਮਹਾਰਾਜ ਦੇ ਵੇਲੇ ਹੋਈ, ਪਰੰਤੂ ਇਹਨਾਂ ਨੇ ਜੋ ਕੁਝ ਪਹਿਲਾਂ ਦੋਨਾਂ ਲਿਖਾਰੀਆਂ ਨੇ ਲਿਖਿਆ ਹੈ ਇਹਨਾਂ ਨੇ ਉਸ ਗੱਲ ਦਾ ਜ਼ਿਕਰ ਨਹੀਂ ਕੀਤਾ, ਰੰਚ ਮਾਤਰ ਵੀ ਜ਼ਿਕਰ ਨਹੀਂ ਕੀਤਾ। ਔਰ ਮੈਂ ਸ਼ਬਦ ਫਿਰ ਦੁਹਰਾ ਦੇਣਾ ਚਾਹੁੰਦਾ ਹਾਂ ਵੀਰਾਂ ਭੈਣਾਂ ਨੂੰ ਕਿ ਅਸੀਂ ਕੇਵਲ ਇੱਕੋ ਘਟਨਾ ਪੜ੍ਹੀ ਸੁਣੀ ਹੈ, ਅਸੀਂ ਇਹਨਾਂ ਪੁਸਤਕਾਂ ਨੂੰ ਅਸੀਂ ਨਹੀਂ ਖੋਜਿਆ, ਨਹੀਂ ਪੜਤਾਲਿਆ। ਭਾਵੇਂ ਸਾਡੇ ਹੁਣ ਕੁਝ ਲੇਖਕਾਂ ਨੇ ਜ਼ਰੂਰ ਇਹਨਾਂ ਪੁਸਤਕਾਂ ਵਿੱਚੋਂ ਹਵਾਲੇ ਦਿੱਤੇ ਹਨ, ਪਰੰਤੂ ਕਿਉਂਕਿ ਪਹਿਲਾਂ ਇਹ ਕਿਤਾਬਾਂ ਉਪਲਬਧ ਵੀ ਨਹੀਂ ਸਨ ਇਸ ਲਈ ਇਹਨਾਂ ਦਾ ਜ਼ਿਕਰ ਵੀ ਆਮ ਤੌਰ ਤੇ ਸਾਡੇ ਸਾਹਮਣੇ ਨਹੀਂ ਆਇਆ, ਲੇਖਕਾਂ ਨੇ ਨਹੀਂ ਕੀਤਾ। ਤੋ ਅਸੀਂ ਵੇਖਦੇ ਹਾਂ ਇਹਨਾਂ ਮਹਿਮਾ ਪ੍ਰਕਾਸ਼ਾਂ ਵਿੱਚ ਇਸ ਘਟਨਾ ਨੂੰ ਗੁਰੂ ਬਿਲਾਸ ਪਾਤਸ਼ਾਹ ਛੇਵੀਂ ਔਰ ਬੰਸਾਵਲੀ ਨਾਮਾ ਜਿਹੜਾ 10 ਪਾਤਸ਼ਾਹੀਆਂ ਕਾ ਹੈ ਇਹਨਾਂ ਦੋਨਾਂ ਨਾਲੋਂ ਵੱਖਰੀ ਕਹਾਣੀ ਪੇਸ਼ ਕੀਤੀ ਗਈ ਹੈ। ਇਹਨਾਂ ਅਨੁਸਾਰ ਨਾ ਹੀ ਇਹਨਾਂ ਨੇ ਗੁਰੂ ਸਾਹਿਬ ਪਾਸੋਂ ਆਦਿ ਗੋਲਕ ਦੀ ਮੰਗ ਕੀਤੀ ਹੈ
ਔਰ ਨਾ ਹੀ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਘਟਨਾ ਹੋਈ ਹੈ, ਨਾ ਹੀ ਇਹਨਾਂ ਨੇ ਕੋਈ ਆਪਣੀ ਧੀ ਦੇ ਵਿਆਹ ਦੇ ਲਈ ਗੁਰੂ ਸਾਹਿਬਾਨ ਪਾਸੋਂ ਮਾਇਆ ਮੰਗੀ ਹੈ। ਇਹਨਾਂ ਨੇ ਵੱਖਰੀ ਸਟੋਰੀ ਦੱਸੀ ਹੈ ਕਿ ਬਾਬਾ ਬੁੱਢਾ ਜੀ ਇੱਕ ਦਿਨ ਪ੍ਰੇਮ ਬਸ ਭਾਈ ਬਲਵੰਡ ਨੂੰ ਆਖਣ ਲੱਗੇ ਕਿ ਮੈਨੂੰ ਸ਼ਬਦ ਸੁਣਾ, ਤਾਂ ਭਾਈ ਬਲਵੰਡ ਨੇ ਬਾਬਾ ਬੁੱਢਾ ਜੀ ਨੂੰ ਸ਼ਬਦ ਸੁਣਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਸਮੇਂ ਸ਼ਬਦ ਸੁਣਾਉਣ ਦਾ ਸਮਾਂ ਨਹੀਂ, ਜੇਕਰ ਸ਼ਬਦ ਸੁਣਨਾ ਹੀ ਤਾਂ ਜਦੋਂ ਗੁਰੂ ਦਰਬਾਰ ਵਿੱਚ ਮੈਂ ਕੀਰਤਨ ਕਰਾਂਗਾ ਉੱਥੇ ਆ ਕੇ ਸੁਣ ਲਵੀਂ। ਫਰਕ ਕੇਵਲ ਇਤਨਾ ਹੈ ਕਿ ਇੱਕ ਨੇ ਇਹ ਲਿਖਿਆ ਹੈ ਕਿ ਬਲਵੰਡ ਨੇ ਆਖਿਆ ਕਿ ਮੈਂ ਸ਼ਬਦ ਕੇਵਲ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਦੇ ਸਨਮੁਖ ਗਾਇਨ ਕਰਦਾ ਹਾਂ, ਮੈਂ ਕਿਸੇ ਜੱਟ ਬੂੜ ਦੇ ਅੱਗੇ ਕੀਰਤਨ ਨਹੀਂ ਕਰਾਂਗਾ। ਦੋਨਾਂ ਮਹਿਮਾ ਪ੍ਰਕਾਸ਼ਾਂ ਦੀ ਕਹਾਣੀ ਵਿੱਚ ਕੇਵਲ ਇਹਨਾਂ ਕੁ ਅੰਤਰ ਹੈ। ਜਦੋਂ ਭਾਈ ਬਲਵੰਡ ਗੁਰੂ ਅੰਗਦ ਪਾਤਸ਼ਾਹ ਪਾਸ ਪਹੁੰਚੇ ਹਨ ਰਬਾਬ ਲੈ ਕੇ, ਆਪਨੇ ਕੀਰਤਨ ਕਰਨਾ ਚਾਹਿਆ ਪਰ ਮਹਾਰਾਜ ਨੇ ਆਪਣਾ ਮੁਖ ਦੂਸਰੇ ਪਾਸੇ ਵੱਲ ਕਰ ਲਿਆ। ਜਦੋਂ ਭਾਈ ਬਲਵੰਡ ਦੂਸਰੇ ਪਾਸੇ ਹੋਇਆ, ਮਹਾਰਾਜ ਨੇ ਆਪਣਾ ਮੁਖ ਦੂਸਰੇ ਪਾਸੇ ਕਰ ਲਿਆ। ਜਦੋਂ ਭਾਈ ਬਲਵੰਡ ਨੇ ਪੁੱਛਿਆ ਮਹਾਰਾਜ ਕਿ ਨਾਰਾਜ਼ਗੀ ਦਾ ਕਾਰਨ, ਤਾਂ ਗੁਰੂ ਅੰਗਦ ਪਾਤਸ਼ਾਹ ਨੇ ਆਖਿਆ ਕਿ ਜਦੋਂ ਮੈਂ ਬਾਬਾ ਬੁੱਢਾ ਦੇ ਰੂਪ ਵਿੱਚ ਕੀਰਤਨ ਸੁਣਨਾ ਚਾਹੁੰਦਾ ਸਾਂ ਤੂੰ ਮੈਨੂੰ ਨਹੀਂ ਸੁਣਾਇਆ, ਹੁਣ ਮੇਰੀ ਸੁਣਨ ਦੀ ਚਾਹਤ ਨਹੀਂ। ਔਰ ਭਾਈ ਬਲਵੰਡ ਇਹ ਸੁਣ ਕੇ ਆਖਣ ਲੱਗਾ ਕਿ ਮਹਾਰਾਜ ਮੈਂ ਤੁਹਾਡੇ ਅੱਗੇ ਹੀ ਕੀਰਤਨ ਕਰਾਂਗਾ। ਮੈਂ ਔਰ ਸੰਖੇਪ ਵਿੱਚ ਬੇਨਤੀ ਕਰਾਂ, ਭਾਈ ਬਲਵੰਡ ਇਹ ਆ ਕੇ ਉੱਥੋਂ ਤੁਰ ਆਉਂਦਾ ਹੈ, ਮਹਾਰਾਜ ਮੇਰੇ ਪਾਸ ਬਾਬੇ ਦੀ ਬਾਣੀ ਹੈ, ਮੈਂ ਜਿੱਥੇ ਵੀ ਕੀਰਤਨ ਕਰਾਂਗਾ ਮੈਨੂੰ ਰੋਜ਼ੀ ਮਿਲ ਜਾਵੇਗੀ। ਇੱਥੇ ਨਾ ਹੀ ਭਾਈ ਬਲਵੰਡ ਗੁਰੂ ਨਾਨਕ ਮਹਾਰਾਜ ਦੀ ਸ਼ਾਨ ਦੇ ਵਿਰੁੱਧ ਕੁਝ ਆਖਦਾ ਹੈ ਔਰ ਨਾ ਹੀ ਗੁਰੂ ਅੰਗਦ ਮਹਾਰਾਜ ਕੋਈ ਭਾਈ ਬਲਵੰਡ ਨੂੰ ਸ਼ਰਾਪ ਦਿੰਦੇ ਹਨ। ਇਹਨਾਂ ਮਹਿਮਾ ਪ੍ਰਕਾਸ਼ਾਂ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ। ਪਰ ਭਾਈ ਸਾਹਿਬ ਜੀਓ, ਜਿਹੜੀ ਤੁਸੀਂ ਮਹਿਮਾ ਪ੍ਰਕਾਸ਼ ਤੇ ਸੂਝ ਪ੍ਰਕਾਸ਼ ਜਾਂ ਗੁਰਬਿਲਾਸ ਪਾਤਸ਼ਾਹ 6ਵੀਂ ਦੇ ਵਿੱਚ ਬਹੁਤ ਵਿਸਤਾਰ ਦੇ ਵਿੱਚ ਤੁਸੀਂ ਗੱਲਬਾਤ ਕੀਤੀ ਹੈ। ਲੇਖਕ ਲਿਖਦਾ ਗੁਰਬਿਲਾਸ ਪਾਤਸ਼ਾਹ 6ਵੀਂ ਦਾ ਲੇਖਕ ਕੌਣ ਹੈ, ਕੀ ਹੈ ਉਹਦਾ ਨਾਮ? ਦੇਖੋ ਇਹ ਗੁੰਮਨਾਮ ਲੇਖਕ ਹੈ, ਭਾਵੇਂ ਕਈਆਂ ਨੇ ਸੋਹਣ ਲਾਲ ਲਿਖਿਆ ਹੈ, ਪਰੰਤੂ ਉਹਨਾਂ ਨੇ ਇੱਕ ਫਿਕਰੇ ਤੋਂ ਭੁਲੇਖਾ ਖਾਦਾ ਹੈ। ਅਸਲ ਵਿੱਚ ਇੱਕ ਗੁੰਮਨਾਮ ਲਿਖਾਰੀ ਹੈ ਜਿਸ ਦੇ ਲੇਖਕ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਜੇ ਗੁੰਮਨਾਮ ਲਿਖਾਰੀ ਹੈ ਫਿਰ ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਸਟੇਜਾਂ ਦੇ ਉੱਤੇ ਕਿਉਂ ਪ੍ਰਚਲਿਤ ਕੀਤਾ ਜਾ ਰਿਹਾ, ਇਹ ਤੇ ਪਾਬੰਦੀਆਂ ਕਿਉਂ ਨਹੀਂ ਲੱਗਦੀਆਂ? ਹਾਂਜੀ, ਪਾਬੰਦੀਆਂ ਲਾਉਣ ਵਾਲੇ ਖੁਦ ਇਸ ਦੇ ਪ੍ਰਚਾਰਕ ਦੇ ਮੁੱਦੇ ਹੀ ਹਨ, ਇਸ ਲਈ ਪਾਬੰਦੀਆਂ ਮੇਰੇ ਤੁਹਾਡੇ ਵਰਗੇ ਤਾਂ ਲਾ ਨਹੀਂ ਸਕਦੇ। ਇਸ ਲਈ ਜਿਹੜੇ ਖੁਦ ਜਥੇਦਾਰ ਹਨ, ਜ਼ਿੰਮੇਵਾਰ ਵਿਅਕਤੀ ਹਨ, ਉਹ ਤਾਂ ਖੁਦ ਇਹਨਾਂ ਨੂੰ ਪ੍ਰਮੋਟ ਕਰਨ ਵਾਲੇ ਹਨ। ਕਿਉਂਕਿ ਜਿਨ੍ਹਾਂ ਸਾਖੀਆਂ ਦਾ ਭਾਈ ਸਾਹਿਬ ਜੀ ਤੁਸੀਂ ਜ਼ਿਕਰ ਕੀਤਾ, ਸਾਰੀਆਂ ਸਾਖੀਆਂ ਤੁਸੀਂ ਤੱਥਾਂ ਦੇ ਆਧਾਰਿਤ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਸਮਝਾਉਣ ਦਾ ਯਤਨ ਕੀਤਾ, ਗੁਰਮਤਿ ਤੋਂ ਕੋਹਾਂ ਮੀਲ ਦੂਰ ਨੇ। ਫਿਰ ਕਾਰਨ ਕੀ ਬਣ ਗਿਆ ਕਿ ਸਾਡਾ ਸਿੱਖ ਪੰਥ, ਸਾਡੇ ਪ੍ਰਚਾਰਕ, ਸਾਡੇ ਗੁਰਦੁਆਰਾ ਪ੍ਰਬੰਧਕਾਂ ਦੀ ਜਿਹੜੀ ਕਮੇਟੀਆਂ ਨੇ ਉਹ ਕਿਉਂ ਨਹੀਂ ਯਤਨ ਕਰਦੀਆਂ ਇਸ ਗੱਲ ਦੇ ਉੱਤੇ ਕਿ ਗੁਰਦੁਆਰਿਆਂ ਦੇ ਵਿੱਚ ਐਸੀਆਂ ਕਿਤਾਬਾਂ ਦੇ ਉੱਤੇ, ਐਸੀਆਂ ਰਚਨਾਵਾਂ ਦੇ ਉੱਤੇ, ਐਸੀਆਂ ਪ੍ਰਕਾਸ਼ਿਤ ਹੋਈਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਉੱਤੇ ਘੱਟੋ ਘੱਟ ਜੇ ਸਾਡੇ ਸਿੰਘ ਸਾਹਿਬਾਨ ਪਾਬੰਦੀ ਨਹੀਂ ਲਾ ਸਕਦੇ ਤੇ ਤੁਸੀਂ ਇੱਕ ਪ੍ਰਚਾਰਕ ਹੋਣ ਦੇ ਨਾਤੇ, ਗ੍ਰੰਥੀ ਹੋਣ ਦੇ ਨਾਤੇ, ਕਿਉਂਕਿ ਤੁਹਾਡੇ ਕੋਲ ਵਿਦਵਾਨ ਆਉਂਦੇ ਨੇ, ਕਾਫੀ ਲੰਮੇ ਸਮੇਂ ਤੁਸੀਂ ਇਸ ਪਾਸੇ ਤੁਰੇ ਹੋ, ਇਹਦੇ ਉੱਤੇ ਕੋਈ ਉਪਰਾਲਾ ਤੁਸੀਂ ਆਪਣੇ ਲੈਵਲ ਦੇ ਉੱਤੇ ਆਪ ਕਰ ਰਹੇ ਹੋ ਜੀ? ਹਾਂਜੀ ਵੇਖੋ, ਮੈਂ ਬੇਨਤੀ ਕਰਾਂ ਕਿ ਕਿਉਂਕਿ ਅਸੀਂ ਜੇ ਇਸ ਪਾਸੇ ਪੈ ਗਏ ਤਾਂ ਸਾਡਾ ਵਿਸ਼ਾ ਅਧੂਰਾ ਰਹਿ ਜਾਵੇਗਾ। ਅਸੀਂ ਫਿਰ ਕਿਸੇ ਸਮੇਂ ਖੁੱਲੇ ਸਮੇਂ ਇਸ ਉੱਤੇ ਬੜੇ ਵਿਸਤਾਰ ਸਹਿ ਜ਼ਰੂਰ ਚਰਚਾ ਕਰਾਂਗੇ, ਕਿਉਂਕਿ ਅਸੀਂ ਜਿਸ ਵਿਸ਼ੇ ਨੂੰ ਛੋਹਿਆ ਹੋਇਆ ਹੈ ਉਹ ਸਾਡਾ ਵਿਚੇ ਰਹਿ ਜਾਏਗਾ, ਅਧੂਰੇ ਰਹਿ ਜਾਵੇਗਾ। ਬਹੁਤ ਸਾਰੇ ਜਿਹੜੇ ਸਾਡੇ ਵੀਰ ਭੈਣ ਪ੍ਰੋਗਰਾਮ ਸੁਣ ਰਹੇ ਹਨ ਉਹਨਾਂ ਦੇ ਮਨ ਦੇ ਜੋ ਸਵਾਲ ਹਨ ਉਹ ਅਧੂਰੇ ਰਹਿ ਜਾਣਗੇ, ਉਹ ਪੂਰੇ ਨਹੀਂ ਹੋ ਸਕਣਗੇ। ਜ਼ਰੂਰ ਆਪਾਂ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ। ਸੋ ਇਸ ਸੰਬੰਧ ਦੇ ਵਿੱਚ ਸੱਤੇ ਤੇ ਬਲਵੰਡ ਵਾਲੀ ਸਾਖੀ ਜਿਹੜੇ ਆਮ ਕਰਕੇ ਸਾਡੇ ਵਿਦਵਾਨ ਸੁਣਾਉਂਦੇ ਨੇ ਤੇ ਉਹਨਾਂ ਦੀ ਸਾਖੀ ਸੁਣ ਕੇ ਫਿਰ ਅਸੀਂ ਗਰਦਨ ਘੁਮਾਉਂਦੇ ਹਾਂ ਪੂਰੀ, ਆਹਾ ਹਾ ਹਾ ਕਿਆ ਆਨੰਦ ਆਇਆ। ਅਸਲ ਦੇ ਵਿੱਚ ਉਹ ਆਨੰਦ ਨਹੀਂ, ਉਹ ਤੁਹਾਡੇ ਮਨਾਂ ਨੂੰ ਵਿਕਾਰਾਂ ਵੱਲ ਤੋਰ ਰਹੇ ਨੇ, ਗਲਤ ਪਾਸੇ ਤੋਰ ਰਹੇ ਨੇ। ਗੁਰਮਤਿ ਕੀ ਕਹਿੰਦੀ ਹੈ? ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ, ਸ਼ਬਦ ਗੁਰੂ ਦੇ ਸਿਧਾਂਤ ਤੋਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਅੱਜ ਵਿਸ਼ੇਸ਼ ਗੱਲਬਾਤ ਕਰ ਰਹੇ ਨੇ। ਆਖਰੀ 10 ਮਿੰਟਾਂ ਦੇ ਵਿੱਚ ਮੈਂ ਤੁਹਾਡੀ ਕੁਝ ਇੱਕ ਦੋ ਕਾਲਾਂ ਮੈਂ ਲੈ ਸਕਾਂਗਾ, ਜ਼ਿਆਦਾ ਨਹੀਂ ਜੀ ਭਾਈ ਸਾਹਿਬ ਜੀ। ਹਾਂਜੀ, ਮੈਂ ਹੋਰ ਸੰਕੇਤ ਕਰ ਦੇਵਾਂ, ਸਮਾਂ ਭੱਜਾ ਜਾ ਰਿਹਾ ਹੈ ਕਿ ਦੇਖੋ ਜਿਹੜੇ ਮਹਿਮਾ ਪ੍ਰਕਾਸ਼ ਹਨ ਇਹਨਾਂ ਵਿੱਚ ਪਹਿਲੀਆਂ ਦੋਵਾਂ ਪੁਸਤਕਾਂ ਨਾਲੋਂ ਬਿਲਕੁਲ ਹੀ ਟੋਟਲੀ ਡਿਫਰੈਂਟ ਸਟੋਰੀ ਪੇਸ਼ ਕੀਤੀ ਗਈ ਹੈ। ਔਰ ਚੌਥੀ ਜਿਹੜੀ ਸ਼੍ਰੇਣੀ ਹੈ ਉਹ ਆਉਂਦੀ ਹੈ ਮਕਾਲਫ ਦੀ। ਮਕਾਲਫ ਹੋਰਾਂ ਨੇ
ਉਹਨਾਂ ਨੇ ਬੜੀ ਮਿਹਨਤ ਕੀਤੀ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਉਹਨਾਂ ਨੇ ਵੀ ਚੂੰਕਿ ਜੋ ਪ੍ਰਚਲਿਤ ਕਹਾਣੀ ਸੀ ਉਸ ਨੂੰ ਹੀ ਆਧਾਰ ਬਣਾਇਆ ਹੈ। ਜਿੱਥੇ ਮਹਿਮਾ ਪ੍ਰਕਾਸ਼ ਵਿੱਚ ਦੋਨਾਂ ਮਹਿਮਾ ਪ੍ਰਕਾਸ਼ ਵਾਰਦ ਕੌਰ ਕਵਿਤਾ ਵਿੱਚ ਕੇਵਲ ਭਾਈ ਬਲਵੰਡ ਦਾ ਜ਼ਿਕਰ ਕੀਤਾ ਹੈ, ਭਾਈ ਸਤਿਆਰਾਜ ਦੀ ਨਹੀਂ। ਜਿਹੜੇ ਗੁਰੂ ਅੰਗਦ ਪਾਤਸ਼ਾਹ ਦੇ ਸਮੇਂ ਜਿਹੜੀ ਘਟਨਾ ਹੋਈ ਉਹਦੇ ਵਿੱਚ ਕੇਵਲ ਭਾਈ ਬਲਵੰਡ ਜੀ ਦੀ ਸ਼ਮੂਲੀਅਤ ਸੀ, ਭਾਈ ਸਤਾ ਜੀ ਦੀ ਨਹੀਂ। ਭਾਈ ਸਤਾ ਜੀ ਬਾਅਦ ਵਿੱਚ ਗੁਰੂ ਦਰਬਾਰ ਵਿੱਚ ਆਉਂਦੇ ਹਨ ਦੂਜੇ ਗੁਰੂ ਸਾਹਿਬਾਨ ਦੇ ਸਮੇਂ। ਪਰ ਮਕਾਲਪੁਰਾ ਨੇ ਇਹ ਘਟਨਾ ਗੁਰੂ ਅੰਗਦ ਪਾਤਸ਼ਾਹ ਨਾਲ ਹੀ ਸੰਬੰਧਿਤ ਕੀਤੀ, ਪਰ ਉਹਨਾਂ ਨੇ ਸਤਾ ਬਲਵੰਡ ਦੋਨਾਂ ਨੂੰ ਹੀ ਗੁਰੂ ਅੰਗਦ ਪਾਤਸ਼ਾਹ ਦੇ ਦਰਬਾਰ ਵੀ ਕੀਰਤਨ ਕਰਦਾ ਦਿਖਾਇਆ ਹੈ। ਔਰ ਪਹਿਲੀ ਵੇਰਾ ਮਕਾਲਪੁਰਾ ਨੇ ਇਸ ਗੱਲ ਦਾ ਘਟਨਾ ਦਾ ਸੰਬੰਧ ਗੁਰੂ ਅੰਗਦ ਪਾਤਸ਼ਾਹ ਨਾਲ ਜੋੜਦਿਆਂ ਹੋਏ ਆਖਿਆ ਕਿ ਉਹਨਾਂ ਨੇ ਆਪਣੀ ਬੱਚੀ ਦੇ ਵਿਆਹ ਲਈ ਗੁਰੂ ਪਾਤਸ਼ਾਹ ਪਾਸੋਂ 500 ਰੁਪਏ ਦੀ ਮੰਗ ਕੀਤੀ। ਇਹ ਪਹਿਲੀ ਵਾਰ ਉਹਨਾਂ ਨੇ ਫਿਗਰ ਦੱਸਿਆ ਮਕਾਲਫ ਦਾ ਜੀ ਜੀ। ਔਰ ਜਿਹੜੇ ਸਾਡੇ ਬਾਅਦ ਜੋ ਲੇਖਕਾਂ ਲਿਖਿਆ ਉਹ ਵੀ ਨਕਲ ਮਾਰਦੇ ਹਨ। ਔਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਫਿਰ ਬਕਾਇਦਾ ਇਹ ਜਿਹੜੀ ਮੰਗ ਸੀ, ਇਹ ਜਿਹੜੀ ਮੰਗ ਕੀਤੀ ਭੁੱਲਦਾ ਨਾ ਹੋਵਾਂ 1000 ਜਾਂ 500 ਰੁਪਈਆ ਇਹਨਾਂ ਦੋਨਾਂ ਵਿੱਚੋਂ ਇੱਕ ਫਿਗਰ ਹੋਵੇਗਾ। ਮੇਰੇ ਦਿਮਾਗ 'ਚ ਸ਼ਾਇਦ ਮੈਂ ਗਲਤ ਨਾ ਕਹਿ ਗਿਆ ਵਾਂ, ਇਸ ਲਈ ਮੈਂ ਸਪਸ਼ਟ ਕਰ ਦੇਵਾਂ। ਕਈ ਵਾਰ ਸਾਡੇ ਵੀਰ ਭੈਣ ਇੱਕ ਗੱਲ ਫੜ ਕੇ ਬਹਿ ਜਾਂਦੇ ਹਨ ਕਿ ਜੀ ਉਹ ਇੰਜ ਲਿਖਿਆ ਹੈ। ਤਾਂ ਪਹਿਲੀ ਵਾਰ ਉਸਨੇ ਬਕਾਇਦਾ ਰਕਮ ਲਿਖੀ ਕਿ ਇੰਨੀ ਰਕਮ ਦੀ ਮੰਗ ਕੀਤੀ। ਔਰ ਮਕਾਲਪੁਰਾ ਨੇ ਪਹਿਲੀ ਵਾਰ ਫਿਰ ਭਾਈ ਲੱਦਾ ਜੀ ਦਾ ਜ਼ਿਕਰ ਵੀ ਗੁਰੂ ਅੰਗਦ ਪਾਤਸ਼ਾਹ ਦੇ ਸਮੇਂ ਕੀਤਾ। ਔਰ ਫਿਰ ਜਿਹੜੀ ਪੰਜਵੀਂ ਧਿਰ ਹੈ ਉਹ ਪ੍ਰੋਫੈਸਰ ਸਾਹਿਬ ਸਿੰਘ ਦੀ ਧਿਰ ਹੈ। ਭਾਈ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੀ ਬੜੀ ਦੇਣ ਹੈ। ਸਾਡੇ ਪਾਸ ਭਾਈ ਕਾਹਨ ਸਿੰਘ ਜੀ ਨਾਭਾ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਜੀ ਇਤਿਆਦਿ ਕੁਝ ਗਿਣੇ ਮਿਥੇ ਵਿਦਵਾਨ ਹਨ ਜਿਨ੍ਹਾਂ ਦੇ ਮੁਕਾਬਲੇ ਦਾ ਅੱਜ ਵੀ ਸਾਡੇ ਪਾਸ ਕੋਈ ਵਿਦਵਾਨ ਨਹੀਂ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਕਿਉਂਕਿ ਉਹਨਾਂ ਨੇ ਹੋਰ ਖੇਤਰਾਂ ਵਿੱਚ ਬਹੁਤ ਯੋਗਦਾਨ ਪਾਇਆ ਹੈ, ਉਹਨਾਂ ਨੇ ਇਸ ਲਈ ਇਸ ਪਾਸੇ ਜ਼ਰੂਰ ਜੇਕਰ ਉਹਨਾਂ ਕੋਲ ਸਮਾਂ ਮਿਲਦਾ ਤਾਂ ਜ਼ਰੂਰ ਉਹ ਕੋਖ ਕਰਦੇ। ਪਰ ਕਿਉਂਕਿ ਇਹਨਾਂ ਵਿਦਵਾਨਾਂ ਨੇ ਵੀ ਜੋ ਪ੍ਰਚਲਿਤ ਸਾਖੀ ਸੀ ਇਸ ਨੂੰ ਆਧਾਰ ਬਣਾ ਕੇ ਹੀ ਉਹਨਾਂ ਨੇ ਸਿੱਟੇ ਕੱਢਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਇਸ ਪੱਖ ਨੂੰ ਵਿਚਾਰ ਨਾ ਸਕੇ। ਔਰ ਉਹਨਾਂ ਨੇ ਪੰਜਵੇਂ ਪਾਤਸ਼ਾਹ ਨਾਲ ਹੀ ਇਸ ਘਟਨਾ ਦਾ ਸੰਬੰਧ ਜੋੜਦਿਆਂ ਹੋਇਆਂ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਪ੍ਰਿਥੀ ਚੰਦ ਦੀ ਚੁੱਕ ਸੀ ਸਤੇ ਬਲਵਾਨ ਨੂੰ। ਉਹਨਾਂ ਨੇ ਬੜੀਆਂ ਦਲੀਲਾਂ ਦੇ ਕੇ ਆਪਣੇ ਵੱਲੋਂ ਇਸ ਪੱਖ ਨੂੰ ਉਹਨਾਂ ਨੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਧਿਰ ਹੋਰ ਅਸੀਂ ਜਦੋਂ ਵਿਸ਼ਵ ਪੰਜਾਬੀ ਕੋਸ਼ ਵੇਖਦੇ ਹਾਂ ਤਾਂ ਇੱਕ ਅਜਿਹਾ ਕੋਸ਼ ਹੈ ਜਿਸ ਵਿੱਚ ਜੋ ਕੁਝ ਵੀ ਪ੍ਰਚਲਿਤ ਸੀ, ਚਾਹੇ ਉਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਸੀ, ਚਾਹੇ ਉਹ ਬੰਸਾਵਲੀ ਨਾਮੇ ਵਿੱਚ ਸੀ, ਚਾਹੇ ਉਹ ਮਹਿਮਾ ਪ੍ਰਕਾਸ਼ ਵਿੱਚ ਸੀ, ਜਾਂ ਉਹ ਮਕਾਲਫ ਨੇ ਲਿਖਿਆ ਸੀ, ਇਹਨਾਂ ਸਾਰਿਆਂ ਦਾ ਹੀ ਜ਼ਿਕਰ ਕਰਦਿਆਂ ਆਖਿਆ ਕਿ ਇਹਨਾਂ ਲੋਕਾਂ ਨੇ ਆਹ ਕੀਤਾ। ਇਹਨਾਂ ਨੇ ਹੱਦ ਹੀ ਮੁਕਾਤੀ ਕਿ ਕੋਈ ਇਹ ਨਾ ਆਖੇ ਕਿ ਇਹਨਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ। ਬਸ ਤੁਸੀਂ ਹਾਸੋ ਨਹੀਂ ਗੱਲ ਵੇਖੋ ਕਿ ਜਿਹੜਾ ਬੰਦਾ ਇੱਕ ਵਾਰਾਂ ਗਲਤੀ ਕਰਦਾ ਹੈ, ਫਿਰ ਦੂਜੀ ਵਾਰਾਂ ਗਲਤੀ ਕਰਦਾ, ਤੀਜੀ ਵਾਰਾਂ ਗਲਤੀ ਕਰਦਾ ਹੈ, ਉਹ ਗਲਤੀਆਂ ਤੇ ਗਲਤੀਆਂ ਕਰੀ ਜਾ ਰਿਹਾ ਹੈ। ਉਹ ਲਿਖਣ ਵਾਲੇ ਨੇ ਇਹ ਨਹੀਂ ਸੋਚਿਆ ਕਿ ਅਸੀਂ ਕਿਹਨਾਂ ਬਾਰੇ ਲਿਖ ਰਹੇ ਹਾਂ। ਔਰ ਉਹਨਾਂ ਦੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਦਰਜ ਹੈ, ਔਰ ਉਹਨਾਂ ਨੇ ਇਸ ਲਈ ਜੋ ਕੁਝ ਵੀ ਪ੍ਰਚਲਿਤ ਸੀ ਉਹ ਸਾਰਾ ਹੀ ਇਹਨਾਂ ਦੇ ਨਾਲ ਮੜ ਦਿੱਤਾ। ਤੁਹਾਡਾ ਰੁਝਾਨ ਇੱਕਦਮ ਭਾਈ ਸਾਹਿਬ ਇਧਰਲੇ ਪਾਸੇ ਕਿਵੇਂ ਪਿਆ? ਜਿਵੇਂ ਵੱਡੇ ਵੱਡੇ ਵਿਦਵਾਨ ਭਾਈ ਕੇਸਰ ਸਿੰਘ ਛਿੱਬਰ ਨੇ, ਭਾਈ ਕਾਹਨ ਸਿੰਘ ਨਾਭਾ ਨੇ, ਜਾਂ ਇਸ ਤੋਂ ਪਹਿਲਾਂ ਹੋਰ ਜਿਹੜੇ ਵਿਦਵਾਨ ਹੋਏ ਨੇ ਉਹਨਾਂ ਨੇ ਜੋ ਕੁਝ ਲਿਖਿਆ, ਤੁਹਾਨੂੰ ਕਿਵੇਂ ਲੱਗਾ ਕਿ ਇਹ ਸਾਰੀਆਂ ਲਿਖਤਾਂ ਗੁਰੂ ਸਾਹਿਬ ਦੇ ਨਾਲ ਜੋੜੀਆਂ ਨੇ, ਉਹ ਕਾਪੀ ਮਾਰ ਕੇ ਨਕਲ ਕਰਕੇ ਲਿਖਦੇ ਰਹੇ? ਕਿਉਂਕਿ ਤੁਹਾਡੀ ਜਿਹੜੀ ਕੀਤੀ ਮਿਹਨਤ ਹੈ, ਮੈਂ ਦੇਖ ਰਿਹਾ ਤੁਹਾਡੇ ਵੱਲੋਂ ਜਿਹੜੇ ਨੋਟਸ ਨੇ ਔਰ ਤੁਹਾਡੇ ਐਡੀਟੋਰੀਅਲ ਨੇ, ਤੁਹਾਡੇ ਸਿੱਖ ਮਾਰਗ ਦੇ ਵਿੱਚ ਬੜੇ ਲੇਖ ਲਗਾਤਾਰ ਕਈ ਸਾਲਾਂ ਤੋਂ ਇਹਦੇ ਉੱਤੇ ਆ ਰਹੇ ਨੇ। ਤੁਹਾਡੇ ਮਨ ਦੇ ਵਿੱਚ ਕਿਵੇਂ ਕਲਪਨਾ ਆਈ ਕਿ ਇਹ ਗੁਰੂ ਸਾਹਿਬ ਦੇ ਨਾਲ ਇਹ ਗੱਲ ਸੰਬੰਧਿਤ ਨਹੀਂ ਹੋ ਸਕਦੀ? ਦੇਖੋ, ਸ਼ੁਰੂ ਤਾਂ ਨਹੀਂ, ਪਰ ਜਿਉਂ-ਜਿਉਂ ਮੈਨੂੰ ਥੋੜੀ ਬਾਣੀ ਦੀ ਸਮਝ ਆਈ ਤਾਂ ਮੈਨੂੰ ਇਹ ਜਿਉਂ-ਜਿਉਂ ਸਮਝ ਆਉਣ ਲੱਗ ਪਿਆ ਕਿ ਇਹ ਜਿਹੜੀ ਬਾਣੀ ਹੈ ਇਹ ਬਾਣੀ ਭਾਵੇਂ ਗੁਰੂ ਸਾਹਿਬਾਨ ਦੀ ਹੈ ਚਾਹੇ ਭਗਤ ਸਾਹਿਬਾਨ ਦੀ ਹੈ, ਇਹ ਬਾਣੀ ਸਧਾਰਨ ਕਾਵਿ ਨਹੀਂ। ਔਰ ਜਿਹੜੇ ਬਾਣੀਕਾਰ ਰਚਨਹਾਰੇ ਸਤਾ ਬਲਵਾਨੀ ਜੀ ਜਾਂ ਭੱਟ ਵੀ ਹਨ, ਇਹ ਸਧਾਰਨ ਕਵੀ ਨਹੀਂ ਹਨ। ਇਹਨਾਂ ਦਾ ਜਿਹੜਾ ਇਹ ਰੂਹਾਨੀਅਤ ਬਲ ਹੈ, ਰੂਹਾਨੀਅਤ ਕਵੀ ਸਨ। ਇਸ ਲਈ ਬਾਣੀ ਦੀ ਜਦੋਂ ਮੈਂ ਇਹ ਪਾਵਨ ਪੰਕਤੀ ਪੜ੍ਹੀ ਕਿ ਇਹ ਬਾਣੀ ਜਿਹੜੀ ਹੈ ਸਧਾਰਨ ਕਾਵਿ, ਇਹ ਬ੍ਰਹਮ ਵਿਚਾਰ ਹੈ, ਤਾਂ ਮੈਨੂੰ ਹਮੇਸ਼ਾ ਇਹ ਗੱਲ ਜਿਹੜੀ ਹੈ ਖਟਕਦੀ ਰਹੀ ਕਿ ਇਹ ਜਿਸ ਤਰ੍ਹਾਂ ਨਾਲ ਕਹਾਣੀ ਸੁਣਾਈ ਜਾ ਰਹੀ ਹੈ ਕਿ ਗੁਰੂ ਪਾਤਸ਼ਾਹ ਨੇ ਆਖਿਆ ਕਿ ਉਸਤਤ ਕਰੋ, ਜਿਸ ਮੂੰਹ ਨਾਲ ਤੁਸੀਂ ਨਿੰਦਿਆ ਕੀਤੀ ਹੈ ਗੁਰੂ ਨਾਨਕ ਦੀ, ਉਸ ਮੁਖ ਨਾਲ ਉਸਤਤ ਕਰੋ ਤਾਂ ਤੁਹਾਡਾ ਕੋਹ ਠੀਕ ਹੋਵੇਗਾ।
ਤਾਂ ਮੇਰੇ ਮਨ 'ਚ ਇਹ ਹਮੇਸ਼ਾ ਸਵਾਲ ਆ ਕਿ ਜੇ ਲੋੜ ਵੇਲੇ ਤਾਂ ਮੈਨੂੰ ਗਧੇ ਨੂੰ ਵੀ ਬਾਪ ਆਖ ਦਿੰਦਾ ਹੈ। ਜਦੋਂ ਮਨੁੱਖ ਫਸਿਆ ਹੋਵੇ ਤਾਂ ਉਹਦੇ ਗਧੇ ਨੂੰ ਆਖੋ ਬਾਪ, ਉਹ ਬਾਪ ਆਖਣ ਨੂੰ ਤਿਆਰ ਹੈ। ਤਾਂ ਮੇਰੇ ਮਨ 'ਚ ਹਮੇਸ਼ਾ ਗੱਲ ਰਹਿੰਦੀ ਸੀ ਕਿ ਉਸ ਸਮੇਂ ਕੁਸ਼ਟ ਰੋਗ ਦੇ ਸ਼ਿਕਾਰ ਹਨ, ਲੋਕੀ ਉਹਨਾਂ ਸੰਗਤਾਂ ਮੂੰਹ ਨਹੀਂ ਲਾ ਰਹੀਆਂ, ਬੜੇ ਲਾਚਾਰ ਹਨ, ਉਹਨਾਂ ਨੂੰ ਉਸ ਸਮੇਂ ਜੋ ਕੁਝ ਵੀ ਆਖਿਆ ਜਾਂਦਾ ਉਹ ਕਰਨ ਨੂੰ ਤਿਆਰ ਸਨ। ਪਰ ਸਵਾਲ ਇਹ ਹੈ ਕਿ ਉਹਨਾਂ ਦੀ ਅਜਿਹੀ ਉਸਤਤ ਜਿਹੜੀ ਹੈ ਕਿ ਗੁਰੂ ਸਾਹਿਬਾਨ ਉਸ ਨੂੰ ਇਸ ਇਲਾਹੀ ਬਾਣੀ ਵੀ ਸ਼ਾਮਲ ਕਰਦੇ। ਕਿ ਗੁਰੂ ਸਾਹਿਬਾਨ ਦੀ ਇਹੋ ਜਿਹੀ ਸ਼ਖਸੀਅਤ ਸੀ ਕਿ ਗੁਰੂ ਮਹਾਰਾਜ ਇਹੋ ਜਿਹੀ ਅਜ਼ਮਤ ਦੇ ਮਾਲਕ ਸਨ। ਜੇ ਗੁਰੂ ਸਾਹਿਬ ਸ਼ਰਾਬ ਤੇ ਵਰ ਦੇ ਵਿੱਚ ਯਕੀਨ ਰੱਖਦੇ ਤਾਂ ਜਿਸ ਵਕਤ ਚੰਦੂ ਵੱਲੋਂ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਸੀ, ਉਸ ਵਕਤ ਗੁਰੂ ਸਾਹਿਬ ਨੇ ਸ਼ਰਾਬ ਕਿਉਂ ਨਾ ਦਿੱਤਾ? ਫਿਰ ਜੀ ਦੇਖੋ, ਬਾਹਰੋਂ ਸ਼ਰਾਬ ਦੀ ਸਾਡੇ ਵਿੱਚ ਧਾਰਨਾ ਹੀ ਨਹੀਂ, ਕਿਉਂਕਿ ਅਸੀਂ ਇਸ ਪਾਸੇ ਪਏ ਹੀ ਨਹੀਂ। ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਕਿਉਂਕਿ ਇਸ ਨਾਲ ਬਹੁਤ ਸਾਰੇ ਜੁੜੇ ਹੋਏ ਪੱਖ ਹਨ। ਸਮਾਂ ਆਪਣੇ ਪਾਸ ਜਿਹੜਾ ਹੈ ਉਹ ਸੀਮਤ ਹੁੰਦਾ ਹੈ, ਅਸੀਂ ਸਾਰੇ ਪੱਖਾਂ ਨੂੰ ਜਿਹੜਾ ਹੈ ਉਹ ਵਿਚਾਰ ਨਹੀਂ ਸਕਦੇ, ਸਾਰਿਆਂ ਨਾਲ ਨਿਆਂ ਨਹੀਂ ਕਰ ਸਕਦੇ। ਇਸ ਲਈ ਬਹੁਤ ਸਾਰੇ ਪੱਖ ਜਿਹੜੇ ਹਨ ਇਸ ਕਹਾਣੀ ਨਾਲ ਜੁੜੇ ਹੋਏ ਉਹ ਅਸੀਂ ਨਹੀਂ ਵਿਚਾਰ ਸਕੇ। ਤਾਂ ਇਸ ਲਈ ਮੈਂ ਬੇਨਤੀ ਕਰਾਂ, ਮੈਂ ਇੱਕ ਗੱਲ ਹੋਰ, ਕਿਉਂਕਿ ਸਮਾਂ ਭੱਜਾ ਜਾ ਰਿਹਾ, ਇਸ ਲਈ ਮੈਂ ਇੱਕ ਹੋਰ ਗੱਲ ਵੱਲ ਧਿਆਨ ਦਵਾ ਦੇਵਾਂ ਕਿ ਜਿਹੜਾ ਕਿ ਆਮ ਜਿਹੜਾ ਹੈ ਉਹ ਆਮ ਸਾਡੇ ਸਾਹਮਣੇ ਨਹੀਂ ਆਇਆ, ਉਹ ਗੁਰੂ ਬਿਲਾਸ ਛੇਵੀਂ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਸੱਤਾ ਔਰ ਭਾਈ ਬਲਵੰਡ ਸਨ, ਇਹ ਪਹਿਲੇ ਜਨਮ ਦੇ ਭਾਈ ਮਰਦਾਨਾ ਜੀ ਔਰ ਭਾਈ ਦਾਲਾ ਜੀ ਸਨ। ਵਾਹ ਜੀ ਵਾਹ। ਇਹ ਉਹਨਾਂ ਨੇ ਲਿਖਿਆ ਹੈ ਕਿ ਉਸਦੇ ਆਪਣੇ ਸ਼ਬਦ ਹਨ ਕਿ ਏਕ ਅਨਹੀ ਰੂਪ ਗੁਰੂ ਨਾਨਕ, ਰਾਵੀ ਤਤ ਬੈਠੇ ਸੁਖ ਮਾਨਕ, ਦਾਲ ਡੂਮ ਸਾਥ ਮਰਦਾਨੇ, ਢੂੰढते आए गुरु निकटाने, मर्दाने को तब गुर कहा, रब बजावो आनंद लाहा, रब बजायो तेह बड भागे, आप दाले स्यों गावण लागे, घड़ी जुगल दिन जाबै रहाई, आसा रागनी श्री गुर गाई, सुनत राग पंछी मृग मोहे, वैर भाव निज मन न जोहे। ये गुरु बिलास पातशाही छेवीं ਦੇ ਸ਼ਬਦ ਹਨ। ਨਹੀਂ, ਇਹ ਰਾਈਟਰ ਜਿਹੜਾ ਦੱਸ ਰਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵੇਲੇ ਇਹ ਮਰਦਾਨਾ ਤੇ ਦਾਲਾ ਸਨ, ਇਹ ਰਾਈਟਰ ਉਸ ਵੇਲੇ ਦਾਈ ਸੀ ਉੱਥੇ, ਜਿਹੜਾ ਇਹਨੂੰ ਪਤਾ ਲੱਗ ਗਿਆ ਤੇ ਪੰਜਮ ਪਾਤਸ਼ਾਹ ਵੇਲੇ ਇਹ ਦੁਬਾਰਾ ਆ ਕੇ ਸੱਤਾ ਤੇ ਬਲਵੰਡ ਬਣ ਗਏ। ਦੇਖੋ, ਇਸ ਤਰ੍ਹਾਂ ਦੀਆਂ ਦਾਈਆਂ ਬੜੀਆਂ ਮਿਲਣਗੀਆਂ ਸਾਨੂੰ ਸਾਡੇ ਆਪਣੇ ਇਤਿਹਾਸ ਵਿੱਚ, ਜਦੋਂ ਫੋਲਾਂਗੇ ਕਿ ਇਸ ਤਰ੍ਹਾਂ ਦੇ ਗੁੱਜੇ ਪੇ ਜਾਣ ਵਾਲੇ ਇੱਕ ਨਹੀਂ ਬੜੇ ਔਰ ਬੜੀਆਂ ਸਾਖੀਆਂ ਜੋ ਇਸ ਤਰ੍ਹਾਂ ਦੀਆਂ ਇਸ ਨਾਲ ਸੰਬੰਧਿਤ ਹਨ। ਤਾਂ ਖੈਰ ਮੈਂ ਫਿਰ ਸੀਮਤ ਰੱਖਾਂ ਆਪਣੀ ਗੱਲ ਨੂੰ ਕਿ ਫਿਰ ਲੇਖਕ ਲਿਖਦਾ ਹੈ ਕਿ ਜਦੋਂ ਗਾਇਨ ਹੋਇਆ, ਸ਼ਬਦ ਗਾਇਆ ਗਿਆ, ਤਾਂ ਭਾਈ ਮਰਦਾਨੇ ਔਰ ਭਾਈ ਦਾਲੇ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਜਿਹੜਾ ਵਾਤਾਵਰਨ ਬਣਿਆ ਹੈ ਇਹ ਜਿਹੜਾ ਉਹਨਾਂ ਦੇ ਰਾਹ ਕਾਰਨ ਹੋਇਆ ਹੈ। ਤਾਂ ਇਹ ਲੇਖਕ ਲਿਖਦਾ ਹੈ ਕਿ ਮਾਨਕਿਓ ਮਰਦਾਨੇ ਦਾਲੇ, ਮ੍ਰਿਗ ਪੰਖ ਮੋਹੇ ਹਮ ਇਹ ਕਾਲੇ, ਗੁਰੂ ਨਾਨਕ ਤਬ ਮੋਨ ਸੋ ਤਾਰੀ, ਦਾਲੇ ਕੇਹੋ ਮੋਨ ਕਿਮਤ ਸਾਰੀ। ਤਾਂ ਫਿਰ ਲਿਖ ਲਿਆ, ਸਿਰ ਗੁਰੂ ਨਾਨਕ ਤਬ ਕਹਾ, ਤੁਮੈ ਮਾਨ ਏਕੀਨ, ਮਾਨ ਸਹਿਤ ਕਲਿਆਣ ਨਹਿ, ਕਰੋੜ ਜਤਨ ਜਿਤ ਕੀਨ, ਤਬ ਦੂਹਨ ਬਿਨਤੀ ਕਰੀ, हे ਪ੍ਰਭ ਬਖਸ਼ ਦਿਆਲ, ਸਿਰ ਗੁਰੂ ਨਾਨਕ ਤਬ ਕਹਾ, ਲਿਖ ਚਤੁਰਾਨਨ ਭਾਲ, ਪੰਚਮ ਦੇਹ ਜਬੈ ਮੈਂ ਧਰੂ। ਹੁਣ ਗੁਰੂ ਨਾਨਕ ਸਾਹਿਬ ਜਦੋਂ ਇਹ ਮਹਾਰਾਜ ਨੇ ਇੰਝ ਆਖਿਆ ਕਿ ਤੁਸੀਂ ਹੰਕਾਰ ਕੀਤਾ ਹੈ, ਚੰਗੀ ਗੱਲ ਨਹੀਂ ਕੀਤੀ, ਮਾਨ ਨਾਲ ਕੋਈ ਮੈਨੂੰ ਕੋਈ ਕਿਸੇ ਦੀ ਪ੍ਰਸੰਨਤਾ ਹਾਸਲ ਨਹੀਂ ਕਰ ਸਕਦਾ, ਤਾਂ ਇਹਨਾਂ ਨੇ ਮਾਫੀ ਮੰਗੀ। ਤਾਂ ਗੁਰੂ ਨਾਨਕ ਸਾਹਿਬ ਫਿਰ ਅੱਗੋਂ ਆਖਦੇ ਹਨ ਕਿ ਪੰਚਮ ਦੇਹ ਜਬੈ ਮੈਂ ਧਰੂ, ਕੌਤਕ ਅਨਕ ਜਗਤ ਮੈਂ ਕਰੂੰ, ਰਾਗ ਮਾਨ ਤਬ ਹੀ ਤੁਮ ਕਰੋ, ਬਹੁਤ ਨਰਾਦਰ ਹਮਰਾ ਧਰੋ। ਇਹ ਗੁਰੂ ਨਾਨਕ ਸਾਹਿਬ ਆਖ ਰਹੇ ਹਨ ਭਾਈ ਮਰਦਾਨਾ ਔਰ ਭਾਈ ਦਾਲਾ ਜੀ ਨੂੰ, ਜੈਸੇ ਮਾਨ ਅਬੈ ਤੁਮ ਕੀਨਾ, ਇਸ ਤੀ ਅਦਕ ਕਰੋ ਰਿਸ ਲੀਨਾ, ਪ੍ਰਥਮੈ ਪਠੂ ਸਿੱਖ ਤੁਮ ਪਾਸਾ, ਬਹੁਰ ਕਰੂੰ ਆਪਨੇ ਅਰਦਾਸਾ, ਬਚ ਮੇਰੋ ਤੁਮ ਮਾਨੋ ਨਾਹੀ, ਬਹੁਰ ਪੁਛਤਾਏ ਸ਼ਰਨ ਤੁਮ ਪਾਹੀ, ਕਥਾ ਬ੍ਰਿਧ ਸੰਕੋਚ ਬਖਾਨੀ, ਥੋਰੇ ਮੈਂ ਤੁਮ ਜਾਨੋ ਗਿਆਨੀ। ਇਹ ਉਸ ਪਾਤਰ ਦੇ ਮੂੰਹੋਂ ਲੇਖਕ ਕਢਵਾ ਰਿਹਾ ਹੈ। ਇਹ ਭਾਈ ਜਸਵੀਰ ਸਿੰਘ ਜੀ, ਮੈਨੂੰ ਉਹ ਲੱਗਦਾ ਹੈ ਕਿ ਇਸ ਗਪੌੜੀ ਨੇ ਜਿੰਨੀ ਗੱਪ ਮਾਰ ਸਕੇ ਵੱਧ ਤੋਂ ਵੱਧ ਮਾਰੀ ਹੈ, ਤੇ ਹੁਣ ਸਾਰਾ ਕੁਝ ਭਾਵੇਂ ਸੰਖੇਪ ਦੇ ਵਿੱਚ ਭਾਈ ਸਾਹਿਬ ਉਹਨਾਂ ਨੇ ਵਰਣਨ ਕਰਨ ਦਾ ਯਤਨ ਕੀਤਾ ਹੈ। ਮੇਰੀ ਇਹ ਬੇਨਤੀ ਹੈ ਉਹਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀਰਾਂ ਨੂੰ ਤੇ ਪ੍ਰਚਾਰਕ ਵੀਰਾਂ ਨੂੰ, ਗੁਰਬਾਣੀ ਪੜ੍ਹਿਆ ਕਰੋ, 1430 ਅੰਗ ਨੇ, ਉਹਦੇ ਵਿੱਚ ਬੜਾ ਅਹਿਮ ਖਜ਼ਾਨਾ ਪਿਆ ਹੈ। ਜੇ ਅਸੀਂ 1430 ਅੰਗਾਂ ਦੇ ਵਿੱਚੋਂ ਖਜ਼ਾਨਾ ਅਸਲੀਅਤ ਤੇ ਤੱਥ ਨਹੀਂ ਪਾਲ ਸਕੇ, ਨਾ ਫਿਰ ਮਹਿਮਾ ਪ੍ਰਕਾਸ਼ ਚੋਂ ਮਿਲਣੀ ਹੈ, ਨਾ ਸੂਰਜ ਪ੍ਰਕਾਸ਼, ਨਾ ਪੰਥ ਪ੍ਰਾਚੀਨ
ਆ ਜਿਹੜੇ ਹੋਰ ਕਈ ਗ੍ਰੰਥ ਤੁਰੇ ਫਿਰਦੇ ਨੇ ਉਹਨਾਂ ਦੇ ਵਿੱਚੋਂ ਜੇ ਕੁਝ ਮਿਲਣਾ ਹੈ ਤੇ ਸਾਰਾ ਕੁਝ ਖਜ਼ਾਨਾ ਸਾਡਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਦਰਜ ਹੈ। 9:53 ਹੋ ਗਏ ਨੇ। ਮੇਰੀ ਐਡ ਕਈ ਵਾਰੀ ਲੇਟ ਹੋ ਜਾਂਦੀ ਹੈ, ਖਿਮਾ ਚਾਹੁੰਦਾ। ਇਸ ਤੋਂ ਬਾਅਦ 1-2 ਕਾਲ ਮੈਂ ਲੈ ਸਕਾਂਗਾ। 6 ਮਿੰਟ ਮੇਰੇ ਕੋਲ ਬਾਕੀ ਨੇ। ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ, ਤੁਸੀਂ ਇੱਥੇ ਹੋ ਜੀ? ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵੀਰ ਜੀ ਤੁਹਾਡੇ ਮੈਨੂੰ ਸ਼ਬਦ ਨਹੀਂ ਮਿਲਦੇ। ਤੁਹਾਡਾ ਤੇ ਭਾਈ ਜਸਵੀਰ ਸਿੰਘ ਦਾ ਧੰਨਵਾਦ ਕਿਵੇਂ ਕਰਾਂ ਕਿ ਅੱਜ ਇੰਨੀਆਂ ਬੇਸ਼ਕੀਮਤੀ ਗੱਲਾਂ ਦੱਸੀਆਂ ਨੇ ਜਿਹੜੀਆਂ ਸਾਡੇ ਬਹੁਤ ਭਰਮ ਭੁਲੇਖੇ ਸੀ। ਬਹੁਤ ਬਹੁਤ ਧੰਨਵਾਦ ਹੈ ਜੀ। ਇਹਨਾਂ ਨੂੰ ਵਾਰ-ਵਾਰ ਲਿਆ ਕੇ ਇਦਾਂ ਦੀਆਂ ਸਾਖੀਆਂ ਰੱਦ ਕਰਵਾਓ ਜੀ ਜਿਹੜੀਆਂ ਸਾਨੂੰ ਗੁੰਮਰਾਹ ਕਰਦੀਆਂ ਨੇ। ਪਰ ਇੱਕ ਜਿਹੜੀ ਤਾਂ ਗੱਲ ਤੁਸੀਂ ਹੋਰ ਕਹਿ ਰਹੇ ਸੀ ਵੀ ਗੁਰਦੁਆਰੇ ਦੇ ਗੋਲਕਾਂ ਵਾਲੀ, ਮੈਨੂੰ ਇੱਕ ਹੋਰ ਸਵਾਲ ਯਾਦ ਆ ਰਿਹਾ। ਜਿਹੜੇ ਅੱਜ ਗੁਰਦੁਆਰੇ ਵਾਲੇ ਹੰਬਲ ਹੋ ਕੇ ਅਰਦਾਸਾਂ ਕਰ ਰਹੇ ਭਾਈ ਸਾਹਿਬ ਨੂੰ ਵਿਦਾਇਗੀ ਕੀਰਤਨ, ਇਹ ਸਾਰਾ ਗੋਲਕਾਂ ਲਈ ਤਾਂ ਨਹੀਂ ਕੀਤਾ ਜਾ ਰਿਹਾ। ਜਿੱਥੇ ਸਰਦਾਰ ਇੰਦਰ ਸਿੰਘ ਗਾ ਰਹੇ ਸੀਗੇ ਉਹਨਾਂ ਬਾਰੇ ਇਹਨਾਂ ਗੁਰਦੁਆਰਿਆਂ ਨੂੰ ਬੇਨਤੀ ਕੀਤੀ ਗਈ ਸੀ, ਉੱਥੇ ਗੁਰਦੁਆਰੇ ਵਾਲੇ ਨੇ ਲੱਤਾਂ ਭਾਰਨੀ ਸੀ ਚੱਲ ਰਹੀਆਂ। ਕੀ ਇਹ ਸਾਰਾ ਕੁਝ ਗੋਲਕਾਂ ਲਈ ਹੋ ਰਿਹਾ ਜੀ? ਹਾਂਜੀ ਭਾਈ ਸਾਹਿਬ ਜੀ, ਬਹੁਤ ਵਧੀਆ ਤੁਹਾਡਾ ਸਵਾਲ ਹੈ, ਹੋਲਡ ਕਰਕੇ ਰੱਖਣਾ। ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ, ਤੁਸੀਂ ਏਅਰ ਤੇ ਹੋ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਰੌਸ਼ਨੀ ਪੈ ਰਹੀ ਆ, ਬੜੀ ਲੰਮੀ ਗੱਲ ਨਹੀਂ ਕਰਦਾ। ਇਹ ਨਹੀਂ, ਬਹੁਤ ਵਧੀਆ ਰੌਸ਼ਨੀ ਜਿਹੜੀ ਪਾ ਰਹੇ ਆ ਤੁਸੀਂ ਇਹਨਾਂ ਦੇ ਥਰੂ, ਬਹੁਤ ਵਧੀਆ ਗੱਲ ਹੈ। ਪਰ ਤੁਹਾਡੇ ਕੋਲ ਟਾਈਮ ਤੁਸੀਂ ਬਹੁਤ ਇਹਨਾਂ ਨੂੰ ਘੱਟ ਦਿੱਤਾ। ਫੇਰ ਵੀ ਲਿਆ ਕਰੋ ਤਾਂ ਫੇਰ ਵੀ ਬਾਰ-ਬਾਰ ਅਸੀਂ ਸੁਣਦੇ ਰਵਾਂਗੇ। ਮੈਂ ਇੰਨਾ ਸੁਣ ਕੇ ਇੰਨਾ ਮੇਰਾ ਮਨ, ਮੈਂ ਆਪ ਇਹਨਾਂ ਗੱਲਾਂ ਦਾ ਧਾਰਨੀ ਆ, ਤਾਂ ਕਰਕੇ ਲੋਕਾਂ ਨੂੰ ਵੀ ਪਤਾ ਲੱਗੇ, ਹੋਰਨਾਂ ਨੂੰ ਵੀ ਪਤਾ ਲੱਗੇ ਜਿਹੜੇ ਵਿਚਾਰੇ ਇਹਨਾਂ ਗੱਲਾਂ 'ਚ ਹੀ ਰੁੱਝੇ ਰਹਿੰਦੇ ਆ ਵੀ ਖਨੀ ਉਹ ਸ਼ਰਾਬ ਦਿੱਤਾ, ਉਹਨੂੰ ਵਰਤਾ। ਇਹਨਾਂ ਗੱਲਾਂ ਤੋਂ ਹਟ ਕੇ ਗੁਰਬਾਣੀ ਨਾਲ ਤੇ ਗੁਰਕੀਰਤਨ ਨਾਲ ਜੁੜੀਏ। ਥੈਂਕਸ, ਬਹੁਤ ਬਹੁਤ ਧੰਨਵਾਦ ਜੀ। ਭਾਈ ਸਾਹਿਬ ਜੀ, ਐਸੀ ਗੱਲ ਨਹੀਂ, ਗੁਰਬਾਣੀ ਦੇ ਵਿੱਚ ਜਿਵੇਂ ਦੋਨਾਂ ਸਾਡੇ ਕਾਲਰ ਸਾਹਿਬਾਨ ਨੇ ਗੱਲਬਾਤ ਕੀਤੀ ਹੈ, ਅਸਲ ਦੇ ਵਿੱਚ ਗੁਰਬਾਣੀ 'ਚ ਇਹ ਵੀ ਜ਼ਿਕਰ ਆਉਂਦਾ ਹੈ ਵੇਲੇ ਨਾਹੀਂ ਘਣੇ ਫੈਲ ਫਕੜ ਸੰਸਾਰ। ਜੇ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹ ਲਈਏ, ਕਈ ਵਿਦਵਾਨ ਸਾਡੇ ਕੋਲ ਹੈ ਨੇ, ਕਈ ਐਸੀਆਂ ਗੁਰਮੁਖ ਪਿਆਰੀਆਂ ਰੂਹਾਂ ਹੈ ਨੇ ਜਿਨ੍ਹਾਂ ਦੇ ਦਰਸ਼ਨ ਕਰਿਆਂ, ਵਿਚਾਰ ਸੁਣਦਿਆਂ ਪਤਾ ਲੱਗਦਾ ਕਿ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਕੀ ਉਪਰਾਲੇ, ਤੁਹਾਨੂੰ ਕੀ ਲੱਗਦਾ ਇੱਕ ਪ੍ਰਚਾਰਕ ਹੋਣ ਦੇ ਨਾਤੇ, ਇੱਕ ਚੰਗਾ ਰਾਈਟਰ ਹੋਣ ਦੇ ਨਾਤੇ, ਖੋਜੀ ਹੋਣ ਦੇ ਨਾਤੇ ਸਾਨੂੰ ਅੱਜ ਕੀ ਕਰਨ ਦੀ ਲੋੜ ਹੈ? ਦੇਖੋ, ਸਾਨੂੰ ਗੁਰਬਾਣੀ ਨਾਲ ਹੀ ਮੁੱਖ ਤੇ ਜੁੜਨ ਦੀ ਲੋੜ ਹੈ। ਔਰ ਗੁਰਬਾਣੀ ਨੂੰ ਜਿੰਨਾ ਚਿਰ ਅਸੀਂ ਖੁਦ ਸਹਿਜ ਨਾਲ, ਵਿਚਾਰ ਨਾਲ ਅਸੀਂ ਪੜ੍ਹਨ ਦੀ ਆਦਤ ਨਹੀਂ ਪਾਵਾਂਗੇ, ਉਹਨਾਂ ਚਿਰ ਸਾਨੂੰ ਇਹੋ ਜਿਹੇ ਭਰਮ ਭੁਲੇਖੇ ਜਿਹੜੇ ਹਨ ਪੇ ਰਹੇ ਹਨ। ਔਰ ਸਾਨੂੰ ਐਸੇ ਲੋਕ ਜਿਹੜੇ ਹਨ ਧਰਮ ਦੇ ਨਾਂ ਤੇ, ਰੱਬ ਦੇ ਨਾਂ ਤੇ, ਮਰਿਆਦਾ ਦੇ ਨਾਂ ਤੇ, ਉਹ ਇਸੇ ਤਰ੍ਹਾਂ ਸਾਨੂੰ ਗੁੰਮਰਾਹ ਕਰਦੇ ਰਹਿਣਗੇ। ਔਰ ਸਾਨੂੰ, ਅਸੀਂ ਜਿਵੇਂ ਪਹਿਲੇ ਕਾਲਰ ਨੇ ਸੰਕੇਤ ਵੀ ਕੀਤਾ ਸੀ ਕਿ ਅੱਜ ਜ਼ਿਆਦਾਤਰ ਸਾਡੇ ਜਿਹੜੇ ਧਾਰਮਿਕ ਸਥਾਨ ਹਨ ਉਹ ਅਸੀਂ ਗੋਲਕ ਵਿੱਚ ਵਾਧਾ ਕਿਵੇਂ ਕਰ ਸਕਦੇ ਹਾਂ, ਉਹਨਾਂ ਦਾ ਸਾਰਾ ਧਿਆਨ ਇਸ ਉੱਤੇ ਕੇਂਦਰਿਤ ਹੈ। ਔਰ ਜੇਕਰ ਇਸ ਦਾ ਵਾਧਾ ਕਰਨ ਲਈ ਉਹਨਾਂ ਨੂੰ ਜੋ ਵੀ ਉਪਰਾਲਾ ਕਰਨਾ ਪਵੇ, ਉਹ ਉਪਰਾਲਾ ਕਰਨ ਤੋਂ ਕਦੇ ਸੰਕੋਚ ਨਹੀਂ ਕਰਦੇ। ਕਈ ਵਾਰ ਉਹ ਚੰਗਾ ਪੱਖ ਵੀ ਹੁੰਦਾ ਹੈ ਔਰ ਮਾੜਾ ਤਾਂ ਜ਼ਿਆਦਾ ਹੁੰਦਾ ਹੈ, ਪਰ ਉਹਨਾਂ ਦਾ ਧਿਆਨ, ਉਹਨਾਂ ਦਾ ਇਸ ਗੱਲ ਵਿੱਚ ਕੋਈ ਰੁਚੀ ਨਹੀਂ ਕਿ ਗੁਰਮਤਿ ਦੀਆਂ ਕਦਰੋ ਕੀਮਤਾਂ ਵੱਧ ਤੋਂ ਵੱਧ ਪ੍ਰਚਾਰੀਆਂ ਜਾਣ, ਪਰ ਉਹ ਵੀ ਵੇਖਦੇ ਹਨ ਕਿ ਇਸ ਪ੍ਰਚਾਰਕ ਦੇ ਆਉਣ ਨਾਲ ਸੰਗਤਾਂ ਕਿੰਨੀਆਂ ਵੱਧ ਆਉਣਗੀਆਂ। ਇਸ ਗੱਲ, ਉਹਨਾਂ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਜਿਹੜੀ ਗੱਲ ਆਖੀ ਜਾ ਰਹੀ ਹੈ, ਆਖਣ ਵਾਲਾ ਗੁਰਬਾਣੀ ਦਾ ਸੱਚ ਦਰਸਾ ਰਿਹਾ ਹੈ ਜਾਂ ਕਿ ਕੁਝ ਹੋਰ ਮਨ ਘੜਤ ਕਹਾਣੀਆਂ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਫਿਰ ਗੁਰੂ ਦੁਆਰਾ ਹੋਏ ਸੋਝੀ ਪਾਇਸੀ ਵਾਲੀ ਗੱਲ ਕਿੱਥੇ ਗਈ? ਸੋਝੀ ਫਿਰ ਕਿੱਥੋਂ ਲਵੇ ਜਾ ਕੇ? ਸੋਝੀ ਕੇਵਲ ਗੁਰੂ ਕੋਲੋਂ ਮਿਲਣੀ ਹੈ। ਔਰ ਗੁਰੂ ਕੋਲੋਂ ਸੋਝੀ ਲੈਣ ਲਈ ਕਿਸੇ ਵੀ ਸਿੱਖ ਨੂੰ ਵੀ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ। ਜਿਹੜੇ ਗੁਰਦੁਆਰਿਆਂ ਦਾ ਆਪਣਾ ਸਾਡਾ ਬੜਾ ਮਹੱਤਵਪੂਰਨ ਸਥਾਨ ਹੈ, ਸਾਨੂੰ ਉਸ ਨੂੰ ਪਹਿਚਾਨਣ ਦੀ ਜ਼ਰੂਰਤ ਹੈ। ਜਿਸ ਦਿਨ ਸਿੱਖ ਇਹ ਸਮਝ ਆਵੇਗਾ ਕਿ ਗੁਰਦੁਆਰਿਆਂ ਦਾ ਮਕਸਦ ਕੀ ਹੈ, ਮਨੋਰਥ ਕੀ ਹੈ, ਤਾਂ ਉਸ ਦਿਨ ਇਹ ਗੱਲਾਂ ਆਪਣੇ ਆਪ ਹੀ ਸ਼ਾਇਮਾਈ ਹੋ ਜਾਣਗੀਆਂ। ਭਾਈ ਸਾਹਿਬ ਜੀ, ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਕਰਦਾ ਔਰ ਅਰਦਾਸ ਕਰਦਾ ਉਸ ਪਰਵਤਗਾਰ ਅੱਗੇ ਕਿ ਇਸੇ ਤਰ੍ਹਾਂ ਸੱਚ ਬੋਲਣ ਦਾ ਹੀਆ ਕਰਦੇ ਰਹੋ। ਆਉਣ ਵਾਲੇ ਸਮੇਂ ਦੇ ਵਿੱਚ ਫੇਰ ਭਾਈ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇਗੀ। ਕਿਸੇ ਦਾ ਦਿਲ ਦਿਖਾਉਣ ਦਾ ਯਤਨ ਨਹੀਂ ਕੀਤਾ। ਗੁਰਮਤਿ ਦੇ ਦ੍ਰਿਸ਼ਟੀਕੋਣ